ਅਮਰੀਕਾ ਦੀ ਇਲੈਕਸ਼ਨ ਹੈ ਬੜੀ ਕੰਸੀਕੁਐਂਸ਼ੀਅਲ ਹੈ ਬਹੁਤ ਇਹਦਾ ਜਿਹੜਾ ਮਹੱਤਵ ਹੈ ਕਿਉਂਕਿ ਅਮਰੀਕਾ ਬੀਇੰਗ ਅ ਲੀਡਿੰਗ ਨੇਸ਼ਨ ਇਨ ਦ ਵਰਲਡ ਤੇ ਇੱਥੇ ਜਦੋਂ ਇਲੈਕਸ਼ਨ ਦੇ ਵਿੱਚ ਜਿਹੜਾ ਪ੍ਰਧਾਨ ਬਣਦਾ ਹੈ ਉਹਦਾ ਉਹਦੀਆਂ ਜਿਹੜੀਆਂ ਪਾਲਿਸੀਜ਼ ਨੇ ਉਹ ਇਕੱਲੇ ਅਮਰੀਕਨਸ ਨੂੰ ਇਫੈਕਟ ਨਹੀਂ ਕਰਦੀਆਂ, ਇਕੱਲੇ ਸਿੱਖਾਂ ਨੂੰ ਨਹੀਂ ਇਫੈਕਟ ਕਰਦੀਆਂ, ਸਾਰੇ ਸੰਸਾਰ ਨੂੰ ਇਫੈਕਟ ਕਰਦੀਆਂ। ਇਕਨੋਮਿਕਸ ਤੋਂ ਲੈ ਕੇ ਜਿਹੜਾ ਐਟਮੋਸਫੇਅਰ ਹੈ ਤੇ ਜਨਰਲ ਜਿਹੜੀ ਇੱਕ ਟੋਨ ਹੁੰਦੀ ਹੈ ਵਰਲਡ ਦੇ ਵਿੱਚ ਕਿਸ ਕਿਸਮ ਦੀ ਹੋਣੀ ਚਾਹੀਦੀ, ਉਹ ਸਾਰਾ ਕੁਝ ਅਮਰੀਕਨ ਪ੍ਰੈਜ਼ੀਡੈਂਟ ਦੇ ਰਾਹੀਂ ਉਹ ਸ਼ੇਪ ਅਪ ਹੁੰਦੀ ਹੈ। ਸੋ ਇਸ ਕਰਕੇ ਇਹ ਜਿਹੜੀ ਇਲੈਕਸ਼ਨ ਹੈ ਇਹ ਬਹੁਤ ਜ਼ਿਆਦਾ ਮਹੱਤਵ ਹੈ। ਮੈਨੇ ਇਹ ਪਹਿਲੀ ਵਾਰ ਹਿਸਟਰੀ 'ਚ ਹੋਇਆ ਹੈ ਕਿ ਅਮਰੀਕਾ ਦੇ ਵਿੱਚ ਇਲੈਕਸ਼ਨ ਵਾਲੇ ਦਿਨ ਤੋਂ ਪਹਿਲਾਂ 100 ਮਿਲੀਅਨ ਲੋਕਾਂ ਨੇ ਜੀ 1/3 ਆਫ ਅਮਰੀਕਨ ਪੋਪੂਲੇਸ਼ਨ ਹੈਜ਼ ਆਲਰੇਡੀ ਵੋਟਡ। ਇਹ ਆਪਣੇ ਆਪ 'ਚ ਦਰਸਾਉਂਦਾ ਹੈ ਕਿ ਇਸ ਇਲੈਕਸ਼ਨ ਦਾ ਕਿੰਨੀ ਕੁ ਇੰਪੋਰਟੈਂਸ ਹੈ। ਅੱਜ ਅਸੀਂ ਸਪੈਸ਼ਲ ਪ੍ਰੋਗਰਾਮ ਕਰ ਰਹੇ ਹਾਂ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀ ਇਲੈਕਸ਼ਨ ਜਿਹੜੀ ਹੈ 2020 ਦੀ, ਉਹ ਅੱਜ ਚੱਲ ਰਹੀ ਹੈ, ਵੋਟਾਂ ਪੈ ਰਹੀਆਂ ਨੇ। ਆਪਦੇ ਸਾਹਮਣੇ ਅੱਗੇ ਵੀ ਇੱਕ ਦੋ ਪ੍ਰੋਗਰਾਮ ਅਸੀਂ ਕੀਤੇ ਨੇ ਕਿਉਂਕਿ ਅਮਰੀਕਾ ਬਹੁਤ ਵੱਡੀ ਇੱਕ ਕੰਟਰੀ ਹੈ, ਉੱਥੇ ਦੀ ਜਿਹੜੀਆਂ ਪਾਲਿਸੀਜ਼ ਹੈਗੀਆਂ ਉਹ ਬਹੁਤ ਸਾਰੀਆਂ ਇਹੋ ਜਿਹੀਆਂ ਹੈਗੀਆਂ ਜਿਹੜੀਆਂ ਦੁਨੀਆ ਨੂੰ ਪ੍ਰਭਾਵਿਤ ਕਰਦੀਆਂ। ਸੋ ਅੱਜ ਮੈਨੂੰ ਬੜੀ ਖੁਸ਼ੀ ਹੈ ਕਿ USA ਤੋਂ ਵੱਖਰੇ ਵੱਖਰੇ ਸ਼ਹਿਰਾਂ ਤੋਂ ਦੋ ਬਹੁਤ ਪ੍ਰੋਮੀਨੈਂਟ ਸਾਡੇ ਸਿੱਖ ਜਿਨ੍ਹਾਂ ਦੇ ਨਾਲ ਮੈਂ ਅੱਜ ਗੱਲ ਕਰਨ ਜਾ ਰਿਹਾ, ਇੱਕ ਡੈਮੋਕ੍ਰੈਟ ਪਾਰਟੀ ਨੂੰ ਸਪੋਰਟ ਕਰਦੇ ਨੇ ਤੇ ਦੂਸਰੇ ਰਿਪਬਲਿਕਨ ਨੂੰ, ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਵੀ ਉੱਥੇ ਦੇ ਜਿਹੜੇ ਇਸ਼ੂਜ਼ ਕੀ ਨੇ, ਕਿਹੋ ਜਿਹੀਆਂ ਗੱਲਾਂ ਤੇ ਵੋਟਿੰਗ ਕਿਸ ਤਰ੍ਹਾਂ ਪੈ ਰਹੀ ਹੈ, ਤੇ ਉਹਨਾਂ ਦੇ ਨਾਲ ਆਓ ਤੁਹਾਨੂੰ ਰੂਬਰੂ ਕਰਾਵਾਂ, ਉਹਨਾਂ ਨੂੰ ਮਿਲਾਈਏ। ਡਾਕਟਰ ਰਾਜਵੰਤ ਸਿੰਘ ਜੀ ਤੇ ਜਸਦੀਪ ਸਿੰਘ ਜੀ। ਡਾਕਟਰ ਸਾਹਿਬ ਹੈਗੇ ਨੇ ਵਾਸ਼ਿੰਗਟਨ ਤੋਂ ਤੇ ਜਸਦੀਪ ਸਿੰਘ ਜੀ ਹੈਗੇ ਬਾਲਟੀਮੋਰ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ, ਮੈਂ ਪਹਿਲਾਂ ਤੁਹਾਡੇ ਨਾਲ ਇਹ ਗੱਲ ਸ਼ੁਰੂ ਕਰਾਂ ਕਿਉਂਕਿ ਜਿਹੜੀਆਂ ਇਲੈਕਸ਼ਨਾਂ ਦੁਨੀਆ ਦੇ ਵਿੱਚ ਹੁੰਦੀਆਂ ਔਰ ਬੜੀ ਦੌੜ ਭੱਜ ਪੈਂਦੀ ਹੈ, ਖਾਸ ਕਰਕੇ ਅਮਰੀਕਾ ਦੇ ਵਿੱਚ ਜਦੋਂ ਦੇਖਦੇ ਹਾਂ ਜਿਹੜੀ ਪਬਲਿਕ ਹੈ, ਆਵਾਮ ਹੈ ਜਿਹੜਾ, ਉਹ ਇੰਨਾ ਇੰਟਰਸਟਿਡ ਔਰ ਇੰਨਾ ਐਕਸਾਈਟਿਡ ਹੁੰਦਾ ਹੈ ਕਿ ਮੇਰੇ ਖਿਆਲ ਦੁਨੀਆ 'ਚ ਸ਼ਾਇਦ ਹੋਰ ਕਿਸੇ ਜਗ੍ਹਾ ਤੇ ਨਹੀਂ ਹੁੰਦਾ ਹੈਗਾ। ਤੇ ਤੁਸੀਂ ਕੀ ਸਮਝਦੇ ਹੋ ਵੀ ਇਸ ਇਲੈਕਸ਼ਨ ਦੇ ਵਿੱਚ, ਕਿਉਂਕਿ ਟਰੰਪ ਸਾਹਿਬ ਜਿਹੜੇ ਨੇ ਉਹ ਪਿਛਲੇ 4 ਸਾਲ ਤੋਂ ਪ੍ਰੈਜ਼ੀਡੈਂਟ ਆ ਰਹੇ ਨੇ ਤੇ ਹੁਣ ਉਹ ਦੂਸਰੀ ਟਰਮ ਜਿਹੜੀ ਉਹ ਫਾਈਟ ਕਰ ਰਹੇ ਨੇ, ਤੇ ਇਹਦੇ ਵਿੱਚ ਕੋਈ ਇਹੋ ਜਿਹਾ ਇਸ਼ੂ ਹੈਗਾ ਜਿਹਦੇ ਵਿੱਚ ਤੁਸੀਂ ਸਮਝਦੇ ਹੋ ਕਿ ਜਿਹੜੀ ਸਿੱਖ ਕਮਿਊਨਿਟੀ ਹੈ ਸਾਡੀ, ਉਹਨਾਂ ਦੇ ਉੱਤੇ ਇਹ ਪ੍ਰਭਾਵਿਤ ਹੋਵੇ ਜਾਂ ਉਹਨਾਂ ਦੇ ਉੱਤੇ ਅਸਰ ਪਵੇ? ਹਾਂਜੀ, ਇਹ ਜਿਹੜੀ ਅਮਰੀਕਾ ਦੀ ਇਲੈਕਸ਼ਨ ਹੈ ਬੜੀ ਕੰਸੀਕੁਐਂਸ਼ੀਅਲ ਹੈ, ਬਹੁਤ ਇਹਦਾ ਜਿਹੜਾ ਮਹੱਤਵ ਹੈ ਕਿਉਂਕਿ ਅਮਰੀਕਾ ਬੀਇੰਗ ਅ ਲੀਡਿੰਗ ਨੇਸ਼ਨ ਇਨ ਦ ਵਰਲਡ ਤੇ ਇੱਥੇ ਜਦੋਂ ਇਲੈਕਸ਼ਨ ਦੇ ਵਿੱਚ ਜਿਹੜਾ ਪ੍ਰਧਾਨ ਬਣਦਾ ਹੈ ਉਹਦੀਆਂ ਜਿਹੜੀਆਂ ਪਾਲਿਸੀਜ਼ ਨੇ ਉਹ ਇਕੱਲੇ ਅਮਰੀਕਨਸ ਨੂੰ ਇਫੈਕਟ ਨਹੀਂ ਕਰਦੀਆਂ, ਇਕੱਲੇ ਸਿੱਖਾਂ ਨੂੰ ਨਹੀਂ ਇਫੈਕਟ ਕਰਦੀਆਂ, ਸਾਰੇ ਸੰਸਾਰ ਨੂੰ ਇਫੈਕਟ ਕਰਦੀਆਂ। ਇਕਨੋਮਿਕਸ ਤੋਂ ਲੈ ਕੇ ਜਿਹੜਾ ਐਟਮੋਸਫੇਅਰ ਹੈ ਤੇ ਜਨਰਲ ਜਿਹੜੀ ਇੱਕ ਟੋਨ ਹੁੰਦੀ ਹੈ ਵਰਲਡ ਦੇ ਵਿੱਚ ਕਿਸ ਕਿਸਮ ਦੀ ਹੋਣੀ ਚਾਹੀਦੀ, ਉਹ ਸਾਰਾ ਕੁਝ ਅਮਰੀਕਨ ਪ੍ਰੈਜ਼ੀਡੈਂਟ ਦੇ ਰਾਹੀਂ ਉਹ ਸ਼ੇਪ ਅਪ ਹੁੰਦੀ ਹੈ। ਸੋ ਇਸ ਕਰਕੇ ਇਹ ਜਿਹੜੀ ਇਲੈਕਸ਼ਨ ਹੈ ਇਹ ਬਹੁਤ ਜ਼ਿਆਦਾ ਮਹੱਤਵ ਹੈ। ਮੈਨੇ ਇਹ ਪਹਿਲੀ ਵਾਰ ਹਿਸਟਰੀ 'ਚ ਹੋਇਆ ਹੈ ਕਿ ਅਮਰੀਕਾ ਦੇ ਵਿੱਚ ਇਲੈਕਸ਼ਨ ਵਾਲੇ ਦਿਨ ਤੋਂ ਪਹਿਲਾਂ 100 ਮਿਲੀਅਨ ਲੋਕਾਂ ਨੇ ਜੀ 1/3 ਆਫ ਅਮਰੀਕਨ ਪੋਪੂਲੇਸ਼ਨ ਹੈਜ਼ ਆਲਰੇਡੀ ਵੋਟਡ। ਇਹ ਆਪਣੇ ਆਪ 'ਚ ਦਰਸਾਉਂਦਾ ਹੈ ਕਿ ਇਸ ਇਲੈਕਸ਼ਨ ਦਾ ਕਿੰਨੀ ਕੁ ਇੰਪੋਰਟੈਂਸ ਹੈ। ਤੇ ਦੂਸਰੀ ਗੱਲ ਇਹ ਹੈ ਕਿ ਜਿਹੜੇ ਸਾਡੇ ਸਿੱਖਾਂ ਦੇ ਜਿਹੜੀ ਇੱਥੇ ਪੋਪੂਲੇਸ਼ਨ ਹੈ 6 ਲੱਖ ਤੋਂ 7 ਲੱਖ ਗਿਣੀ ਜਾਂਦੀ ਹੈ, ਤੇ ਜਿਹੜਾ ਐਟਮੋਸਫੇਅਰ ਹੈਗਾ ਕਿਉਂਕਿ ਆਪਾਂ 9/11 ਤੋਂ ਬਾਅਦ ਕਾਫੀ ਹੇਟ ਕ੍ਰਾਈਮ ਸਾਨੂੰ ਫੇਸ ਕਰਨੇ ਪਏ ਨੇ ਤੇ ਡਿਸਕ੍ਰਿਮੀਨੇਸ਼ਨ ਬਾਇਸਿਸ, ਤੇ ਹਾਲਾਂਕਿ ਪਾਸਟ ਜਿਹੜੀਆਂ ਐਡਮਿਨਿਸਟ੍ਰੇਸ਼ਨਸ ਨੇ ਉਹਨਾਂ ਨੇ ਬਹੁਤ ਇਸ ਗੱਲ ਦੀ ਸਪੋਰਟ ਵੀ ਕੀਤੀ ਹੈ, ਤੇ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਐਸੀ ਜੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਵੀ ਐਕਟਿਵ ਨੇ ਤੇ ਇਹਨਾਂ ਨੇ ਆਪਣੀ ਉੱਥੇ ਪਛਾਣ ਬਣਾਈ ਹੈ, ਅਵੇਅਰਨੈਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਓਵਰਆਲ ਜਨਰਲੀ ਜਿਹੜਾ ਐਟਮੋਸਫੇਅਰ ਅਮਰੀਕਾ ਦਾ ਜੇ ਪੀਸਫੁਲ ਹੈ ਤੇ ਹਾਰਮੋਨੀਅਸ ਹੈ ਤੇ ਸਾਡੀ ਸਿੱਖ ਕੌਮ ਲਈ ਵੀ ਓਨਾ ਹੀ ਉਹ ਫਾਇਦੇਮੰਦ ਹੈ ਤੇ ਸਾਡੇ ਬੱਚਿਆਂ ਲਈ ਵੀ ਸੇਫ এনवायरमेंट ਹੁੰਦਾ ਹੈ ਕਿਉਂਕਿ 65% ਤੋਂ ਵੱਧ ਜਿਹੜੇ ਸਾਡੇ ਬੱਚੇ ਨੇ ਉਹ ਬੁਲਿੰਗ ਦੇ ਸ਼ਿਕਾਰ ਹੁੰਦੇ ਨੇ ਬਿਕੋਜ਼ ਜਿਸ ਕਿਸਮ ਦਾ ਮਾਹੌਲ ਹੁੰਦਾ ਉਸ ਤਰ੍ਹਾਂ ਹੀ ਉਹ ਫਿਰ ਉਹਨਾਂ ਨੂੰ ਉਹਨਾਂ ਦੇ ਮਾਹੌਲ ਦੇ ਵਿੱਚ ਆਪਣੇ ਆਪ ਨੂੰ ਪੇਸ਼ ਕਰਨਾ ਪੈਂਦਾ। ਸੋ ਇਸ ਕਰਕੇ ਬੜਾ ਜ਼ਰੂਰੀ ਹੈ ਕਿ ਇਸ ਦੇਸ਼ ਦਾ ਜਿਹੜਾ ਨੇਤਾ ਹੈ, ਇਸ ਦੇਸ਼ ਦੀ ਜਿਹੜੀ ਪੋਲੀਟੀਕਲ ਸਿਚੁਏਸ਼ਨ ਹੈ
ਉਹ ਇਸ ਕਿਸਮ ਦੀ ਹੋਵੇ ਜਿਹਦੇ ਵਿੱਚ ਹਾਰਮਨੀ ਨੂੰ ਬੜਾਵਾ ਮਿਲੇ ਤੇ ਡਿਸਕੰਟੈਂਟ ਘਟੇ। ਸੋ ਇਸ ਕਰਕੇ ਇਹ ਬੜਾ ਜ਼ਰੂਰੀ ਹੈ ਜੀ, ਇਸ ਇਲੈਕਸ਼ਨ ਨੂੰ ਇਸ ਨਿਗਾਹ ਨਾਲ ਵੀ ਦੇਖਿਆ ਜਾ ਰਿਹਾ। ਹਾਂਜੀ, ਜਸਦੀਪ ਸਿੰਘ ਜੀ, ਤੁਸੀਂ ਕੀ ਕਹੋਗੇ? ਜੀ ਮੈਂ ਕਹਿਣਾ ਚਾਹਾਂਗਾ ਸਭ ਤੋਂ ਪਹਿਲਾਂ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ, ਤੁਸੀਂ ਸਾਨੂੰ ਅੱਜ ਮੌਕਾ ਦਿੱਤਾ ਹੈ। ਤੇ ਮੈਂ ਡਾਕਟਰ ਰਾਜਵੰਤ ਸਿੰਘ, ਮੈਂ ਤੁਹਾਡੇ ਵਿਊਅਰਸ ਨੂੰ ਇਹ ਨਹੀਂ ਦੱਸਣਾ ਚਾਹੁੰਦਾ ਕਿ ਅਸੀਂ ਇੱਥੇ ਰਿਪਬਲਿਕਨ ਜਾਂ ਡੈਮੋਕ੍ਰੇਟਸ ਅੱਜ ਆਏ ਹੋਏ ਹਾਂ। ਮੈਂ ਤੇ ਅੱਜ ਸਿੱਖ ਚੈਨਲ ਹੈ, ਸਿੱਖਾਂ ਵਾਸਤੇ ਮੈਸੇਜ ਹੈ ਕਿ ਭਾਵੇਂ ਤੁਸੀਂ ਰਿਪਬਲਿਕਨ ਹੋ ਜਾਂ ਡੈਮੋਕ੍ਰੇਟਸ ਹੋ, you have to participate in the political process of this nation, and you have to vote and make some ਨਾ ਬਣਾਉਣਾ ਹੈ ਕਿ ਅਸੀਂ ਪੋਲੀਟੀਕਲ ਪ੍ਰੋਸੈਸ ਵਿੱਚ ਸਿੱਖ ਕੌਮ ਜਿਹੜੀ ਹੈ ਸਾਡੀ ਉੱਪਰ ਆਏ। ਰਾਜਵੰਤ ਜੀ ਦੇ ਬਹੁਤ ਇਹਨਾਂ ਦਾ ਯੋਗਦਾਨ ਹੈ ਇਸ ਵਿੱਚ। ਇਹਨਾਂ ਨੇ ਕਈ ਸਾਲਾਂ ਤੋਂ ਇਸ ਸਿੱਖ ਆਇਡੈਂਟੀਟੀ ਨੂੰ ਉੱਪਰ ਲਿਆ ਰਹੇ ਨੇ। ਤੇ I appeal to my youth, whether Republican or Democrats, you need to get involved in the political process. And let me tell you why. I'm a Republican, ਤੇ ਮੈਂ ਤਾਂ ਇਹੀ ਕਹਾਂਗਾ ਕਿ ਤੁਸੀਂ ਰਿਪਬਲਿਕਨ ਪਾਰਟੀ ਵਿੱਚ ਆਓ। ਮੈਂ ਬਿਲਕੁਲ ਡਾਕਟਰ ਰਾਜਵੰਤ ਸਿੰਘ ਜੀ ਦੀ ਗੱਲ ਨਾਲ ਸਹਿਮਤ ਹਾਂ ਕਿ there have been hate crimes against Sikhs after 9/11. ਜਿਹੜੀ ਬੁਲਿੰਗ ਦੀ ਗੱਲ ਹੈ ਮੈਂ ਉਹਨੂੰ ਵੀ ਕਹਿਣਾ, ਪਰ that is there ਕਿਧਰੇ ਵੀ ਤੁਸੀਂ ਚਲੇ ਜਾਓ, ਬੁਲਿੰਗ ਬੱਚਿਆਂ ਨਾਲ ਹੁੰਦੀ ਹੈ। ਮੇਰੇ ਨਾਲ ਇੰਡੀਆ ਵਿੱਚ ਹੋਈ ਸੀ ਜਦੋਂ ਮੈਂ ਸਕੂਲ ਵਿੱਚ ਜਾਂਦਾ ਸੀ, but that doesn't mean ਕਿ ਇੱਕ ਅਸੀਂ ਆਪਣੀ ਯੂਥ ਵਿੱਚ ਵਿਕਟਿਮ ਮੈਂਟੈਲਿਟੀ ਲੈ ਕੇ ਆਈਏ। We have to be strong. Bullying ਦੇ ਪਿੱਛੇ it's not Republicans or Democrats, it's a human nature and the governments do that. But what is more important for our children is what the other side, the Democratic Party nowadays is promoting. ਅੱਜ ਡੈਮੋਕ੍ਰੈਟਿਕ ਪਾਰਟੀ ਉਹ ਨਹੀਂ ਰਹੀ ਜਿਹੜੀ ਡਾਕਟਰ ਰਾਜਵੰਤ ਸਿੰਘ ਜੀ ਨੇ ਸਪੋਰਟ ਕੀਤੀ ਸੀ ਅੱਜ ਤੋਂ 10 ਸਾਲ ਪਹਿਲਾਂ ਜਾਂ 20 ਸਾਲ ਪਹਿਲਾਂ। Democrat Party has been taken over by socialists. They are promoting ਇੱਥੇ ਅੱਜ ਵੀਡ ਦਾ ਏਜੰਡਾ ਪ੍ਰਮੋਟ ਕਰ ਰਹੇ ਨੇ, ਡਰੱਗ ਕਲਚਰ ਪ੍ਰਮੋਟ ਕਰ ਰਹੇ ਨੇ। ਸਾਡੇ ਇੱਥੇ ਸਾਡੇ ਜਿਹੜੀ ਸਿੱਖੀ ਵੈਲਿਊਜ਼ ਨੇ, away from drugs, away from abortion, ਉਹ ਪ੍ਰਮੋਟ ਕਰ ਰਹੇ ਨੇ। ਪਿਛਲੇ ਦਿਨਾਂ ਤੁਸੀਂ ਵੇਖਿਆ ਕਿ ਇੱਥੇ same-sex marriage हुई है, which has been told by Akal Takht Sahib Jathedar, it's against Sikh tenets. They are promoting that culture. As a Sikh, I'm not against anybody. Je kal nu koi drugs bhi lenda, as a Sikh, I want to go help. I want to help them out. We don't hate LGBT communities, but I don't want to promote drugs. I don't want to promote all these things. ਅਸੀਂ ਆਪਣੇ ਬੱਚਿਆਂ ਨੂੰ ਇਸ ਮੁਲਕ 'ਚ ਲੈ ਕੇ ਆਏ ਸੀ for a better future. I don't ਕਦ ਤੱਕ ਅਸੀਂ ਉਹਨਾਂ ਨੂੰ ਛੁਪਾਉਂਦੇ ਰਵਾਂਗੇ ਡਰੱਗ ਕਲਚਰ ਤੋਂ ਤੇ ਹੋਰ ਚੀਜ਼ਾਂ ਤੋਂ। This government, Biden-Harris administration promotes all these things, and Republican Party is trying to stop these. ਆਪਾਂ ਪਾਲਿਸੀਜ਼ ਵੱਲ ਹੁਣੇ ਆਨੇ ਹੈਗੇ ਤੇ ਜਿਹੜੀ ਤੁਹਾਡੀ ਓਪਨਿੰਗ ਸਟੇਟਮੈਂਟ ਸੀਗੀ, ਕਿਉਂਕਿ ਤੁਸੀਂ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਸਪੋਰਟ ਕਰ ਰਹੇ ਹੋ ਤੇ ਡਾਕਟਰ ਸਾਹਿਬ ਡੈਮੋਕ੍ਰੈਟਸ ਜਿਹੜੇ ਪਹਿਲਾਂ ਵੀ ਸੀਗੇ ਜਾਂ ਹੁਣ ਵੀ ਉਹਨਾਂ ਨੂੰ ਸਪੋਰਟ ਕਰ ਰਹੇ। ਤੇ ਹੁਣ ਮੈਂ ਡਾਕਟਰ ਸਾਹਿਬ ਜਿਹੜੀ ਗੱਲ ਕਰਦੇ ਆ ਕਿ ਵੀ ਇਹ ਸਿਲੈਕਸ਼ਨ ਦੇ ਵਿੱਚ ਸਾਡੇ ਮੂਹਰੇ ਸਭ ਤੋਂ ਵੱਡਾ ਮੁੱਦਾ ਕੀ ਹੈ? ਹੈਲਥ ਕੇਅਰ ਹੈ, ਕਿਉਂਕਿ ਓਬਾਮਾ ਨੇ ਇਹ ਹੈਲਥ ਕੇਅਰ ਬਣਾਈ ਸੀ, ਉਹ ਹੈ, ਜਾਂ ਇਕੋਨਮੀ ਹੈ, ਯਾਨੀ ਕੋਈ ਵੀ ਚੀਜ਼ ਹੈਗੀ ਹੈ। ਪਹਿਲਾਂ ਹੈਲਥ ਕੇਅਰ ਦੀ ਗੱਲ ਦੱਸੋ, ਕਿਉਂਕਿ ਯੂ ਬਿਲੋਂਗ ਟੂ ਦੈਟ ਪ੍ਰੋਫੈਸ਼ਨ, ਤੇ ਤੁਸੀਂ ਇਹ ਦੱਸੋ ਵੀ ਜਿਹੜੀ ਹੈਲਥ ਕੇਅਰ ਆ US ਦੇ ਵਿੱਚ, ਉਹਦੇ ਤੇ ਓਬਾਮਾ ਨੇ ਜਿਹੜੀ ਬਣਾਈ, ਆਉਂਦੇ ਟਰੰਪ ਉਹਨਾਂ ਨੇ ਉਹ ਸਾਰੀ ਅਬੋਲਿਸ਼ ਕਰ ਦਿੱਤੀ ਹੈ, ਉਹਦੇ ਕੀ ਇੰਪੈਕਟ ਹੋਇਆ ਆਮ ਪਬਲਿਕ ਦੇ ਉੱਤੇ? ਹਾਂਜੀ, ਇਹ ਜਿਹੜਾ ਹੈਲਥ ਕੇਅਰ ਬਹੁਤ ਵੱਡਾ ਇਸ਼ੂ ਹੈ, ਔਰ ਇਸ ਇਲੈਕਸ਼ਨ ਦੇ ਵਿੱਚ ਵੀ ਇਸ ਦੇ ਉੱਤੇ ਹੀ ਵੋਟਾਂ ਬਹੁਤ ਪੈਣਗੀਆਂ, ਕਿਉਂਕਿ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਆਉਂਦਿਆਂ ਸਾਰ ਕਿਹਾ ਕਿ ACA ਨੂੰ ਅਸੀਂ ਐਲੀਮੀਨੇਟ ਕਰਨਾ ਹੈ ਤੇ ਇਹ ਬਿਲਕੁਲ ਅੱਛਾ ਪਲਾਨ ਨਹੀਂ ਹੈ ਤੇ ਅਸੀਂ ਪਲਾਨ ਦੇ ਰਹੇ ਹਾਂ। ਸੋ ਹੁਣ ਉਹ 4 ਸਾਲ ਹੋ ਗਏ ਨੇ, ਹਾਲੇ ਤੱਕ ਪਲਾਨ ਨਹੀਂ ਆਇਆ। ਤੇ ਈਵਨ ਡਿਬੇਟ ਦੇ ਵਿੱਚ ਵੀ ਜਦੋਂ ਜਿਹੜੀਆਂ ਵੀ ਡਿਬੇਟਸ ਹੋਈਆਂ ਨੇ, ਜਿੱਥੇ ਕਿਤੇ ਵੀ ਗੱਲ ਪੁੱਛੀ ਗਈ ਹੈ, 2 ਹਫ਼ਤਿਆਂ ਬਾਅਦ ਆ ਰਿਹਾ ਹੈ, ਮਹੀਨੇ ਬਾਅਦ ਆ ਰਿਹਾ ਹੈ, 10 ਦਿਨਾਂ ਬਾਅਦ ਆ ਰਿਹਾ, ਉਹ ਹਾਲੇ ਤੱਕ ਕੋਈ ਵੀ ਜਿਹੜਾ ਕੰਕਰੀਟ ਪਲਾਨ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਨਹੀਂ ਪੇਸ਼ ਕੀਤਾ ਗਿਆ। ਜਾਂ ਤਾਂ ਆਲਟਰਨੇਟ ਦਿੱਤਾ ਜਾਵੇ, ਤਾਂ ਤੁਸੀਂ ਜਿਹੜਾ ਕਰੰਟ ਸਿਸਟਮ ਆ ਉਹਨੂੰ ਐਲੀਮੀਨੇਟ ਕਰਨ ਦੀ ਕੋਸ਼ਿਸ਼ ਕਰੋ। ਸੋ ਇਸ ਕਰਕੇ ਜਿਹੜਾ ਹੁਣ ਨਵੰਬਰ ਦੇ ਪਹਿਲੇ ਹਫਤੇ ਦੇ ਵਿੱਚ ਹੀ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਹੈਲਥ ਕੇਅਰ ਦਾ ਇਸ਼ੂ ਆਉਣਾ ਹੈ, ਤੇ ਉਹਦੇ ਵਿੱਚ ਉਹਨਾਂ ਨੇ ਜਿਹੜੇ ਰਿਪਬਲਿਕਨ 2-3 ਜਿਹੜੇ ਗਰੁੱਪਸ ਨੇ ਇਹ ਫਾਈਟ ਕੀਤਾ ਹੋਇਆ ਕਿ ਜੀ ਇਹਦੀ ਜਿਹੜੀ ਮੈਂਡੇਟ ਹੈ ਇਹਨੂੰ ਹਟਾਇਆ ਜਾਵੇ। ਮੈਂਡੇਟ ਤਾਂ ਪਹਿਲਾਂ ਹੀ ਹਟਾ ਦਿੱਤਾ ਗਿਆ, ਪਰ ਕਈ ਜਿਹੜੇ ਆਸਪੈਕਟਸ ਨੇ ਹੈਲਥ ਕੇਅਰ ਦੇ ਉਹ ਖਤਮ ਕਰ ਦਿੱਤੇ ਜਾਣ। ਸੋ ਇਹ ਬੜਾ ਇੱਕ ਕਨਸੀਕੁਐਂਸ਼ੀਅਲ ਹੈ। 21 ਮਿਲੀਅਨ ਜਿਹੜੇ ਅਮਰੀਕਨਸ ਨੇ ਉਹਨਾਂ ਨੂੰ ਇੱਥੋਂ ਹੈਲਪ ਮਿਲਦੀ ਹੈ, ਤੇ ਹੋਰ ਕਈ ਜਿਹੜੇ ਗਰੁੱਪਸ ਨੇ ਜਿਹੜੇ ਖਾਸ ਕਰਕੇ ਅੰਡਰ ਪ੍ਰਿਵਿਲੇਜ ਨੇ, ਗਰੀਬ ਤਬਕਾ ਹੈਗਾ ਅਮਰੀਕਾ ਦਾ,
ਉਹਨਾਂ ਨੂੰ ਇਹਦੇ ਵਿੱਚੋਂ ਬਹੁਤ ਰਾਹਤ ਮਿਲਦੀ ਹੈ। ਅਸੀਂ ਹਰ ਰੋਜ਼ ਇਸ ਕਿਸਮ ਦੇ ਜਿਹੜੇ ਪੇਸ਼ੈਂਟਸ ਦੇਖਦੇ ਹਾਂ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦੀ ਲੋੜ ਹੈਗੀ ਹੈ। ਸੋ ਸਾਡਾ ਜਿਹੜਾ ਇੱਕ ਦੇਸ਼ ਹੈ, ਇਹ ਸਿੱਖੀ ਵੈਲਿਊਜ਼ ਵੀ ਸਾਨੂੰ ਇਹੀ ਸਿਖਾਉਂਦੀਆਂ ਨੇ ਵੀ ਅਸੀਂ ਗਰੀਬ ਦੀ ਬਾਹ ਫੜਨੀ ਹੈ, ਤੇ ਜਿਹੜਾ ਬੰਦਾ ਅਨਪ੍ਰਿਵਿਲੇਜਡ ਹੈ, ਜਿਹੜਾ ਇਕਨੋਮਿਕਲੀ ਇੰਨਾ ਸਾਡੇ ਵਾਂਗੂ ਨਹੀਂ ਉਹ ਸਕਸੈਸਫੁਲ ਹੋਇਆ, ਉਹਨੂੰ ਕੌਣ ਸਪੋਰਟ ਕਰੇ। ਤੇ ਗਵਰਨਮੈਂਟ ਦਾ ਇੱਕ ਰੋਲ ਹੁੰਦਾ ਹੈ, ਤੇ ਇਹਦੇ ਵਿੱਚ ਮੈਂ ਸਮਝਦਾ ਵੀ ਜਿਹੜਾ ਰੋਲ ਓਬਾਮਾ ਐਡਮਿਨਿਸਟ੍ਰੇਸ਼ਨ ਵੱਲੋਂ ਦਿੱਤਾ ਗਿਆ ਸੀ ACA ਦਾ, ਤੇ ਬਾਈਡਨ ਕੈਂਪੇਨ ਵੱਲੋਂ ਉਹਨੂੰ ਸਗੋਂ ਹੋਰ ਇੰਪਰੂਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਸਾਨੂੰ ਰਿਪਬਲਿਕਨ ਸਾਈਡ ਤੋਂ ਜਾਂ ਪ੍ਰੈਜ਼ੀਡੈਂਟ ਸਾਈਡ ਤੋਂ ਤਾਂ ਕੋਈ ਵੀ ਪਲਾਨ ਨਹੀਂ ਹਲੇ ਤੱਕ ਆਇਆ 4 ਸਾਲ ਤੋਂ। ਜਾਂ ਤਾਂ ਪਲਾਨ ਆਇਆ ਹੁੰਦਾ ਤੇ ਫਿਰ ਲੋਕੀ ਚੋਇਸ ਕਰ ਸਕਦੇ ਵੀ ਹਾਂ ਇਹ ਵਧੀਆ ਕਿ ਉਹ ਵਧੀਆ ਸੀ। ਸੋ ਇੱਕ ਚੀਜ਼ ਨੂੰ ਖਤਮ ਕਰ ਦੇਣਾ ਤੇ ਆਲਟਰਨੇਟ ਨਾ ਦੇਣਾ, ਇਹ ਮੈਂ ਸਮਝਦਾ ਵੀ ਇਹ ਕੋਈ ਬਹੁਤੀ ਮੈਨੇ ਰਾਈਟ ਪਾਲਿਸੀ ਨਹੀਂ ਹੈਗੀ। ਸੋ ਇੱਕ ਦੇਸ਼ ਐਡਾ ਵੱਡਾ ਜਿਹੜਾ ਹੋਵੇ ਜਿੱਥੇ ਕਾਫੀ ਜਿਹੜਾ ਅੰਡਰ ਪਾਵਰਟੀ ਲਾਈਨ ਵਾਲੀਆਂ ਜਿਹੜੀਆਂ ਪੋਪੂਲੇਸ਼ਨ ਗਰੁੱਪਸ ਨੇ ਉਹਨਾਂ ਨੂੰ ਸਪੋਰਟ ਮਿਲਣੀ ਬੜੀ ਜ਼ਰੂਰੀ ਹੈ। ਸੋ ਇਹ ਬੜਾ ਵੱਡਾ ਇਸ਼ੂ ਹੈ, ਤੇ ਸਾਡੀ ਤਾਂ ਇਹੀ ਅਪੀਲ ਹੈ ਕਿ ਵੱਧ ਤੋਂ ਵੱਧ ਲੋਕ ਇਸ ਇਸ਼ੂ ਤੇ ਮੁੱਖ ਰੱਖ ਕੇ ਵੋਟ ਪਾਉਣ, ਤੇ ਜਿਹੜਾ ਰਾਈਟ ਅਪਰੋਚ ਵਾਲਾ ਪ੍ਰੈਜ਼ੀਡੈਂਟ ਆ ਉਹਨੂੰ ਇਸ ਦੇਸ਼ ਦਾ ਲੀਡਰ ਬਣਾਉਣ। ਮੈਂ ਇਹਦੇ ਨਾਲ ਰਿਲੇਟਡ ਜਿਹੜੀ ਗੱਲ ਉਹ ਮੈਂ ਕਰਾਂਗਾ ਉਹ ਹੈਗੀ ਕਰੋਨਾ ਵਾਇਰਸ ਦੀ, ਕਿਉਂਕਿ ਹੈਲਥ ਇਸ਼ੂ ਬਹੁਤ ਵੱਡਾ ਹੈ, ਕਿਉਂਕਿ ਅਮਰੀਕਾ ਇਜ਼ ਐਟ ਦ ਟੌਪ। ਸਭ ਤੋਂ ਜ਼ਿਆਦਾ ਦੁਨੀਆ ਦੇ ਵਿੱਚ ਜਿਹੜਾ ਡੈਥ ਰੇਟ ਹੈ, ਜਾਂ ਡੈਥ ਹੋ ਚੁੱਕੀਆਂ ਉਹ ਅਮਰੀਕਾ ਦੀਆਂ। ਉਸ ਪੁਆਇੰਟ ਤੇ ਮੈਂ ਮਗਰੋਂ ਆਵਾਂਗਾ। ਤੇ ਹੈਲਥ ਦੇ ਬਾਰੇ ਤੁਸੀਂ ਜਸਟਿਸ ਜੀ ਕੀ ਕਹਿਣਾ ਚਾਹੋਗੇ? ਮੈਂ ਇਹ ਕਹਿਣਾ ਚਾਹਾਂਗਾ ਕਿ ਹੈਲਥ ਕੇਅਰ ਦਾ ਜਿਹੜਾ ਇਸ਼ੂ ਹੁਣੇ ਅਸੀਂ ਗੱਲ ਕੀਤੀ ਹੈ, ਪਿਛਲੇ 4 ਸਾਲ ਵਿੱਚ ਡੈਮੋਕ੍ਰੇਟਸ ਨੇ ਹਰ ਵਾਰੀ ਬਲੌਕ ਕੀਤੇ ਨੇ। ਜਦੋਂ ਵੀ ਟਰੰਪ ਨੇ ਕੋਈ ਪਾਲਿਸੀਜ਼ ਲਿਆਉਣ ਦੀਆਂ ਕੋਸ਼ਿਸ਼ ਕੀਤੀਆਂ ਨੇ ਜਾਂ ਰਿਪਬਲਿਕਨਸ ਨੇ ਕੋਈ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਨੇ, ਬਹੁਤ ਹਾਊਸ ਵਿੱਚ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਦੂਜੀ ਗੱਲ ਹੈ ਕਿ ਮੈਂ ਨਹੀਂ ਸਮਝਦਾ ਕਿ ਪਿਛਲੇ 4 ਸਾਲ ਵਿੱਚ ਕੋਈ ਵੀ ਅਮਰੀਕਨ ਵਿਦਆਊਟ ਐਨੀ ਹੈਲਥ ਕੇਅਰ, ਜਿਹਦੇ ਕੋਲ ਇੰਸ਼ੋਰੈਂਸ ਨਹੀਂ ਸੀ, ਉਹਨੂੰ ਇਲਾਜ ਵਿੱਚ ਰਹਿੰਦੇ ਆ, ਇੱਥੇ ਹਰ ਬੰਦੇ ਨੂੰ ਇਲਾਜ ਮਿਲਦਾ ਹੈ। ਈਵਨ ਇੱਥੇ ਤੱਕ ਕਿ ਜਿਹੜੇ ਇਲੀਗਲ ਸਾਡੇ ਏਲੀਅਨਸ ਨੇ ਉਹਨਾਂ ਨੂੰ ਵੀ ਇਲਾਜ ਮਿਲ ਰਿਹਾ ਹੈ। ਸੋ ਇਹ ਐਗਜ਼ੈਜਰੇਟਡ ਗੱਲਾਂ ਨੇ ਇਸ ਇਲੈਕਸ਼ਨ ਵਿੱਚ। ਔਰ ਕਰੋਨਾ ਵਾਇਰਸ ਮੈਂ ਤੁਹਾਨੂੰ ਦੱਸਾਂ, ਇਟ ਵਾਜ਼ ਅ ਸਰਪ੍ਰਾਈਜ਼ ਪੈਂਡੈਮਿਕ, ਇਟ ਵਾਜ਼ ਅਨਨੋਨ। ਦੁਨੀਆ ਨੂੰ ਨਹੀਂ ਪਤਾ ਸੀ ਕੀ ਹੋ ਰਿਹਾ ਹੈ। ਦੁਨੀਆ ਦਾ ਕੋਈ ਦੇਸ਼ ਵੀ ਨਹੀਂ ਹੈ ਜਿਹਨੇ ਇਹਨੂੰ ਸਕਸੈਸਫੁਲੀ ਟੈਕਲ ਕੀਤਾ ਹੋਇਆ। ਯੂਰਪ ਵਿੱਚ ਵੀ ਤੁਹਾਡੇ ਫਿਰ ਇਸ਼ੂਜ਼ ਨੇ, ਬਟ ਆਈ ਥਿੰਕ ਅਮਰੀਕਾ ਹੈਜ਼ ਹੈਂਡਲਡ ਇਟ। ਸਭ ਤੋਂ ਜ਼ਿਆਦਾ ਟੈਸਟਿੰਗਸ ਹੋਈਆਂ ਨੇ ਇੱਥੇ ਦੁਨੀਆ ਵਿੱਚ, ਇਸ ਕਰਕੇ ਸਭ ਤੋਂ ਜ਼ਿਆਦਾ ਪੋਜ਼ਿਟਿਵ ਕੇਸਿਸ ਨੇ। but our death rate is very low now, and I think the states ਜਿਹੜੇ ਨੇ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੇ ਉਹਨਾਂ ਨੂੰ ਕਾਫੀ ਛੂਟ ਦਿੱਤੀ ਸੀ ਕਿ ਤੁਸੀਂ ਆਪਣੇ ਆਪ ਇਹਦਾ ਕਰੋ, and with full support, but we had democratic states who mishandled it। ਜਿਸ ਤਰ੍ਹਾਂ ਨਿਊਯਾਰਕ ਵਿੱਚ ਉਹਨਾਂ ਨੇ ਜਿਹੜੇ ਸਾਡੇ ਸੀਨੀਅਰ ਸਨ, ਉੱਥੇ 11,000 ਸੀਨੀਅਰ ਸਿਟੀਜ਼ਨਸ ਮਰੇ ਨੇ, ਜਿਨ੍ਹਾਂ ਨੂੰ ਕਿ ਉਹਨਾਂ ਨੇ ਦੁਬਾਰਾ ਨਰਸਿੰਗ ਹੋਮਸ ਵਿੱਚ ਭੇਜਿਆ ਜ਼ਬਰਦਸਤੀ, and that spread in all the nursing homes। ਅਮਰੀਕਾ ਵਿੱਚ ਦੁਨੀਆ ਬੜੀ ਜਾਗਰੂਕ ਹੈ। ਲੋਕ, people are educated, they are tired of lockdowns, they know that they are more focusing on vaccines, and they want the economy to be back and up and running। ਔਰ ਇੱਥੇ ਮੁੱਦਾ ਇਲੈਕਸ਼ਨ ਦਾ ਹੈਲਥ ਕੇਅਰ ਇੰਨਾ ਨਹੀਂ ਹੈ ਜਿੰਨਾ ਕਿ ਇੱਕ ਸੋਸ਼ਲਿਜ਼ਮ ਦਾ ਇੱਥੇ ਖਤਰਾ ਆ ਗਿਆ ਹੈ। ਇੱਕ ਆਮ ਅਮਰੀਕਨ, ਇੱਕ ਮੇਨ ਸਟ੍ਰੀਮ ਅਮਰੀਕਨ ਇਜ਼ ਸਕੇਅਰਡ ਆਫ ਸੋਸ਼ਲਿਜ਼ਮ ਕਿ ਇਸ ਕੰਟਰੀ ਵਿੱਚ ਜੋ ਬਾਈਡਨ, ਬਰਨੀ ਸੈਂਡਰਸ, ਕਮਲਾ ਹੈਰਿਸ, ਅਕੋਜ਼ੀਓ ਕੋਰਟੇਜ਼, ਇਲੀਆਨਾ ਓਮਾਰ, ਇਹ ਸਾਰੇ ਇੱਥੇ ਇੱਕ ਸੋਸ਼ਲਿਜ਼ਮ ਲੈ ਕੇ ਆ ਰਹੇ ਨੇ। that American people are going to resist, and they're going to push back, ਕਿਉਂਕਿ America has always been a capitalist society, it's a capitalist country, ਔਰ socialism ਇੱਥੇ ਸਰਵਾਈਵ ਨਹੀਂ ਕਰੇਗਾ। ਉਹ ਇਸ ਵਾਰੀ ਇਲੈਕਸ਼ਨ ਦਾ ਮੁੱਦਾ ਹੈ। ਡਾਕਟਰ ਸਾਹਿਬ, ਜਿਹੜੀ ਕਰੋਨਾ ਦੀ ਗੱਲ ਕਰ ਰਹੇ ਸੀ, ਜਿੱਦਾਂ ਹੁਣ ਜਸਦੀਪ ਹੋਰਾਂ ਨੇ ਗੱਲ ਕੀਤੀ ਹੈਗੀ, ਜਿਹੜੀਆਂ ਸਾਡੇ ਕੋਲ ਨਿਊਜ਼ ਆ ਰਹੀਆਂ, ਜਿਹੜੀਆਂ ਅਸੀਂ ਰੋਜ਼ ਖਬਰਾਂ ਦੇਖ ਰਹੇ ਹੈਗੇ ਆ, ਜਿੱਥੇ ਟਰੰਪ ਹੋਰਾਂ ਨੇ ਇਹ ਗੱਲ ਨੂੰ ਕਿਹਾ ਵੀ ਹਸਪੀਟਲ ਐਗਜ਼ੈਜਰੇਟਡ ਦ ਨੰਬਰਸ, ਐਂਡ ਇਹੋ ਜਿਹੀਆਂ ਚੀਜ਼ਾਂ ਆਉਂਦੀਆਂ ਹੈਗੀਆਂ ਜਿੱਦਾਂ ਮੰਨ ਲਓ ਉਹਨਾਂ ਦਾ ਇੱਕ ਬਹੁਤ ਵੱਡਾ ਫਰੇਜ਼ ਹੈਗਾ ਫੇਕ ਨਿਊਜ਼। ਯਾਨੀ ਦੁਨੀਆ ਦੇ ਵਿੱਚ ਮੇਰੇ ਖਿਆਲ ਇਹ ਸਭ ਤੋਂ ਵੱਡਾ ਟਰੰਪ ਹੋਣਾ ਦਾ ਹੀ ਹੈ ਕਿ ਇਹ ਫੇਕ ਨਿਊਜ਼ ਦਾ ਬਣਾਇਆ ਗਿਆ। ਕਿਉਂਕਿ ਜੇ ਇਸ ਨੂੰ ਤਾਂ ਨਹੀਂ ਕਿਹਾ ਜਾ ਸਕਦਾ ਹੈਗਾ ਵੀ ਹਾਂ ਜੀ ਯੂਰਪ ਦੇ ਵਿੱਚ ਨਹੀਂ, ਇੰਡੀਆ ਦੇ ਵਿੱਚ ਕਰੋਨਾ ਸਾਰੀ ਦੁਨੀਆ ਦੇ ਵਿੱਚ ਹੈ, ਉਹ ਸਕੰਜੇ ਦੇ ਵਿੱਚ ਦੁਨੀਆ ਫਸੀ ਹੋਈ ਹੈ ਇਸ ਵੇਲੇ, that is acceptable। ਪਰ ਜਿਹੜੀ ਗੱਲ ਹੈਗੀ ਹੈ, ਜੇ ਅਮਰੀਕਾ ਦੇ ਵਿੱਚ ਇਹਨੂੰ ਮੇਰਾ ਖਿਆਲ ਇੰਨਾ ਸੀਰੀਅਸਲੀ ਨਹੀਂ ਲਿਆ ਗਿਆ, ਤਾਂ ਕਿ ਦੁਨੀਆ ਦੇ ਵਿੱਚ ਨੰਬਰ 1 ਤੇ ਡੈਥ ਰੇਟ ਔਰ ਡੈਥ ਜਿਹੜੀਆਂ ਅਮਰੀਕਾ ਦੀਆਂ, ਤੁਸੀਂ ਡਾਕਟਰ ਸਾਹਿਬ ਕੀ ਕਹੋਗੇ? ਨਹੀਂ, ਸਾਡੇ ਲਈ ਮੈਂ ਸਮਝਦਾ ਵੀ ਇਹ ਮੈਨੂੰ ਕਹਿਣਾ ਨਹੀਂ ਚਾਹੀਦਾ, ਪਰ ਇਹ ਸਾਡੇ ਲਈ ਸ਼ਰਮ ਦੀ ਗੱਲ ਹੈ ਕਿ ਅਮਰੀਕਾ ਵਰਗੀ ਐਡੀ ਸੁਪਰ ਪਾਵਰ ਹੋਵੇ, ਇੰਨੇ ਰਿਸੋਰਸਿਸ ਅਵੇਲੇਬਲ ਹੋਣ, ਇੰਨਾ ਅਮੀਰ ਦੇਸ਼ ਹੋਵੇ,
ਤੇ ਜਨਵਰੀ ਦੇ ਵਿੱਚ ਇਹ ਗੱਲ ਪਤਾ ਲੱਗਦੀ ਹੈ ਤੇ ਸਾਰੀ ਇੰਟੈਲੀਜੈਂਸ ਰਿਪੋਰਟਸ ਪ੍ਰੈਜ਼ੀਡੈਂਟ ਨੂੰ ਦੱਸੀਆਂ ਜਾਂਦੀਆਂ ਕਿ ਇਹ ਕਿੰਨੀ ਕੁ ਖਤਰਨਾਕ ਬਿਮਾਰੀ ਹੈ ਤੇ ਪ੍ਰੈਜ਼ੀਡੈਂਟ ਖੁਦ ਐਡਮਿਟ ਕਰਦੇ ਨੇ ਬੌਬ ਵੁੱਡਵਰਡ ਦੇ ਨਾਲ ਰਿਕਾਰਡਿੰਗਸ ਦੇ ਵਿੱਚ ਕਹਿ ਰਹੇ ਨੇ ਕਿ ਹਾਊ ਡੇਂਜਰਸ ਦਿਸ ਡਿਜ਼ੀਜ਼ ਇਜ਼ ਤੇ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਵੱਲੋਂ ਕੀ ਕਦਮ ਚੁੱਕੇ ਜਾਂਦੇ ਨੇ। ਜਦ ਕਿ ਜੇ ਅਸੀਂ ਕੰਪੇਅਰ ਕਰਕੇ ਦੇਖੀਏ ਸਾਊਥ ਕੋਰੀਆ ਤੇ ਅਮਰੀਕਾ ਦੇ ਵਿੱਚ ਵਾਇਰਸ ਸੇਮ ਡੇ ਤੇ ਐਂਟਰ ਹੁੰਦਾ ਹੈ। ਹਾਂਜੀ, ਜਨਵਰੀ ਦੇ ਮੇਰੇ ਖਿਆਲ 13 ਜਾਂ 14 ਜਾਂ 25 ਦੀ ਗੱਲ ਹੈ। ਔਰ ਕੋਰੀਆ ਦੇ ਵਿੱਚ ਹੁਣ ਤੱਕ 300 ਬੰਦੇ ਮਰੇ ਸਾਊਥ ਕੋਰੀਆ ਦੇ ਵਿੱਚ। ਇਹ ਕੰਪੇਅਰ ਕਰ ਲਿਆ, ਜੇ ਪੋਪੂਲੇਸ਼ਨ ਨੂੰ ਕੰਪੇਅਰ ਕਰ ਲਿਆ ਜਾਵੇ ਤੇ ਉਹਨਾਂ ਨੇ ਕਿਸ ਤਰ੍ਹਾਂ ਕੰਟਰੋਲ ਕੀਤਾ ਤੇ ਸਾਡੇ ਐਡਮਿਨਿਸਟ੍ਰੇਸ਼ਨ ਨੇ ਕਿੱਦਾਂ ਕੰਟਰੋਲ ਕੀਤਾ, ਗੱਲ ਸਾਰੀ ਸਾਫ਼ ਨਜ਼ਰ ਆ ਜਾਏਗੀ। ਵੀ ਸਾਨੂੰ ਤਾਂ ਐਜ਼ ਅ ਮੈਡੀਕਲ ਪ੍ਰੋਫੈਸ਼ਨਲ ਮੈਨੂੰ ਤਾਂ ਇਸ ਗੱਲ ਦੀ ਬੜੀ ਹੈਰਾਨੀ ਹੁੰਦੀ ਹੈ ਵੀ ਇੱਕ ਡਾਕਟਰਸ ਤੇ ਜਿਹੜੇ ਸਾਇੰਟਿਸਟ ਦੀ ਐਡਵਾਈਸ ਨੂੰ ਅਣਗੌਲਿਆਂ ਕਰਕੇ ਪ੍ਰਧਾਨ ਸਾਹਿਬ ਮਾਸਕ ਨੂੰ ਇੱਕ ਪੋਲੀਟੀਕਲ ਇਸ਼ੂ ਬਣਾਈ ਜਾ ਰਹੇ ਨੇ। ਔਰ ਜਿਹੜੀਆਂ ਰੈਲੀਜ਼ ਕਰ ਰਹੇ ਨੇ ਉਹਦੇ ਵਿੱਚ ਵੀ ਮਾਸਕ ਪਾਉਣ ਲਈ ਕੋਈ ਉਹਨਾਂ ਵੱਲੋਂ ਕੋਈ ਅਪੀਲ ਨਹੀਂ ਕੀਤੀ ਜਾਂਦੀ। ਕੋਈ ਮੈਨੇ ਬਾਰ-ਬਾਰ ਜਿਹੜੇ ਸਾਇੰਟਿਸਟ ਨੇ, ਜਿਹੜੇ ਡਾਕਟਰਸ ਨੇ, ਭਾਵੇਂ ਡਾਕਟਰ ਫਾਊਚੀ ਹੈ, ਭਾਵੇਂ ਜਿਹੜਾ CDC ਦਾ ਚੀਫ ਹੈ, ਜਾਂ ਹੁਣ ਡਾਕਟਰ ਬਰਕਸ ਦੀ ਅੱਜ ਸਟੇਟਮੈਂਟ ਆ ਗਈ ਹੈ, they are all saying the same thing ਕਿ ਜਿਸ ਤਰੀਕੇ ਨਾਲ ਇਸ ਡਿਜ਼ੀਜ਼ ਨੂੰ ਕੰਟਰੋਲ ਕੀਤਾ ਜਾਣਾ ਚਾਹੀਦਾ, ਉਹ ਜਿਹੜੇ ਪ੍ਰੀਕਾਸ਼ਨਸ ਨੇ ਉਹ ਗਵਰਨਮੈਂਟਲ ਲੈਵਲ ਦੇ ਉੱਤੇ ਜਿਹੜੇ ਕਦਮ ਚੁੱਕੇ ਜਾਣੇ ਚਾਹੀਦੇ ਸੀ ਕਿ ਉਹ ਨਹੀਂ ਚੁੱਕੇ ਗਏ। ਹੁਣ ਦੇਖੋ, ਜਿਹੜੀ ਗੱਲ ਆਮ ਤੌਰ ਤੇ ਪ੍ਰੈਜ਼ੀਡੈਂਟ ਕੋਲ ਸਭ ਤੋਂ ਵੱਡੀ ਪਾਵਰ ਹੁੰਦੀ ਹੈ ਵਾਰ ਟਾਈਮ ਪ੍ਰੋਡਕਸ਼ਨ ਦੀ। ਵਾਰ ਟਾਈਮ ਪ੍ਰੋਡਕਸ਼ਨ ਦੇ ਵਿੱਚ ਜੇ ਅੱਜ ਕਿੰਨੇ ਮਹੀਨੇ ਤਾਂ ਜਿਹੜੇ ਹੈਲਥ ਵਰਕਰਸ ਨੇ ਉਹਨਾਂ ਨੂੰ ਆਪਣੇ PPE ਜਿਹੜੀਆਂ ਪਰਸਨਲ ਪ੍ਰੋਟੈਕਸ਼ਨ ਇਕਵਿਪਮੈਂਟ ਸੀਗਾ ਉਹਨਾਂ ਨੂੰ ਬਾਰ-ਬਾਰ ਯੂਜ਼ ਕਰਨਾ ਪਿਆ। ਹੁਣ ਉਹ ਕਹਿੰਦੇ ਜੀ ਸਾਡੇ ਕੋਲ 60,000 ਅਸੀਂ ਦਿੱਤੇ ਨੇ ਜਿਹੜੇ ਵੈਂਟੀਲੇਟਰਸ, ਤੇ ਅਸੀਂ ਦੁਨੀਆ 'ਚ ਵੀ ਪਹੁੰਚਾਏ ਨੇ। ਵੈਂਟੀਲੇਟਰ ਸਾਡੇ ਸਟੇਟਾਂ ਦੇ ਵਿੱਚ ਤਾਂ ਪਹੁੰਚੇ ਨਹੀਂ ਹੈਗੇ, ਦੁਨੀਆ ਦੇ ਵਿੱਚ ਕਿੱਥੇ ਪਹੁੰਚ ਗਏ। ਸੋ ਜਿਹੜਾ ਪੁਆਇੰਟ ਹੈ ਵੀ ਜਿਹੜਾ ਖਾਸ ਕਰਕੇ ਮਾਸਕ ਸਭ ਤੋਂ ਵੱਡਾ ਟੂਲ ਹੈ ਅਗੇਂਸਟ ਦ ਸਪਰੈਡ ਆਫ ਕਰੋਨਾ ਵਾਇਰਸ, ਉਹ ਇੱਕ ਬੁਲੀ ਪੁਲਪਿਟ ਜਿਹੜਾ ਵਾਈਟ ਹਾਊਸ ਦਾ ਓਵਲ ਆਫਿਸ ਦਾ ਯੂਜ਼ ਕਰਕੇ ਲੋਕਾਂ ਨੂੰ ਇੱਕ ਮੈਸੇਜ ਦੇਣਾ, ਉਹਦੇ ਵਿੱਚ ਇਸ ਐਡਮਿਨਿਸਟ੍ਰੇਸ਼ਨ ਨੇ ਨਹੀਂ ਸਹੀ ਕਦਮ ਚੁੱਕਿਆ। ਔਰ ਉਹਦਾ ਅਸਰ ਅਸੀਂ ਦੇਖ ਰਹੇ ਹਾਂ ਕਿ ਇਹ ਸਾਡੇ ਸਾਰਿਆਂ ਲਈ ਇੱਕ ਬੜੀ ਹੈਰਾਨੀਜਨਕ ਗੱਲ ਹੈ ਕਿ 21st ਸੈਂਚੁਰੀ ਦੇ ਵਿੱਚ ਅਮਰੀਕਾ ਵਰਗੀ ਸੁਪਰ ਪਾਵਰ ਦੇ ਕੰਟਰੀ ਦੇ ਹੋਣ ਦੇ ਬਾਵਜੂਦ 1 ਲੱਖ ਬੰਦਾ ਰੋਜ਼ ਇਨਫੈਕਟਡ ਹੋ ਰਿਹਾ। ਕੈਨ ਯੂ ਇਮੇਜਿਨ? ਔਰ 9 ਮਿਲੀਅਨ ਲੋਕ ਇਸ ਵੇਲੇ ਇਨਫੈਕਟਡ ਹੋ ਚੁੱਕੇ ਨੇ ਤੇ ਜਿਨ੍ਹਾਂ ਵਿੱਚੋਂ 2,30,000 ਬੰਦਾ ਮਰ ਚੁੱਕਿਆ ਹੈ। ਦਿਸ ਇਜ਼ ਅਮੇਜ਼ਿੰਗ। ਆਈ ਮੀਨ ਦੇਖੋ, 9/11 ਹੋਇਆ, 9/11 ਦੇ ਨਾਲ ਸਾਰਾ ਅਮਰੀਕਾ ਇਕੱਠਾ ਹੋ ਗਿਆ। ਪਰਲ ਹਾਰਬਰ ਦਾ ਅਟੈਕ ਹੋਇਆ, ਸਾਰਾ ਅਮਰੀਕਾ ਇਕੱਠਾ ਹੋ ਗਿਆ। ਕੋਰੋਨਾ ਵਾਇਰਸ ਵਾਸ ਆਲਸੋ ਦ ਸਿਮਿਲਰ ਕਾਈਂਡ ਆਫ ਅਟੈਕ ਔਨ ਅਮਰੀਕਾ। ਸਾਨੂੰ ਇੱਕ ਡਿਜ਼ੀਜ਼ ਨੇ ਆ ਕੇ ਪਕੜਿਆ ਔਰ ਸਾਡੀ ਸਾਰੀ ਯੂਨਿਟੀ ਹੋਣੀ ਚਾਹੀਦੀ ਸੀ, ਸਾਡੇ ਸਾਰਿਆਂ ਦੇ ਵਿੱਚ ਇਕੱਠ ਹੋਣਾ ਚਾਹੀਦਾ ਸੀਗਾ ਕਿ ਅਸੀਂ ਇਸ ਚੀਜ਼ ਨੂੰ ਇਸ ਤਰ੍ਹਾਂ ਹੈਂਡਲ ਕੀਤਾ ਜਾਣਾ ਚਾਹੀਦਾ। ਔਰ ਡਿਸੀਜਨ ਮੇਕਿੰਗ ਡਾਕਟਰਸ ਦੇ ਰਾਹੀਂ ਹੋਣਾ ਚਾਹੀਦਾ ਸੀ, ਸਾਇੰਟਿਸਟ ਦੇ ਰਾਹੀਂ ਹੋਣਾ ਚਾਹੀਦਾ ਸੀ, ਨਾ ਕਿ ਇਹਨੂੰ ਪੋਲੀਟੀਕਲ ਬਣਾ ਕੇ। ਇਹ ਜਿਸ ਤਰ੍ਹਾਂ ਅਸੀਂ ਹੁਣ ਇਸ ਵੇਲੇ ਦੇਖ ਰਹੇ ਹਾਂ, ਲੋਕਡਾਊਨ ਖੁੱਲ੍ਹਣੇ ਚਾਹੀਦੇ ਨੇ, ਪਰ ਲੋਕਡਾਊਨ ਖੁੱਲ੍ਹਣ ਦੇ ਤੁਸੀਂ ਜਿਹੜੀਆਂ ਸਟੇਟਾਂ ਦੇ ਵਿੱਚ ਲੋਕਡਾਊਨ ਨਹੀਂ ਕੀਤੇ ਗਏ ਉਹਨਾਂ ਸਟੇਟਾਂ ਤੇ ਇਸ ਵੇਲੇ ਸਪਾਈਕ ਹੋ ਰਹੀ ਹੈ, ਸਾਰੇ ਪਾਸੇ ਬੁਰਾ ਹਾਲ ਹੈ। ਸੋ ਮੈਂ ਇਹੀ ਕਹਾਂਗਾ ਵੀ ਦਿਸ ਕੈਨੋਟ ਗੋ ਔਨ। ਦ ਸਾਇੰਟਿਸਟ ਐਂਡ ਦ ਲੀਡਰ, ਜਿਹੜੇ ਲੀਡਿੰਗ ਵੌਇਸਿਸ ਨੇ, NIH ਦ ਮੋਸਟ ਡਿਵੈਲਪਡ ਜਿਹੜੀ ਸਾਇੰਟਿਫਿਕ ਰਿਸਰਚ ਇੰਸਟੀਟਿਊਸ਼ਨ ਹੈ NIH ਦਾ, ਉਹਦਾ ਜਿਹੜਾ ਸਾਇੰਟਿਸਟ ਹੈ ਡਾਕਟਰ ਫਾਊਚੀ। CDC ਜਿਹੜੀ ਮੋਸਟ ਵੈਲ ਇਕੁਇਪਡ ਜਿਹੜੀ ਏਜੰਸੀ ਹੈ ਵਰਲਡ ਦੀ ਟੂ ਫਾਈਟ ਥੀਸ ਡਿਜ਼ੀਜ਼ਸ, ਉਹਦਾ ਚੀਫ ਜੋ ਕਹਿ ਰਿਹਾ ਉਹਦੀ ਗੱਲ ਨੂੰ ਅਣਗੌਲਿਆ ਕੀਤਾ ਜਾ ਰਿਹਾ। ਹੋਰ ਦੱਸੋ ਕਿੱਥੇ ਜਾਈਏ? ਜਸਦੀਪ ਜੀ, ਜਿਹੜੀ ਗੱਲ ਡਾਕਟਰ ਸਾਹਿਬ ਤੁਸੀਂ, ਆਈ ਨੋ ਯੂ ਵਾਂਟ ਟੂ ਸੇ ਸਮਥਿੰਗ, ਜਿਹੜੀ PPE ਦੀ ਜਿਹੜੀ ਗੱਲ ਹੈ, ਇਹ ਮੇਰੇ ਖਿਆਲ ਵਰਲਡ ਸ਼ਾਰਟੇਜ ਹੈ, ਇੱਥੇ UK ਦੇ ਵਿੱਚ ਵੀ ਬਹੁਤ ਵੱਡਾ ਇਹ ਇਸ਼ੂ ਰਿਹਾ। ਪਰ ਮੈਂ ਤੁਹਾਡੇ ਨਾਲ ਇੱਕ ਇਹ ਸਾਂਝੀ ਕਰਨੀ ਚਾਹੁੰਦਾ, ਜਦੋਂ ਅਸੀਂ ਨਿਊਜ਼ ਦੇ ਉੱਤੇ ਦੇਖਦੇ ਹਾਂ, ਟਰੰਪ ਸਾਹਿਬ ਜਿਹੜੇ ਆ ਨਾ ਉਹ ਮੌਕ ਕਰ ਰਹੇ ਨੇ, ਜਾਣੀ ਵੀ ਤੁਸੀਂ ਜੀ ਆਹ ਜੀ ਡਿਸਇਨਫੈਕਟੈਂਟ ਪੀ ਲਓ, ਤੁਸੀਂ ਆਹ ਪੀ ਲਓ, ਤੁਸੀਂ ਇਹੋ ਜਿਹੀ ਦਵਾਈਆਂ, ਕਿਉਂਕਿ ਦੈਟ ਇਜ਼ ਮੇਕਿੰਗ ਅ ਮੌਕਰੀ ਆਫ ਦਿਸ ਪੈਂਡੈਮਿਕ। ਇਹੋ ਜਿਹੀ ਜਿਹੜੀ ਇਸ਼ੂਜ਼ ਆਏ ਹੈਗੇ, ਤੁਸੀਂ ਇਹਦੇ ਬਾਰੇ ਦੱਸੋ। ਔਰ ਡਾਕਟਰ ਸਾਹਿਬ ਨੂੰ ਵੀ ਕਹਾਂਗਾ ਕਿ CNN ਵੇਖਣਾ ਬੰਦ ਕਰ ਦਿਓ, ਕਿਉਂਕਿ ਜਿਹੜੇ ਸਾਰੇ ਤੁਸੀਂ ਹੁਣ ਫੈਕਟਸ ਦਿੱਤੇ ਨੇ ਸਾਰੇ CNN ਦੀ ਫੇਕ ਨਿਊਜ਼ ਤੋਂ ਦਿੱਤੇ ਨੇ। ਆਈ ਐਮ ਆਲਸੋ ਇਨ ਹੈਲਥ ਕੇਅਰ, ਆਈ ਐਮ ਨਰਸਿੰਗ ਹੋਮ, ਇੱਥੇ ਮੇਰੇ ਗਰੁੱਪ ਹੋਮਸ ਨੇ, ਨਰਸਿੰਗ ਹੋਮਸ ਨੇ, ਔਰ ਜਿੰਨੀ ਸਟੇਟ ਨੇ ਔਰ ਜਿੰਨੀ ਫੈਡਰਲ ਗਵਰਨਮੈਂਟ ਨੇ ਇੱਥੇ ਹੈਲਪ ਪਹੁੰਚਾਈ ਹੈ ਸ਼ੁਰੂ ਵਿੱਚ, ਇਟਸ ਅਨਬਿਲੀਵੇਬਲ। CNN ਨਹੀਂ ਦੱਸੇਗਾ, ਇੱਥੇ ਦਾ ਫੇਕ ਮੀਡੀਆ ਨਹੀਂ ਦੱਸੇਗਾ। ਔਰ ਅਨਫੋਰਚੂਨੇਟਲੀ ਡਾਕਟਰ ਸਾਹਿਬ, ਤੁਸੀਂ ਮੇਰੇ ਖਿਆਲ CNN ਵੇਖਦੇ ਹੋ, ਯੂ ਆਰ ਜਸਟ ਰਿਪੀਟਿੰਗ ਵਾਟ ਦੇ ਆਰ ਸੇਇੰਗ। ਬਟ ਲੈਟ ਮੀ ਟੈਲ ਯੂ, ਜਿਹੜੇ ਤੁਸੀਂ
you are not comparing apple to oranges. You cannot compare South Korea ਨੂੰ ਤੁਸੀਂ ਅਮਰੀਕਾ ਦਾ ਨਹੀਂ ਕੰਪੇਅਰ ਕਰ ਸਕਦੇ। ਉਹ ਤੇ ਸਾਡੀ ਸਟੇਟ ਤੋਂ ਵੀ ਛੋਟਾ ਹੈ। ਮੈਰੀਲੈਂਡ ਇਜ਼ ਪ੍ਰੋਬਬਲੀ ਬਿਗਰ ਦੈਨ ਸਾਊਥ ਕੋਰੀਆ ਤੇ ਅਮਰੀਕਾ ਇਜ਼ ਯੂਰਪ, ਪੂਰਾ ਯੂਰਪ ਜਿੰਨਾ ਵੱਡਾ ਹੈ। ਐਂਡ ਅਦਰ ਥਿੰਗ ਇਜ਼ ਤੁਸੀਂ ਯੂਨਿਟੀ ਦੀ ਗੱਲ ਕੀਤੀ ਹੈ ਕਿ ਸਾਰੇ 9/11 ਯੂਨਾਈਟ ਹੋ ਗਏ ਸਨ, ਸਾਰੇ ਇਸ ਵਾਰੀ ਯੂਨਾਈਟ ਹੋ ਗਏ ਸਨ। ਜਦੋਂ ਕਰੋਨਾ ਆਇਆ, ਡੋਨਲਡ ਟਰੰਪ ਟੁਕ ਦ ਐਕਸ਼ਨ, he banned the China travel. ਉਹਨਾਂ ਨੇ ਸਭ ਤੋਂ ਪਹਿਲਾਂ ਕਿਹਾ ਵੀ ਚਾਈਨਾ ਤੋਂ ਆ ਰਿਹਾ। ਫੈਬਰੂਰੀ ਵਿੱਚ he banned China travel. And Joe Biden was the first one ਜਿਹਨੇ ਹੀ ਕੰਡੈਮ ਕੀਤਾ ਸੀ ਕਿ ਇਹ ਰੇਸਿਸਟ ਹੈ, ਇਹ ਚਾਈਨਾ ਨੂੰ ਕਿਉਂ ਬੰਦ ਕਰ ਰਿਹਾ ਹੈ, ਫੈਬਰੂਰੀ ਵਿੱਚ। ਉਸ ਤੋਂ ਬਾਅਦ ਤੁਹਾਡੇ CDC ਦੇ ਡਾਇਰੈਕਟਰ ਜਿਹੜੇ ਫੌਚੀ ਨੇ, ਡਾਕਟਰ ਫੌਚੀ, ਉਹਨਾਂ ਨੇ ਕਹਿਤਾ ਸੀ ਮਾਰਚ ਵਿੱਚ ਕਿ ਮਾਸਕ ਪਾਉਣ ਦੀ ਲੋੜ ਨਹੀਂ ਹੈ, ਮਾਸਕ will not help anything. ਜਿਸ ਤਰ੍ਹਾਂ ਮੈਂ ਪਹਿਲੇ ਵੀ ਕਿਹਾ ਹੈ, it was a unknown pandemic. ਦੁਨੀਆ ਨੂੰ ਪਤਾ ਹੀ ਨਹੀਂ ਸੀ। WHO ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਸੀ, they were giving all kind of ਸ਼ੁਰੂ ਵਿੱਚ ਸਟੇਟਮੈਂਟਸ ਦੇ ਰਹੇ ਸੀ। ਲੋਕਾਂ ਨੂੰ ਟਾਈਮ ਲੱਗਾ ਸਮਝਣ ਵਿੱਚ, ਔਰ ਜਿਸ ਤਰ੍ਹਾਂ ਟਾਈਮ ਲੱਗਦਾ ਗਿਆ, ਪਤਾ ਲੱਗ ਰਿਹਾ people are taking precautions on that. ਪ੍ਰੈਜ਼ੀਡੈਂਟ ਟਰੰਪ ਦੀ ਰੈਲੀਜ਼ ਵਿੱਚ ਮੈਂ ਕਿੰਨੀ ਵਾਰੀ ਗਿਆ, ਉਹਨਾਂ ਨੇ ਹਰ ਨੇ they give you every attendee a mask, every attendee is given a disinfectant to clean your hands, but ਇਹ ਤੁਹਾਨੂੰ CNN ਨਹੀਂ ਦੱਸੇਗਾ। ਤੁਸੀਂ ਰੈਲੀਜ਼ ਵੀ ਜਾਂਦੇ ਹੋ ਤਾਂ ਨਜ਼ਰ ਆਉਂਦਾ। ਔਰ ਇੱਥੇ ਤੱਕ ਪ੍ਰੈਜ਼ੀਡੈਂਟ ਟਰੰਪ ਜਿਹੜਾ ਹੈ, he is a president of a country, he cannot be down or make statements ਕਿ dark winter ਆ ਰਹੀ ਹੈ, ਸਾਰੇ ਘਰ ਪੈ ਜਾਓ ਔਰ ਲੋਕਾਂ ਨੂੰ ਡਰਾਏ। president is a cheerleader, he has to keep a positive thing going on. So the American people know that, they have seen it, that this corona thing is blown out of proportion politically. ਇਹਨਾਂ ਨੇ ਅੱਜ because of political reasons election ਆਈ ਹੋਏ ਨੇ, ਇਸ ਕਰਕੇ it's blown out of proportion. ਮੈਂ ਤੁਹਾਨੂੰ ਗਾਰੰਟੀ ਦੇਣਾ ਕਿ ਕੱਲ ਸਵੇਰੇ ਜਦ ਇਲੈਕਸ਼ਨ ਖਤਮ ਹੋ ਜਾਏਗੀ ਤੇ CNN ਨੇ ਜਿਹੜੀ ਨਾਲ ਉਹ ਕਲੌਕ ਰੱਖੀ ਹੋਈ ਨਾ, ਹਰ ਮਿੰਟ ਕਿੰਨੇ ਬੰਦੇ ਕਰੋਨਾ ਨਾਲ ਇਨਫੈਕਟਡ ਹੋ ਰਹੇ ਨੇ, ਕਿੰਨੇ ਮਾਰੇ ਨੇ, ਉਹ clock will be gone because this thing blown out of proportion now. People are tired of it. Yes, it's a serious issue. We take vaccine aa rahi hai, fast track. The president is working on that, and we are going to get a vaccination pretty soon. But to say that president ne kuch bhi nahi kita, he didn't do anything, that is utter lie. Because on a personal level, I am in this field. I've seen kind of aid and support that the federal government. ਦੇਖੋ UK ਦੇ ਵਿੱਚ ਦੇਖੋ ਹੁਣ ਆਹ ਵੀਰਵਾਰ ਜਿਹੜਾ ਆ ਰਿਹਾ, ਇਹਦੇ ਵਿੱਚ ਫਿਰ 4 ਹਫ਼ਤੇ ਦੇ ਲੋਕਡਾਊਨ ਹੋ ਰਿਹਾ, ਫੁੱਲ ਲੋਕਡਾਊਨ। ਜੇ ਇਸੇ ਕਰਕੇ ਕਿਉਂਕਿ ਸਾਡੇ ਇਸ ਵੇਲੇ 2000 ਤੋਂ ਜ਼ਿਆਦਾ ਡੇਲੀ ਕੇਸਿਸ ਜਿਹੜੇ ਉਹ ਰਜਿਸਟਰ ਹੋ ਰਹੇ ਨੇ, ਹਸਪੀਟਲ ਇਜ਼ ਓਵਰਵੈਲਮਡ। ਤੋ ਇਹ ਤਾਂ ਨਹੀਂ ਕਹਿ ਰਹੇ ਵੀ ਇਸ ਵੀ ਬਲੋਨ ਆਊਟ ਪ੍ਰੋਪੋਰਸ਼ਨ, ਇਟਸ ਅ ਰਿਐਲਿਟੀ। ਆਈ ਥਿੰਕ ਵੀ ਹੈਵ ਟੂ ਫੇਸ ਦ ਰਿਐਲਿਟੀ ਜਸਦੀਪ ਜੀ, ਕਿਉਂਕਿ ਚਲੋ ਠੀਕ ਹੈ ਪੋਲੀਟੀਕਲੀ ਪੁਆਇੰਟ ਜੋ ਵੀ ਕੋਈ ਵੀ ਬਣਾਈ ਜਾਵੇ, ਪਰ ਜੋ ਇਹ ਦੁਨੀਆ ਦੇ ਵਿੱਚ ਬਿਮਾਰੀ ਫੈਲੀ ਹੋਈ ਆ, ਇਹਦੀ ਹਲੇ ਕੋਈ ਵੈਕਸੀਨ ਨਹੀਂ ਲੱਭੀ, ਦਵਾਈ ਨਹੀਂ ਲੱਭੀ, ਤਾਂ ਕਿ ਨਹੀਂ ਜਦ ਤੱਕ ਲੱਭੀ ਉਨੀ ਦੇਰ ਇਹ ਚੱਲੀ ਜਾਣਾ ਹੈਗਾ। ਤੇ ਮੇਰਾ ਖਿਆਲ ਲੈਟ ਮੀ ਮੂਵ ਔਨ ਟੂ ਇਨਵਾਇਰਮੈਂਟ, ਤੇ ਜਿਹਦੇ ਵਿੱਚ ਵੀ ਟਰੰਪ ਸਾਹਿਬ ਨੇ ਜਾਂ ਬਾਕੀ ਦੀਆਂ ਜਿਹੜੀਆਂ ਪਾਰਟੀਆਂ ਹੈਗੀਆਂ, ਜਿਹੜਾ ਕਲਾਈਮੇਟ ਚੇਂਜ ਆ ਉਹਦੇ ਤੇ ਗੱਲ ਲਿਆ ਕੇ ਦਿੱਤੀ ਹੈਗੀ ਆ। ਤੇ ਮੇਰਾ ਖਿਆਲ ਸ਼ਾਇਦ ਡਾਕਟਰ ਸਾਹਿਬ ਤੁਸੀਂ ਇਹਦੇ ਤੇ ਕਾਫੀ, ਕਿਉਂਕਿ ਈਕੋ ਜਿਹੜੀ ਸੁਸਾਇਟੀ ਤੁਸੀਂ ਬਣਾਈ ਹੋਈ ਹੈ ਤੇ ਜਿਹਦੇ ਵਿੱਚ ਤੁਸੀਂ এনवायरमेंट ਦਾ ਕੰਮ ਕਰਦਾ, ਮੇਰਾ ਖਿਆਲ ਜੀ ਮਾਈ ਬੀ ਇਨਲਾਈਟਨ ਅਸ ਵੀ ਹਾਂ ਸਿੱਖੀ ਦੇ ਪਰਸਪੈਕਟਿਵ ਤੋਂ ਈਕੋ ਜਿਹੜੀ ਹੈਗੀ ਆ ਇਹਦੀ, ਤੇ ਬਾਕੀ ਜਿਹੜੀ ਵਰਲਡ ਵਾਈਡ এনवायरमेंट ਹੈਗੀ ਆ, ਮੈਂ ਜਸਦੀਪ ਜੀ ਹੋਰਾਂ ਨੂੰ ਫਿਰ ਬਾਅਦ ਦੇ ਵਿੱਚ ਪੁੱਛਦਾ ਕਿ ਜੇ ਮੇਰਾ ਖਿਆਲ ਪੋਲੀਟੀਕਲੀ ਇਸ਼ੂ ਵੀ ਹੈਗੇ ਆ, ਪਰ ਜਿਹੜਾ ਸਾਡਾ ਐਜ਼ ਏ ਹਿਊਮਨ ਬੀਇੰਗ ਜਿਹੜੀ ਸਾਡੀ ਪਰਸਨਲ ਤੌਰ ਤੇ ਸਾਡਾ ਬਿਹੇਵੀਅਰ ਹੈਗਾ এনवायरमेंट ਵੱਲ ਨੂੰ, ਉਹ ਕਿਹੋ ਜਿਹਾ ਹੋਣਾ ਚਾਹੀਦਾ ਡਾਕਟਰ ਸਾਹਿਬ? ਵੈਲ ਆਈ ਥਿੰਕ ਜਿਹੜਾ ਤੁਸੀਂ ਇਹ ਬੜਾ ਇੰਪੋਰਟੈਂਟ ਪੁਆਇੰਟ ਲਿਆਂਦਾ ਹੈਗਾ ਕਿ ਕਲਾਈਮੇਟ ਚੇਂਜ ਇਜ਼ ਅ ਮੇਜਰ ਥ੍ਰੈਟ ਇਸ ਵੇਲੇ। ਤੇ ਈਵਨ ਜਿਹੜੇ ਡਿਫੈਂਸ ਏਜੰਸੀਜ਼ ਨੇ, CIA ਹੈ, ਤੁਹਾਡੀ ਡਿਫੈਂਸ ਇੰਟੈਲੀਜੈਂਸ ਏਜੰਸੀ ਹੈ, ਨੈਸ਼ਨਲ ਸਿਕਿਉਰਿਟੀ ਏਜੰਸੀ ਹੈ, ਪੈਂਟਾਗਨ ਹੈ, ਸਾਰਿਆਂ ਨੇ ਇਹ ਕਿਹਾ ਕਿ ਕਲਾਈਮੇਟ ਚੇਂਜ ਇਜ਼ ਅ ਨੈਸ਼ਨਲ ਸਿਕਿਉਰਿਟੀ ਥ੍ਰੈਟ। ਅਮਰੀਕਾ ਤੇ ਇਹਨਾਂ ਨੇ ਤਾਂ ਕਿਉਂਕਿ ਆਪਣੇ ਕੰਟਰੀ ਦੀ ਗੱਲ ਕਰ ਰਹੀ ਹੈ, ਤੇ ਜੇ ਸਾਰੇ ਵਰਲਡ ਵਾਈਡ ਅਸੀਂ ਦੇਖੀਏ ਕਲਾਈਮੇਟ ਚੇਂਜ ਇਜ਼ ਅ ਬਿਗੇਸਟ ਚੈਲੰਜ ਇਸ ਵੇਲੇ ਸਾਰੀ ਦੁਨੀਆ ਨੂੰ ਫੇਸ ਕਰ ਰਹੇ। ਪਰ ਅਨਫੋਰਚੂਨੇਟਲੀ ਫਿਰ ਉੱਥੇ ਮੈਂ ਦੁਬਾਰਾ ਫਿਰ ਕਹਿਣਾ ਵੀ ਪ੍ਰੈਜ਼ੀਡੈਂਟ ਟਰੰਪ ਅਪ ਟੂ ਨਾਓ ਹੁਣ ਤੱਕ ਉਹ ਇਹਨੂੰ ਹੋਕਸ ਕਹੀ ਜਾ ਰਹੇ ਨੇ। ਹਾਂਜੀ, ਮੈਨੇ ਹੁਣ ਦੱਸੋ ਵੀ ਜਿਹੜਾ ਸਾਇੰਟਿਸਟ ਦੇ ਵਿੱਚ ਸਾਰਿਆਂ ਦੇ ਵਿੱਚ ਇਹ ਕਨਕਲੂਜਨ ਹੋ ਚੁੱਕਿਆ 100%, 99.9% ਜਿਹੜੇ ਸਾਇੰਟਿਸਟ ਇਹ ਕਹਿ ਰਹੇ ਨੇ ਕਿ ਜਿਹੜਾ ਕਲਾਈਮੇਟ ਚੇਂਜ ਹੈ ਇਟ ਇਜ਼ ਡਿਊ ਟੂ ਹਿਊਮਨ ਐਕਟੀਵਿਟੀ।
ਔਰ ਉਸ ਕਰਕੇ ਹੀ ਸਾਰੀ ਇਹ ਤਬਾਹੀ ਹੋ ਰਹੀ ਹੈ। ਅੱਜ ਇਸ ਵੇਲੇ ਅਮਰੀਕਾ ਦੇ ਵਿੱਚ ਕਿੰਨੇ ਮਿਲੀਅਨ ਏਕੜਸ ਇਸ ਵੇਲੇ ਅੱਗਾਂ ਲੱਗੀਆਂ ਹੋਈਆਂ ਨੇ। ਓਰੇਗਨ ਸਟੇਟ, ਤੁਹਾਡਾ ਵਾਸ਼ਿੰਗਟਨ ਸਟੇਟ, ਉਧਰ ਕੈਲੀਫੋਰਨੀਆ ਦਾ ਬੁਰਾ ਹਾਲ ਹੈ ਇਸ ਵੇਲੇ। ਹਾਂਜੀ, ਔਰ ਇਧਰਲੇ ਪਾਸੇ ਤੁਸੀਂ ਈਸਟਰਨ ਸਾਈਡ ਤੇ ਚਲੇ ਜਾਓ ਤੇ ਉੱਥੇ ਜਿਹੜੇ ਤੁਹਾਡੇ ਥੰਡਰ ਸਟਾਰਮਸ ਜਿਹੜੇ ਆ ਰਹੇ ਨੇ ਉਹਨਾਂ ਨੇ ਤਬਾਹੀ ਮਚਾਈ ਹੋਈ ਹੈ। ਥੱਲੇ ਗਲਫ ਸਟੇਟਸ, ਗਲਫ ਵਾਲੇ ਪਾਸੇ ਚਲੇ ਜਾਓ, ਉੱਥੇ ਬੁਰਾ ਹਾਲ ਹੋ ਰਿਹਾ ਸਾਰੀਆਂ ਸਟੇਟਾਂ ਦਾ। ਔਰ ਹਰ ਪਾਸੇ every summer is the hottest summer from the previous one। ਸੋ ਇਹ ਤਾਂ ਬਿਲਕੁਲ ਕਨਕਲੂਜਨ ਨਿਕਲ ਚੁੱਕਿਆ ਹੈ। ਈਵਨ ਇੱਥੋਂ ਦੀਆਂ ਸਾਰੀਆਂ ਇੰਟੈਲੀਜੈਂਸ ਏਜੰਸੀਜ਼ ਕਹਿ ਰਹੀਆਂ ਨੇ, ਜਾਂ ਤਾਂ ਸਾਰੇ ਝੂਠ ਬੋਲ ਰਹੇ ਨੇ, ਸਿਰਫ ਫੌਕਸ ਚੈਨਲ ਤੇ ਪ੍ਰੈਜ਼ੀਡੈਂਟ ਟਰੰਪ ਹੀ ਇੱਕ ਸੱਚੇ ਰਹਿ ਗਏ ਨੇ ਜਿਨ੍ਹਾਂ ਨੂੰ ਸੁਣ ਕੇ ਸਾਰੇ ਫੈਸਲੇ ਕੀਤੇ ਜਾਣੇ ਚਾਹੀਦੇ ਨੇ। ਮੈਨੂੰ ਹੋਰ ਸਾਰੀ ਦੁਨੀਆ ਝੂਠੀ ਹੋ ਗਈ ਹੈ। ਸੋ ਇਸ ਕਰਕੇ ਇਹ ਜਿਹੜਾ ਕਲਾਈਮੇਟ ਚੇਂਜ ਹੈ, ਇਟ ਇਜ਼ ਦ ਬਿਗੇਸਟ ਥ੍ਰੈਟ। ਤੇ ਜੇ ਪ੍ਰੈਜ਼ੀਡੈਂਟ ਇਸ ਪੱਖੋਂ ਜਾਗਰੂਕ ਹੋ ਕੇ ਸਾਇੰਟਿਸਟ ਦੀ ਗੱਲ ਮੰਨ ਕੇ ਪਾਲਿਸੀਜ਼ ਨਹੀਂ ਬਣਾਏਗਾ। ਹੁਣ ਮੈਨੂੰ ਤਾਂ ਇਸ ਗੱਲ ਦੀ ਵੀ ਹੈਰਾਨੀ ਹੁੰਦੀ ਹੈ ਕਿ ਜਿਹੜੇ ਤੁਹਾਡੇ ਇੰਗਲੈਂਡ ਦੇ ਕੰਜ਼ਰਵੇਟਿਵਸ ਨੇ, ਯੂਰਪੀਅਨ ਜਿਹੜੇ ਕੰਜ਼ਰਵੇਟਿਵਸ ਨੇ, ਉਹਨਾਂ ਦਾ ਤਾਂ ਅਮਰੀਕਾ ਦੇ ਕੰਜ਼ਰਵੇਟਿਵਸ ਦੇ ਵਿੱਚ ਵੀ ਜ਼ਮੀਨ ਅਸਮਾਨ ਦਾ ਫਰਕ ਹੈ। ਜਿਹੜੇ ਯੂਰਪੀਅਨ ਕੰਜ਼ਰਵੇਟਿਵਸ ਨੇ, ਦੇ ਆਰ ਅਗਰੀਡ ਕਿ ਕਲਾਈਮੇਟ ਚੇਂਜ ਇਜ਼ ਅ ਥ੍ਰੈਟ ਐਂਡ ਦੇ ਨੀਡ ਟੂ ਡੂ ਸਮਥਿੰਗ ਅਬਾਊਟ ਇਟ। ਪਰ ਅਮਰੀਕਾ ਦੇ ਜਿਹੜਾ ਕੰਜ਼ਰਵੇਟਿਵ ਆ ਔਖਾ ਮਿਚ ਕੇ ਬੈਠਾ ਕਿ ਨਹੀਂ ਜੀ ਇਹ ਤਾਂ ਕੁਝ ਹੋ ਹੀ ਨਹੀਂ ਰਿਹਾ। ਸੋ ਇਹ ਜਿਹੜੀ ਪਾਲਿਸੀ ਹੈ ਕਲਾਈਮੇਟ ਚੇਂਜ, ਮੈਨੂੰ ਇੱਕ ਗੱਲ ਮੈਂ ਜੈਸੀ ਜੀ ਨੂੰ ਦੱਸਣਾ ਚਾਹੁੰਦਾ ਕਿ ਇੱਕ ਗੱਲ ਦੀ ਮੈਨੂੰ ਖੁਸ਼ੀ ਹੋਈ ਹੈ ਕਿ ਪ੍ਰੈਜ਼ੀਡੈਂਟ ਟਰੰਪ ਨੇ ਅਖੀਰਲੇ ਦਿਨਾਂ ਦੇ ਵਿੱਚ ਜਾ ਕੇ ਵਰਲਡ ਇਕਨੋਮਿਕ ਫੋਰਮ ਦੇ ਉੱਤੇ ਜਾ ਕੇ ਉਹਨਾਂ ਨੇ 1 ਟ੍ਰਿਲੀਅਨ ਟਰੀਜ਼ ਲਗਾਉਣ ਦਾ ਜਿਹੜਾ ਇਹ ਇਨੀਸ਼ੀਏਟਿਵ ਲਾਂਚ ਹੋਇਆ, ਉਹਦੀ ਉਹਨਾਂ ਨੇ ਪੁਰਜੋਰ ਸਪੋਰਟ ਕੀਤੀ ਹੈ। ਉਹਨਾਂ ਨੇ ਕਹਿਣਾ ਜੀ ਮੇਰੇ ਐਡਮਿਨਿਸਟ੍ਰੇਸ਼ਨ ਵੱਲੋਂ ਇਸ ਦੀ ਸਪੋਰਟ ਕੀਤੀ ਜਾਏਗੀ। ਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਤੁਹਾਡੀ ਚੈਨਲ ਦੇ ਉੱਤੇ ਕਿ ਅਸੀਂ ਬਤੌਰ ਇਕੋ ਸਿੱਖ ਇਸ ਚੀਜ਼ ਦੀ ਸਪੋਰਟ ਕਰਾਂਗੇ। ਜੇ ਪ੍ਰੈਜ਼ੀਡੈਂਟ ਦੁਬਾਰਾ ਇਲੈਕਟ ਹੋ ਗਏ, ਵੀ ਵਿਲ ਬੀ ਪਾਰਟ ਆਫ ਦਿਸ ਇਨੀਸ਼ੀਏਟਿਵ ਐਂਡ ਵੀ ਹੈਵ ਬੀਨ ਇਨਵਾਈਟਡ। ਪਰ ਮੈਂ ਜਿਹੜਾ ਇਹ ਕਹਿਣਾ ਚਾਹੁੰਦਾ ਕਿ ਇਹ ਇੱਕ ਐਡਾ ਇੰਪੋਰਟੈਂਟ ਮੁੱਦਾ ਹੈਗਾ ਤੇ ਅਮਰੀਕਾ ਵਰਗੀ ਕੰਟਰੀ ਦਾ ਜਿਹੜਾ ਲੀਡਰ ਹੈ, ਜੇ ਇਹਨੂੰ ਲੀਡ ਨਹੀਂ ਕਰੇਗਾ ਤੇ ਨਾ ਇੰਡੀਆ ਨੇ ਗੱਲ ਸੁਣਨੀ ਹੈ, ਨਾ ਚਾਈਨਾ ਨੇ ਗੱਲ ਸੁਣਨੀ ਹੈ, ਨਾ ਰਸ਼ੀਆ ਨੇ ਗੱਲ ਸੁਣਨੀ ਹੈ। ਸੋ ਉਸ ਦੇ ਵਿੱਚ ਵੀ ਲੀਡਿੰਗ ਰੋਲ ਅਮਰੀਕਾ ਨੂੰ ਲੈਣਾ ਪੈਣਾ। ਤੇ ਜੇ ਅਮਰੀਕਨ ਪ੍ਰੈਜ਼ੀਡੈਂਟ ਨਹੀਂ ਇਸ ਗੱਲ ਦੇ ਬਾਰੇ ਕਲੈਰਿਟੀ ਹੋਏਗੀ ਉਹਦੇ ਵਿੱਚ, ਜੇ ਉਹ ਇਸ ਚੀਜ਼ ਨੂੰ ਨਹੀਂ ਮੇਨ ਮੁੱਦਾ ਬਣਾ ਕੇ ਚੱਲੇਗਾ। ਹੁਣ ਕੈਨੇਡੀਅਨ ਇਲੈਕਸ਼ਨਸ ਵੀ ਇਸ ਵੇਲੇ ਕਲਾਈਮੇਟ ਚੇਂਜ ਦੇ ਇਸ਼ੂਜ਼ ਦੇ ਉੱਤੇ ਲੜੀਆਂ ਜਾ ਰਹੀਆਂ। ਹਰ ਦੇਸ਼ ਦੇ ਵਿੱਚ ਇਹ ਪੋਲੀਟੀਕਲ ਮੁੱਦਾ ਬਣਦਾ ਜਾ ਰਿਹਾ। ਆਸਟ੍ਰੇਲੀਆ 'ਚ ਚਲੇ ਜਾਓ। ਹਾਂਜੀ, ਸੋ ਇਸ ਕਰਕੇ ਅਮਰੀਕਾ ਹੈਜ਼ ਟੂ ਕਮ ਐਂਡ ਲੀਡ ਦਿਸ ਇਸ਼ੂ in a very forceful manner, and I hope President elect ਜੇ Trump elect ਹੁੰਦੇ ਨੇ, he has given a verbal consent ਕਿ ਮੈਂ 1 ਟ੍ਰਿਲੀਅਨ ਟਰੀ ਲਗਾਉਣ ਲਈ ਆਪਣੇ ਸਾਰੇ ਰਿਸੋਰਸਸ ਅਵੇਲੇਬਲ ਕਰਾਂਗਾ। ਸੋ ਲੈਟਸ ਸੀ what happens। ਜਸਦੀਪ ਜੀ, ਬਿਫੋਰ ਯੂ ਕਮ ਇਨ, ਮੈਂ ਕਿਉਂਕਿ ਤੁਸੀਂ ਦੋਵੇਂ ਜਣੇ ਇੱਕ ਸਿੱਖੀ ਦੀ ਗੱਲ ਕਰ ਰਹੇ, ਕਿਉਂਕਿ ਉਹਨਾਂ ਨੇ ਈਕੋ ਦੀ ਸਿੱਖ ਦੀ ਗੱਲ ਕੀਤੀ ਆ, ਔਰ ਤੁਸੀਂ ਵੀ ਜਿਹੜਾ ਤੁਹਾਡਾ ਏਜੰਡਾ ਹੈਗਾ, ਭਾਵੇਂ ਤੁਸੀਂ ਟਰੰਪ ਨੂੰ ਸਪੋਰਟ ਕਰ ਰਹੇ, ਸਿੱਖ ਇਸ਼ੂਜ਼ ਦੇ ਉੱਤੇ ਕਰ ਰਹੇ। ਜਦੋਂ ਅਸੀਂ ਗੱਲ ਕਰਦੇ ਹਾਂ, ਸਾਡੀ ਗੁਰਬਾਣੀ ਕਹਿੰਦੀ ਆ ਪਵਨ ਗੁਰੂ, ਪਾਣੀ ਪਿਤਾ, ਮਾਤਾ, ਧਰਤ ਮਹਾਤਮਾ। ਇਹਦੇ ਨਾਲੋਂ ਵੱਡੀ এনवायरमेंटल ਸਟੇਟਮੈਂਟ ਕਿਹੜੀ ਹੋ ਸਕਦੀ ਹੈ? ਹਾਂਜੀ ਜਸਦੀਪ ਜੀ। ਬਿਲਕੁਲ, ਮੈਂ ਡਾਕਟਰ ਰਾਜਵੰਤ ਜੀ ਨਾਲ ਪੂਰਾ ਇਹਨਾਂ ਦਾ ਆਲਵੇਜ਼ ਸਪੋਰਟ ਹੈ। ਇਹਨਾਂ ਦੇ ਜਿਹੜਾ ਈਕੋ ਗ੍ਰੀਨ ਦਾ ਜਿਹੜਾ ਇਹਨਾਂ ਨੇ ਬੇੜਾ ਚੁੱਕਿਆ, ਬਹੁਤ ਹੀ ਇਟਸ ਵੈਰੀ ਕਮੈਂਡੇਬਲ ਜੋ ਇਹ ਕਰ ਰਹੇ ਨੇ ਇੰਡੀਆ ਵਿੱਚ, ਹੋਰ ਦੁਨੀਆ ਵਿੱਚ। ਔਰ ਐਂਡ ਆਈ ਥਿੰਕ ਪ੍ਰੈਜ਼ੀਡੈਂਟ ਟਰੰਪ ਇਜ਼, ਜਿਨ੍ਹਾਂ ਇਹਨਾਂ ਨੇ ਆਪ ਹੀ ਕਿਹਾ, ਉਹ ਵੀ ਦੀ ਸਪੋਰਟ ਵਿੱਚ ਨੇ। ਪਰ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਿ ਜਿਹੜੀ ਬਿਮਾਰੀ ਦੀ ਇਹ ਨਾ ਹੋਏ ਕਿ ਦਵਾਈ ਜਿਹੜੀ ਆਏ ਉਹ ਬਿਮਾਰੀ ਤੋਂ ਵੀ ਖਤਰਨਾਕ ਹੋਏ। ਸੋ ਜਿਹੜੇ ਵੀ ਹੈਵ ਟੂ ਕੀਪ ਅ ਬੈਲੈਂਸ ਵੈਨ ਇਟ ਕਮਸ ਟੂ এনवायरमेंट। ਅਮਰੀਕਾ ਦੀ ਅੱਜ ਜਿਹੜੀ ਏਅਰ, ਪਾਣੀ ਹੈ, ਹਵਾ ਹੈ, ਉਹ ਇਸ ਤੋਂ ਕਲੀਨ ਕਦੀ ਹੋਇਆ ਹੀ ਨਹੀਂ ਪਿਛਲੇ 50 ਸਾਲ 'ਚ। ਇਹ EPA ਦੀ ਰਿਪੋਰਟਸ ਨੇ। ਪਰ ਇੰਨਾ ਵੀ ਟਾਈਟਨਿੰਗ ਨਾ ਕਰਦੀ ਕਿ ਨਾ ਸਾਡੀਆਂ ਫੈਕਟਰੀਆਂ ਚੱਲਣ, ਨਾ ਸਾਡੇ ਲੋਕਾਂ ਦੀਆਂ ਜੌਬਾਂ ਚਲੀਆਂ ਜਾਣ, ਔਰ ਇਕਨੋਮੀ ਵੀ ਇੰਨੀ ਚਲੀ ਜਾਏ ਕਿ ਲੋਕ ਬਿਲਕੁਲ ਹੀ देयर हैज टू बी अ बैलेंस। ਔਰ ਅਮਰੀਕਾ ਨੇ ਆਪਣੇ ਇੱਥੇ ਸਾਰੇ ਬੈਲੈਂਸ ਕੀਤੇ ਹੋਏ ਨੇ এনवायरमेंटल ਕੰਟਰੋਲ ਵਾਸਤੇ। ਬਟ ਪ੍ਰੋਬਲਮ ਇਹ ਕਿ ਜਦ ਅਮਰੀਕਾ ਕਰ ਰਿਹਾ ਪਰ ਦੁਨੀਆ ਬਾਕੀ ਨਹੀਂ ਕਰ ਰਹੀ, ਅੱਜ ਇੰਡੀਆ ਜਾਂ ਚਾਈਨਾ ਜਾਂ ਰਸ਼ੀਆ ਨਹੀਂ ਕਰ ਰਹੇ, ਤੇ ਉਹ ਸਾਡਾ ਟ੍ਰੇਡ ਇੱਥੇ ਲੋਕਾਂ ਦੇ ਉੱਪਰ ਡਾਇਰੈਕਟ ਇਫੈਕਟ ਪੈ ਰਿਹਾ। ਆਲ ਦੇ ਜਿਹੜੀ ਸਾਡੀ ਇੰਡਸਟਰੀਜ਼ ਨੇ, ਇੱਥੇ ਨਵੀਆਂ ਫੈਕਟਰੀਆਂ ਨਹੀਂ ਲੱਗ ਸਕਦੀਆਂ ਕਿਉਂਕਿ ਇੰਨੇ ਸਟ੍ਰਿੰਜੈਂਟ ਰੂਲ ਲਾ ਦਿੱਤੇ ਗਏ ਨੇ ਕਿ ਇੱਥੇ ਕੁਝ ਹੋ ਹੀ ਨਹੀਂ ਸਕਦਾ। ਔਰ ਸਾਰੀ ਚੀਜ਼ਾਂ ਹੁਣ ਚਾਈਨਾ, ਇੰਡੀਆ ਉੱਧਰ ਜਾ ਰਹੀਆਂ ਨੇ ਕਿਉਂਕਿ ਉੱਥੇ ਕੋਈ ਰੂਲਸ ਹੀ ਨਹੀਂ ਨੇ। ਸੋ ਪ੍ਰੈਜ਼ੀਡੈਂਟ ਟਰੰਪ ਨੇ ਇੱਕ ਪੌਜ਼ ਕੀਤਾ ਹੋਇਆ ਹੈ ਕਿ ਬਾਕੀ ਕੰਟਰੀਜ਼ ਦੇ ਉੱਪਰ ਵੀ ਪ੍ਰੈਸ਼ਰ ਪਾਇਆ ਜਾਏ ਤਾਂ ਕਿ ਉਹ ਇਹਦੇ ਉੱਪਰ ਆਣ ਔਰ ਆ ਕੇ when they comply, America will be there. But it is a strategy going on. Nobody is saying President Trump always goes in extremes. We all know. Or he has the art of deal. He's a good negotiator. So he goes to one extreme and then he comes in the middle. And this is who he is. And people love that. He's not a politician. He has a business background.
ਤੇ ਮੈਂ ਇਹੀ ਕਹਿਣਾ ਚਾਹੁੰਦਾ, ਆਈ ਐਗਰੀ, এনवायरमेंट ਇਜ਼ ਅ ਵੈਰੀ ਇੰਪੋਰਟੈਂਟ ਥਿੰਗ, ਸਾਡੇ ਬੱਚਿਆਂ ਲਈ, ਸਾਡੇ ਫਿਊਚਰ ਲਈ ਬਹੁਤ ਜ਼ਰੂਰੀ ਹੈ, ਬਟ देयर हैज टू बी अ बैलेंस। ਹਾਂ ਨਹੀਂ, ਯੂ ਆਰ ਐਬਸੋਲੂਟਲੀ ਰਾਈਟ। ਜਿਹੜੀ ਅਮਰੀਕਾ ਦੀ 에ਅਰ ਹੈਗੀ ਆ ਉਹਦੇ ਤੇ ਜਿਹੜੀ ਰਿਪੋਰਟ ਹੈ ਦੈਟਸ ਕਰੈਕਟ ਵੀ ਉੱਥੇ ਦੀ ਕਾਫੀ ਕਲੀਨ ਹੈਗੀ, ਪਰ ਵਾਟਰ ਇਜ਼ਨਟ। ਹਾਂਜੀ, ਯੂ ਵਾਂਟ ਟੂ ਸੇ ਐਨੀਥਿੰਗ ਫਰਦਰ ਆਪਣੇ ਡਾਕਟਰ ਸਾਹਿਬ? ਨਹੀਂ, ਮੈਂ ਤਾਂ ਇਹ ਕਹਾਂਗਾ ਕਿ ਜੀ ਜਿਹੜਾ ਸਾਡਾ ਧਰਮ ਹੈ ਉਹ ਗੁਰੂ ਨਾਨਕ ਸਾਹਿਬ ਤੋਂ ਜੋ ਸਾਨੂੰ ਸਿੱਖਿਆ ਦਿੱਤੀ ਗਈ ਹੈ, ਤੇ ਮੈਂ ਤਾਂ ਇਸ ਚੀਜ਼ ਨੂੰ ਸਮਝਦਾ ਕਿ ਸਾਡਾ ਮੀਰੀ ਪੀਰੀ ਦਾ ਕਨਸੈਪਟ ਵੀ ਇਹੀ ਹੈ ਕਿ ਅਸੀਂ ਆਪਣਾ ਥਿਓਕ੍ਰੈਟਿਕ ਸਟੇਟ ਨਹੀਂ ਕਿਸੇ ਤੇ ਲਾਗੂ ਕਰਦੇ, ਅਸੀਂ ਆਪਣੀਆਂ ਵੈਲਿਊਜ਼ ਕਿਸੇ ਤੇ ਥੋਪਦੇ ਨਹੀਂ ਹੈਗੇ। ਪਰ ਸਾਡੀ ਇਹ ਜ਼ਰੂਰ ਇੱਛਾ ਹੁੰਦੀ ਹੈ, ਇੱਛਾ ਹੋਣੀ ਚਾਹੀਦੀ ਹੈ ਕਿ ਜਿਹੜੇ ਵੀ ਰਾਜੇ ਹੋਣ, ਜਿਹੜੇ ਵੀ ਰੂਲਿੰਗ ਕਲਾਸ ਹੋਵੇ, ਉਹ ਕਿਸੇ ਵੈਲਿਊਜ਼ ਦੇ ਅਧੀਨ ਹੋਵੇ, ਉਹਦੇ ਵਿੱਚ ਹਿਊਮਨ ਵੈਲਿਊਜ਼ ਹੋਣੀਆਂ ਬੜੀਆਂ ਜ਼ਰੂਰੀ ਨੇ। ਹਾਂਜੀ, ਜਿਹੜਾ ਅੰਡਰ ਪ੍ਰਿਵਿਲੇਜ ਤਬਕਾ ਹੈਗਾ, ਜਿਹੜਾ ਗਰੀਬ ਤਬਕਾ ਹੈ, ਨਾਨਕ ਨੀਚਾਂ ਦਾ ਨੀਚ ਜਾ ਨੀਚੀ ਹੂੰ ਅਤ ਨੀਚ, ਸੋ ਹਰ ਪੱਖੋਂ ਜਿਹੜਾ ਸਮਾਜ ਦਾ ਜਿਹੜਾ ਸਾਰਾ ਆਦਾਨ ਪ੍ਰਦਾਨ ਹੈ ਉਹਦੇ ਵਿੱਚ ਨੇਚਰ ਨੂੰ ਵੀ ਮੁੱਖ ਰੱਖਣਾ, ਕਿਉਂਕਿ ਉਹ ਸਾਡੇ ਸਾਰਿਆਂ ਦਾ ਆਧਾਰ ਹੈ, ਤੇ ਜਿਹੜੇ ਗਰੀਬ ਹੈ ਉਹਦੀ ਬਾਹ ਫੜਨੀ। ਇਹ ਦੋ ਚੀਜ਼ਾਂ ਸਾਡੇ ਲਈ, ਹਰ ਸਿੱਖ ਦੇ ਲਈ ਇਹ ਮੁੱਦੇ ਹੋਣੇ ਚਾਹੀਦੇ ਨੇ। ਬਾਕੀ ਜਿਹੜੀਆਂ ਇਕਨੋਮਿਕਸ ਹੈ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ, ਉਹਦੇ ਵਿੱਚ ਫ੍ਰੀ ਮਾਰਕੀਟ ਹੋਣੀ ਚਾਹੀਦੀ ਹੈ, ਉਹ ਸਾਰੇ ਸਿੱਖ ਇਸ ਚੀਜ਼ ਬਿਲੀਵ ਕਰਦੇ ਨੇ। ਵੀ no Sikh believes in government running the whole show. There has to be a balance between making sure ਕਿ ਜਿਹੜੇ ਅੰਡਰ ਪ੍ਰਿਵਿਲੇਜ ਕਲਾਸ ਹੈ ਉਹ ਇਗਨੋਰਡ ਨਾ ਹੋਵੇ, ਪਰ ਦੂਜਿਆਂ ਨੂੰ ਮੌਕਾ ਵੀ ਮਿਲੇ, ਸਾਰਿਆਂ ਨੂੰ ਆਪਣਾ। ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਸੀ ਵੀ ਜਿਹੜਾ ਬਾਈਡਨ ਪਲਾਨ ਹੈਗਾ ਉਹਦੇ ਵਿੱਚ ਜਿਹੜੀਆਂ ਗ੍ਰੀਨ ਜੌਬਸ ਨੇ, ਜਿਹੜੀਆਂ ਖਾਸ ਕਰਕੇ ਇਸ ਵੇਲੇ ਟੈਕਨੋਲੋਜੀਕਲ ਜਿਹੜੀ ਐਡਵਾਂਸਮੈਂਟ ਹੋ ਸਕਦੀ ਹੈ, ਕੀਤੀ ਜਾਣੀ ਚਾਹੀਦੀ ਹੈ। ਅਮਰੀਕਨ ਜਿਹੜੀ ਸਾਰੀ ਇੱਥੋਂ ਦੀ ਜਿਹੜੀ ਇੰਡਸਟਰੀਅਲ ਕੰਪਲੈਕਸ ਹੈਗਾ, ਹੁਣ ਦੇਖੋ ਸਿਲਿਕਨ ਵੈਲੀ ਦੇ ਵਿੱਚ ਹੀ ਕਿੰਨੀਆਂ ਜਿਹੜੀਆਂ ਇਨੋਵੇਟਿਵ ਜਿਹੜੇ ਪਲਾਨਸ ਆਏ ਨੇ ਕਿ ਕਿਸ ਤਰ੍ਹਾਂ ਕਲਾਈਮੇਟ ਚੇਂਜ ਨੂੰ ਫਾਈਟ ਕਰਨਾ। ਜੇ ਇਹੀ ਐਡਮਿਨਿਸਟ੍ਰੇਸ਼ਨ ਇਹਨੂੰ ਅਡਾਪਟ ਕਰਕੇ ਇਸ ਨੂੰ ਅੱਗੇ ਚਲਾਵੇ, ਤੇ ਕਿੰਨੀਆਂ ਹੀ ਮਿਲੀਅਨਸ ਆਫ ਜੌਬਸ ਕੈਨ ਬੀ ਕ੍ਰੀਏਟਡ ਬੇਸਡ ਔਨ ਕਲੀਨ ਟੈਕਨੋਲੋਜੀ, ਗ੍ਰੀਨ ਟੈਕਨੋਲੋਜੀ। ਤੇ ਫਿਊਚਰ ਜਿਹੜਾ ਹੈਗਾ ਉਹ ਆਇਲ ਪ੍ਰੋਡਕਸ਼ਨ ਨਹੀਂ ਹੈਗਾ। ਤੇ ਹੁਣ ਉਹ ਬਾਰ-ਬਾਰ ਜੀ ਨਹੀਂ ਜੀ ਅਸੀਂ ਮਾਈਨਸ ਵੀ ਖੋਦਣੀ ਆ ਜੀ, ਮਾਈਨਸ ਦਾ ਇਸ਼ੂ ਬਣਾਈ ਜਾ ਰਹੇ ਨੇ। ਮਾਈਨਸ is a past. It's no longer going to be, coal energy is not going to be the main thing which will make the world go. So ਇਸ ਕਰਕੇ ਇਹ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਨੋਵੇਟਿਵ ਢੰਗ ਦੇ ਨਾਲ ਜੌਬਸ ਨੂੰ ਦੂਜੇ ਪਾਸੇ ਲੈ ਕੇ ਜਾਣਾ, ਤਾਂ ਕਿ ਜਿਹੜਾ ਇਕਨੋਮੀ ਨੂੰ ਵੀ ਕੰਪਰੋਮਾਈਜ਼ ਨਹੀਂ ਹੋਵੇ ਕੀਤਾ ਜਾਵੇ, ਜੌਬਸ ਵੀ ਕ੍ਰੀਏਟ ਕੀਤੀਆਂ ਜਾਣ, ਤੇ ਕਲਾਈਮੇਟ ਚੇਂਜ ਨੂੰ ਵੀ ਫਾਈਟ ਕੀਤਾ ਜਾਵੇ। ਇਟ ਕੈਨ ਬੀ ਡਨ ਆਲ ਇਨ ਅ ਬੈਲੈਂਸਡ ਮੈਨਰ। ਮੇਰਾ ਤਾਂ ਇਹੀ ਪੁਆਇੰਟ ਹੈ। ਹਾਂਜੀ ਜਸਦੀਪ ਜੀ, ਜੇ ਇਹਦੇ ਚ ਕੋਈ ਐਡ ਕਰਨਾ ਤਾਂ ਤੁਸੀਂ ਕਰ ਲਓ। ਮੈਂ ਇਕਨੋਮੀ ਵੱਲ ਨੈਕਸਟ ਕੁਐਸਚਨ ਮੇਰਾ ਆ ਰਿਹਾ ਹੈਗਾ। ਮੈਂ ਡਾਕਟਰ ਸਾਹਿਬ ਨੂੰ ਨਹੀਂ ਕਹਿਣਾ ਚਾਹਾਂਗਾ ਕਿ ਇਹ ਬੜਾ ਕਾਫੀ ਟੇਬਲ ਤੇ ਬਹਿ ਕੇ ਜਾਂ ਟੀਵੀ ਤੇ ਡਿਸਕਸ ਕਰਨਾ ਬੜਾ ਚੰਗਾ ਲੱਗਦਾ ਹੈ ਕਿ ਆਇਲ ਇਜ਼ ਫਿਊਚਰ ਨਹੀਂ ਹੈ। ਤੁਸੀਂ ਪੈਂਸਿਲਵੇਨੀਆ ਵਿੱਚ ਜਾ ਕੇ ਉਹ ਮਿਲੀਅਨਸ ਆਫ ਵੋਟਰਸ ਨੂੰ ਪੁੱਛੋ ਜਿਨ੍ਹਾਂ ਦੀ ਰੋਜ਼ ਦੀ ਰੋਟੀ ਆਂਦੀ ਹੈ ਆਇਲ ਜਾਂ ਫ੍ਰੈਕਿੰਗ ਤੋਂ ਜਾਂ ਕੋਲ ਮਾਈਨਿੰਗ ਤੋਂ, ਤੇ ਜਿਨ੍ਹਾਂ ਨੂੰ ਬਾਈਡਨ ਸਾਹਿਬ ਕਹਿੰਦੇ ਤੁਸੀਂ ਗਏ, ਉਹਨਾਂ ਨੂੰ ਕੀ ਤੁਸੀਂ ਜਵਾਬ ਦਿਓਗੇ? ਇਹ এনवायरमेंटल ਫ੍ਰੈਂਡਲੀ ਵਿੱਚ ਇਹ ਚੰਗਾ ਲੱਗਦਾ ਹੈ ਕਿ ਅਸੀਂ ਇਹਨੂੰ ਫ੍ਰੈਕਿੰਗ ਨੂੰ ਕਰੀਏ, ਬਟ ਇਟਸ ਮੋਰ এনवायरमेंटल ਫ੍ਰੈਂਡਲੀ। ਪਾਈਪਲਾਈਨ ਜਿਹੜੀ ਪਾਈ ਆਇਲ ਦੀ ਹੈ, ਡਿਗਿੰਗ ਅੱਜਕੱਲ এনवायरमेंट ਨੂੰ ਨਹੀਂ ਅਫੈਕਟ ਕਰ ਰਹੀ, ਬਟ ਜਸਟ ਟੂ ਮੇਕ ਇਟ ਅ ਪੋਲੀਟੀਕਲ ਇਸ਼ੂ। ਜਾਂ ਓਹਾਈਓ ਵਿੱਚ ਜਾਂ ਜਿਹੜੀ ਸਾਡੀ ਰਸਟਿਕ ਬੈਲਟ ਹੈ, ਜਿੱਥੇ ਕਿ ਫੈਕਟਰੀਆਂ ਬੰਦ ਹੋ ਚੁੱਕੀਆਂ ਨੇ, ਜਿੱਥੇ ਕਿ ਬਾਈਡਨ ਓਬਾਮਾ ਦੇ ਇਕਨੋਮਿਕ ਕਰਕੇ ਹਰ ਫੈਕਟਰੀ ਵਾਸ ਅਮਰੀਕਾ ਤੋਂ ਬਾਹਰ ਭੇਜ ਦਿੱਤੀ ਗਈ ਸੀ, ਉਹਨਾਂ ਨੂੰ ਅੱਜ ਤੁਸੀਂ ਇਹ ਕਹੋਗੇ ਕਿ ਇੱਥੇ ਜੀ ਫਿਊਚਰ ਹੈ ਹੀ ਨਹੀਂ ਤੁਹਾਡਾ, ਮਿਲੀਅਨਸ ਜਿਹੜੇ ਉਹ ਤੁਸੀਂ ਚਲੇ ਜਾਓ। this is why ਪ੍ਰੈਜ਼ੀਡੈਂਟ ਟਰੰਪ ਅੱਜ ਵਿਨ ਕਰਨਗੇ। he's going to win Pennsylvania, he's going to win Ohio. he thinks about the people. ਔਰ ਦੂਜੀ ਗੱਲ ਮੈਂ ਇਹ ਕਹਿਣਾ ਚਾਹਾਂਗਾ ਸਰ ਕਿ ਸਿੱਖੀ ਵਿੱਚ ਬਿਲਕੁਲ ਅਸੀਂ ਗਰੀਬਾਂ ਦੀ ਮਦਦ ਲਈ ਤਿਆਰ ਹਾਂ, ਅਸੀਂ ਮਜ਼ਲੂਮਾਂ ਦੀ ਮਦਦ ਲਈ ਤਿਆਰ ਹਾਂ, ਪਰ ਜਿਹੜਾ ਬਾਈਡਨ ਦੀ ਇਕਨੋਮਿਕ ਪਲਾਨ ਹੈ ਉਹ ਉਹਨਾਂ ਨੂੰ ਮੈਨੀਪੂਲੇਟ ਕਰਦਾ ਹੈ। ਜਿਹੜਾ ਗਰੀਬ ਹੈ, ਜਿਹੜਾ ਥੱਲੇ, ਉਹਨੂੰ ਥੱਲੇ ਹੀ ਰੱਖਿਆ ਜਾਏ ਸਾਰੀ ਜ਼ਿੰਦਗੀ, ਉਹਨੂੰ ਬਸ ਰੋਟੀ ਪਕੜਾਤੀ ਜਾਏ, ਉਹਨੂੰ ਕਦੀ ਵੀ ਆਪ ਖੇਤੀ ਕਰਨਾ ਨਾ ਸਿਖਾਇਆ ਜਾਏ ਕਿ ਤੁਸੀਂ ਆਪ ਆਪਣੀ ਰੋਟੀ ਕਮਾ ਸਕਦੇ ਹੋ। ਉਹਨਾਂ ਨੂੰ ਨੈਕਸਟ ਪੁਆਇੰਟ ਮੇਰਾ ਇਕਨੋਮਿਕ ਦੀ ਗੱਲ ਸੀਗੀ, ਉਹ ਤੇ ਤੁਸੀਂ ਟੱਚ ਕਰ ਦਿੱਤਾ ਹੈਗਾ ਇਕਨੋਮਿਕ ਵੱਲ। ਮੈਂ ਉਹੀ ਮੇਰਾ ਨੈਕਸਟ ਪੁਆਇੰਟ ਸੀਗਾ ਵੀ ਉਹਦੀ ਜਿਹੜੀ ਡਿਬੇਟ ਹੈ, ਕਿਉਂਕਿ ਜੇ ਹੁਣ ਵਰਲਡ ਦੀ ਇਕਨੋਮੀ ਇਸ ਵੇਲੇ ਦੇਖੀਏ, ਖਾਸ ਕਰਕੇ ਫॉर द ਲਾਸਟ ਫਿਊ ਮੰਥਸ, ਕਿਉਂਕਿ ਕਰੋਨਾ ਨੇ ਦੁਨੀਆ ਦੇ ਵਿੱਚ ਜਿਹੜੀ ਇਕਨੋਮੀ ਹੈ, ਕਿਉਂਕਿ ਹੁਣ ਦੇਖੋ ਜੇ ਮੈਂ ਪਹਿਲਾਂ ਯੂਕੇ ਦੀ ਗੱਲ ਕਰ ਲਵਾਂ, ਇੱਥੇ
ਇਸ ਵੇਲੇ ਜਿਹੜੀਆਂ ਦੁਕਾਨਾਂ ਬੰਦ ਹੋ ਰਹੀਆਂ, ਜਿਹੜੀਆਂ ਵੀ ਫੈਕਟਰੀਆਂ ਬੰਦ ਹੋ ਰਹੀਆਂ, ਆਫਿਸਿਸ ਘਰਾਂ ਤੋਂ ਕੰਮ ਕਰ ਰਹੇ ਹੈਗੇ ਆ, ਸੜਕਾਂ ਖਾਲੀ, ਪੈਟਰੋਲ ਨਹੀਂ ਵਿਕ ਰਿਹਾ, ਜਾਂ ਹੋਰ ਬਹੁਤ ਸਾਰੀ ਇਕਨੋਮੀ ਦੇ ਉੱਤੇ ਇਹ ਫਰਕ ਪੈ ਰਿਹਾ ਹੈਗਾ। ਔਰ ਗਵਰਨਮੈਂਟ ਜਿਹੜੀ ਹੈ ਆਪਣੇ ਜਿਹੜੇ ਸੇਵਿੰਗਸ ਆ, ਚਾਹੇ ਉਹ ਬੋਰੋ ਕਰਕੇ ਜਿੱਦਾਂ ਵੀ ਕਰਕੇ ਕੰਟਰੀ ਨੂੰ ਚਲਾਉਣਾ ਹੈਗਾ ਨਾ। ਸੋ ਸਿਮਿਲਰਲੀ ਦੈਟ ਹੈਪਨਸ ਇਨ US। ਸੋ ਜਿਹੜੀ ਇਕਨੋਮੀ ਹੁਣ ਹੈਗੀ ਆ ਤੇ ਇਹਦੇ ਤੇ ਕੀ ਕੁਝ ਹੋਣਾ ਕਿੱਦਾਂ ਹੈਗਾ, ਤੁਸੀਂ ਹੁਣੇ ਹੀ ਜਸਦੀਪ ਜੀ ਕਿਹਾ ਹੈਗਾ ਵੀ Trump is not a politician, he's a businessman. So ਜੇ ਬਿਜ਼ਨਸਮੈਨ ਹੈਗਾ ਤਾਂ ਉਹਨਾਂ ਨੇ ਇਕਨੋਮੀ ਦੀ ਗੱਲ ਕਰਨੀ ਹੈ। ਡੂ ਯੂ ਵਾਂਟ ਟੂ ਟੇਕ ਦੈਟ ਫਰਸਟ? ਡਾਕਟਰ ਜੀ ਉਹਨਾਂ ਨੂੰ ਮੈਂ ਮਗਰੋਂ ਪੁੱਛਦਾ, ਤੁਸੀਂ ਜਸਦੀਪ ਜੀ ਕੀ ਕਹਿਣਾ ਹੈ? ਬਿਲਕੁਲ, ਜਿਹੜੀ ਅਮਰੀਕਾ ਦੀ ਇਕਨੋਮੀ ਹੈ ਕੰਪੇਅਰਡ ਟੂ ਦ ਰੈਸਟ ਆਫ ਦ ਵਰਲਡ, ਕਰੋਨਾ ਦੇ ਨਾਲ ਇਹਨੂੰ ਇੰਨਾ ਇੰਪੈਕਟ, ਪ੍ਰੀ ਕਰੋਨਾ there was only 3.8% unemployment in America, which was historic. Under President Trump ਦੇ ਰਾਜ ਵਿੱਚ 3.8% unemployment ਕਦੀ ਅਮਰੀਕਾ ਵਿੱਚ ਹਿਸਟੋਰਿਕ ਹੋਈ ਹੈ, ਕਦੀ ਨਹੀਂ ਹੋਈ ਇੰਨੀ ਲੋ ਅਨਇੰਪਲੋਇਮੈਂਟ। ਕਰੋਨਾ ਇਹ ਥੋੜੀ ਜੀ ਇਹ ਵਧੀ ਸੀ, ਇਟ ਵੈਂਟ ਅਪ ਕਿਉਂਕਿ ਲੋਕਡਾਊਨ ਹੋਏ, ਸਾਰੀਆਂ ਚੀਜ਼ਾਂ ਬੰਦ ਹੋਈਆਂ। ਬਟ ਪ੍ਰੈਜ਼ੀਡੈਂਟ ਟਰੰਪ ਨੇ ਉਸ ਵੇਲੇ ਵੀ ਕਿਹਾ ਸੀ ਕਿ ਸਾਡੀ ਰਿਕਵਰੀ ਵਿਲ ਬੀ ਲਾਈਕ ਅ ਵੀ, ਅਸੀਂ ਜਿਸ ਸਪੀਡ ਨਾਲ ਥੱਲੇ ਗਏ ਆ ਮੈਂ ਉਸੇ ਸਪੀਡ ਦੇ ਨਾਲ ਇਹਨੂੰ ਉੱਪਰ ਲੈ ਕੇ ਆਵਾਂਗਾ। ਐਂਡ ਵਿਚ ਵਾਸ ਟਰੂ। a few months we have seen the unemployment rates back to 7.2%, ਜਿਹੜੀ ਹੁਣ ਲੇਟੈਸਟ ਫਿਗਰ ਆਈ ਹੈ। ਜਿਹੜੀ ਸਾਡੀ ਅਮਰੀਕਾ ਦੀ GDP ਹੈ, ਜਿਹੜੀ ਕਿ ਹੋਰ ਮੁਲਕਾਂ ਦੀ ਨੈਗੇਟਿਵ ਵਿੱਚ ਹੈ, our GDP came back up at 33.1%, ਜਿਹੜੀ ਕਿ ਰਿਮਾਰਕੇਬਲ ਹੈ। ਪਰ ਤੁਸੀਂ ਇਹ ਚੀਜ਼ਾਂ ਜਿਹੜੀਆਂ ਨੇ ਇਹ ਤੁਸੀਂ CNN ਤੇ ਜਾਂ ਹੋਰ ਫੇਕ ਨਿਊਜ਼ ਜਿਹੜਾ ਲਿਬਰਲ ਮੀਡੀਆ ਹੈ ਇਹਦੇ ਉੱਪਰ ਨਹੀਂ ਸੁਣੋ। ਅਮਰੀਕਨ ਇਕਨੋਮੀ ਔਰ ਜਿੰਨਾ ਕੁ ਸਪੋਰਟ ਪ੍ਰੈਜ਼ੀਡੈਂਟ ਟਰੰਪ ਨੇ ਲੋਕਾਂ ਨੂੰ ਦਿੱਤੀ ਹੈ, ਅਨਇੰਪਲੋਇਮੈਂਟ ਜਿਹੜੀ ਦਿੱਤੀ ਹੈ, ਜਿਨ੍ਹਾਂ ਮਹੀਨਿਆਂ ਵਿੱਚ ਲੋਕਾਂ ਦੇ ਕੋਲ ਜੌਬ ਨਹੀਂ ਸੀ, ਜਿਹੜੇ ਸਾਡੇ ਸਮਾਲ ਬਿਜ਼ਨੈਸਿਸ ਨੇ, ਸਾਡੇ ਇੰਡੀਅਨ ਖਾਸ ਕਰ ਸਾਡੀ ਸਿੱਖ ਕਮਿਊਨਿਟੀ ਜਿਹੜੇ ਬਿਜ਼ਨੈਸਿਸ ਹੁੰਦੇ ਨੇ ਇਨਰ ਸਿਟੀ ਨੇਬਰਹੁੱਡਸ ਵਿੱਚ, ਰੈਸਟੋਰੈਂਟਸ ਹੋ ਗਏ, ਟਰੱਕਿੰਗ ਕੰਪਨੀਆਂ ਹੋ ਗਈਆਂ, ਜਿਨ੍ਹਾਂ ਨੂੰ ਕਿ ਇਹਦਾ ਕਾਫੀ ਅਸਰ ਪਿਆ ਸੀ, ਉਹਨਾਂ ਨੂੰ ਇੱਥੇ ਅਮਰੀਕਾ ਦੀ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਨੇ ਫੋਰਗਿਵੇਬਲ ਲੋਨਸ ਦਿੱਤੇ ਨੇ, ਪੇਰੋਲ ਮੀਟ ਕਰਨ ਵਾਸਤੇ ਲੋਨਸ ਦਿੱਤੇ ਨੇ, ਔਰ ਲੋਕਾਂ ਨੂੰ ਉਹਦਾ ਬਹੁਤ ਫਾਇਦਾ ਹੋਇਆ। ਬਲਕਿ ਦੂਜੇ ਤਰਫ ਤੁਸੀਂ ਵੇਖੋ ਕਿ ਜਿਹੜਾ ਸੋਸ਼ਲਿਸਟ ਏਜੰਡਾ ਹੈ ਬਾਈਡਨ ਹੈਰਿਸ ਦਾ, ਜਦੋਂ ਵੀ ਅਮਰੀਕਾ ਵਿੱਚ ਰਾਈਟਸ ਹੁੰਦੇ ਨੇ, ਇੱਥੇ ਦੰਗੇ ਹੁੰਦੇ ਨੇ, ਸਾਡੇ ਬੰਦਿਆਂ ਦੇ ਬਿਜ਼ਨਸ ਜਲਾਏ ਜਾਂਦੇ ਨੇ, ਔਰ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਕੰਪਨਸੇਸ਼ਨ ਵੀ ਨਹੀਂ ਮਿਲਦਾ। ਉੱਪਰੋਂ ਕਿਹਾ ਜਾਂਦਾ ਹੈ ਕਿ ਤੁਸੀਂ ਉਲਟਾ ਨੇਬਰਹੁੱਡ ਵਾਸਤੇ ਕੀ ਕਰ ਰਹੇ ਹੋ। ਸੋ ਬੜਾ ਫਰਕ ਹੈ ਦੋਨਾਂ ਸਾਈਡਸ ਵਿੱਚ। ਐਂਡ ਆਈ ਥਿੰਕ ਪ੍ਰੈਜ਼ੀਡੈਂਟ ਟਰੰਪ ਨੇ ਜੋ ਉਹਨਾਂ ਦੀਆਂ ਪਾਲਿਸੀਆਂ ਨੇ, ਅਮਰੀਕਾ ਜਿਹੜਾ ਕੋਵਿਡ ਵਿੱਚ ਇਕਨੋਮਿਕਲੀ ਸਟਰੋਂਗ ਵਾਪਸ ਆਇਆ ਹੈ, ਔਰ ਅਗਲੇ ਸਾਲ ਜੇ ਪ੍ਰੈਜ਼ੀਡੈਂਟ ਟਰੰਪ ਜਿੱਤੇ, ਜੋ ਕਿ ਮੈਨੂੰ ਪੂਰਾ ਯਕੀਨ ਹੈ, ਅਮਰੀਕਾ ਦੀ ਇਕਨੋਮੀ ਜਿਹੜੀ ਹੈ ਇਸ ਤੋਂ ਵੀ ਬੈਟਰ ਹੋਈ। ਜਗਦੀਪ ਜੀ, ਮੇਰੀ ਤੁਸੀਂ ਹੈਲਪ ਬੜੀ ਕਰ ਰਹੇ ਹੋ, ਤੇ ਮੈਂ ਡਾਕਟਰ ਸਾਹਿਬ ਨੂੰ ਅੱਜ ਇਕਨੋਮੀ ਦੀ ਪੁੱਛਣੀ, ਮੈਂ ਗੱਲ ਕਰਨੀ ਸੀ ਗਾਹਾਂ ਸਿਵਲ ਰਾਈਟਸ ਦੀ ਤੇ ਰੇਸਿਜ਼ਮ ਦੀ। ਤੁਸੀਂ ਪਹਿਲਾਂ ਹੀ ਉਧਰਲੇ ਪਾਸੇ ਨੂੰ ਧਿਆਨ ਮੇਰਾ ਦਵਾਤਾ। ਹਾਂਜੀ ਡਾਕਟਰ ਸਾਹਿਬ, ਇਕਨੋਮੀ। ਵੈਲ ਆਈ ਥਿੰਕ ਜਿਹੜਾ ਬਾਈਡਨ ਦਾ ਰੈਕਡ ਜੇ ਦੇਖ ਲਿਆ ਜਾਵੇ, 2008 ਦੇ ਵਿੱਚ ਅਮਰੀਕਾ ਜਿਸ ਤਰ੍ਹਾਂ ਇਕਨੋਮਿਕ ਮੈਲਟਡਾਊਨ ਹੋਇਆ ਅਮਰੀਕਾ ਦਾ ਹੋਇਆ ਸੀ, ਤੇ ਖਾਸ ਕਰਕੇ ਸਾਰੇ ਵਰਲਡ ਨੂੰ ਉਹਦਾ ਇਫੈਕਟ ਹੋਇਆ ਸੀ। ਤੇ ਜਿਸ ਤਰ੍ਹਾਂ ਐਡਮਿਨਿਸਟ੍ਰੇਸ਼ਨ ਓਬਾਮਾ ਦਾ ਤੇ ਬਾਈਡਨ ਦਾ ਛੱਡ ਕੇ ਗਿਆ, ਇਟ ਵਾਸ ਆਲਰੇਡੀ ਔਨ ਦ ਰਾਈਜ਼। ਜਿਹੜੀਆਂ ਜੌਬਸ ਕ੍ਰੀਏਟ ਹੋ ਚੁੱਕੀਆਂ ਸੀਗੀਆਂ ਤੇ ਜੌਬਸ ਹਰ ਸਾਲ ਵਧਦੀਆਂ ਜਾ ਰਹੀਆਂ ਸੀਗੀਆਂ। ਤੇ ਜਦੋਂ ਅਮਰੀਕਾ ਦੀ ਐਡਮਿਨਿਸਟ੍ਰੇਸ਼ਨ ਚੇਂਜ ਹੋਈ ਹੈ ਤੇ ਆਲਰੇਡੀ ਜਿਹੜਾ ਕਰਵ ਉਹ ਉੱਪਰ ਨੂੰ ਜਾ ਰਹੀ ਸੀਗੀ। ਸੋ ਪ੍ਰੈਜ਼ੀਡੈਂਟ ਟਰੰਪ ਨੇ, ਠੀਕ ਹੈ, ਉਹਨਾਂ ਨੂੰ ਉਹ ਕ੍ਰੈਡਿਟ ਲੈ ਰਹੇ ਨੇ, ਪਰ ਜਿਹੜੀ ਉਹ ਕਰਵ ਤਾਂ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਤੋਂ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਸੀਗੀ, ਉਹਨਾਂ ਦਾ ਫਾਇਦਾ ਇਹਨਾਂ ਨੇ ਲਿਆ। ਹਾਂਜੀ, ਤੇ ਤੁਸੀਂ ਮੈਨੂੰ ਦੱਸੋ ਵੀ ਇਹਨਾਂ ਦੀ ਕਿਹੜੀਆਂ ਪਾਲਿਸੀਜ਼ ਕਰਕੇ ਜਿਹੜੀ ਇੱਥੋਂ ਦੀ ਇਕਨੋਮੀ ਵਧੀ ਹੈ। ਦੇਰ ਆਰ ਜਿਹੜੇ ਆਲਰੇਡੀ ਇਨ ਪਲੇਸ ਸਿਸਟਮ ਸੀਗਾ, ਜਿਹਦੇ ਕਰਕੇ ਆਟੋ ਇੰਡਸਟਰੀ ਸੇਵ ਕੀਤੀ ਗਈ। ਬਾਕੀ ਜਿਹੜੀਆਂ ਸਾਰੀਆਂ ਇੰਡਸਟਰੀਜ਼ ਨੂੰ ਜਿਹੜੇ ਇਕਨੋਮਿਕ ਪੈਕੇਜਸ ਦਿੱਤੇ ਗਏ, ਉਹਦੇ ਕਰਕੇ ਸੇਵ ਕੀਤੀਆਂ ਗਈਆਂ। ਹੁਣ ਆ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿ ਇਹ ਸਮਾਲ ਐਡਮਿਨਿਸਟ੍ਰੇਸ਼ਨ ਨੂੰ ਹੈਲਪ ਕੀਤੀ ਗਈ ਹੈ, ਇਹ ਜੁਆਇੰਟ ਪਲਾਨ ਕਾਂਗਰਸ ਨੇ ਬਣਾਇਆ। ਕਾਂਗਰਸ ਦੇ ਨਾਲ ਜਿਹੜਾ ਇਹ ਸਾਰਾ $1 ਟ੍ਰਿਲੀਅਨ ਦਾ ਜਿਹੜਾ ਪਾਸ ਹੋਇਆ, ਜਿਹੜਾ ਰਿਲੀਫ ਪੈਕੇਜ, ਹੁਣ ਜਿਹੜਾ ਰਿਲੀਫ ਪੈਕੇਜ ਉਹ ਡੈਮੋਕ੍ਰੇਟਸ ਮਿੰਤਾ ਕਰ ਕਰਕੇ ਹਟ ਗਏ ਨੇ, ਤੇ ਉਹ ਜਿਹੜਾ ਸੈਨੇਟ ਮੈਜੋਰਿਟੀ ਲੀਡਰ ਹੈ ਉਹ ਛੁੱਟੀ ਤੇ ਚਲਾ ਗਿਆ ਵਿਦਾਊਟ ਨੈਗੋਸ਼ੀਏਟਿੰਗ। ਹੀ ਇਜ਼ ਬੀਨ ਟੈਲਿੰਗ ਪ੍ਰੈਜ਼ੀਡੈਂਟ ਟਰੰਪ ਕਿ ਤੁਸੀਂ ਇਹ ਕੋਈ ਇਕਨੋਮਿਕ ਰਿਲੀਫ ਨਾ ਪਾਸ ਕਰੋ ਇਲੈਕਸ਼ਨ ਤੋਂ ਪਹਿਲਾਂ। ਮੈਨੇ ਲੋਕੀ ਮਰ ਰਹੇ ਨੇ, ਜੌਬਸ ਦਾ ਇਸ ਵੇਲੇ ਬੁਰਾ ਹਾਲ ਹੈ, ਲੋਕਾਂ ਕੋਲ ਰਿਲੀਫ, ਜਿਹੜੇ ਵਿਚਾਰੇ ਜਿਨ੍ਹਾਂ ਨੂੰ ਇਸ ਵੇਲੇ ਰੈਂਟ ਨਹੀਂ ਦੇਣ ਦੀ ਪੈਸੇ ਹੈਗੇ ਨੇ, ਉਹ ਬੈਠੇ ਨੇ, ਉਡੀਕ ਕਰ ਰਹੇ ਨੇ, there is no relief package coming। ਸੋ ਜਿਹੜਾ ਮੇਰਾ ਪੁਆਇੰਟ ਇਹ ਹੈ ਕਿ ਜਿਹੜਾ ਡੈਮੋਕ੍ਰੈਟਿਕ ਪਾਲਿਸੀਜ਼ ਨੇ, ਹਾਂਜੀ, ਉਹਦੇ ਵਿੱਚ
ਭਾਵੇਂ ਜਿੰਨੇ ਮਰਜ਼ੀ ਉਹਨੂੰ ਟਰਮ ਕੀਤਾ ਜਾਵੇ ਵੀ ਸੋਸ਼ਲਿਸਟ ਨੇ ਜੀ, ਇਹ ਹੈ ਜੀ, ਉਹ ਹੈ ਜੀ, ਠੀਕ ਹੈ, ਉਹ ਵੀ ਇੱਕ ਪੋਲੀਟੀਕਲ ਰੈਟਰਿਕ ਹੈਗਾ, which is fine. When people term these things, that's fine. ਪਰ I will just go by the facts ਕਿ ਬਾਈਡਨ ਜਿਹੜਾ ਦਾ ਰੋਲ ਸੀ ਐਜ਼ ਅ ਵਾਈਸ ਪ੍ਰੈਜ਼ੀਡੈਂਟ ਐਂਡ ਪ੍ਰੈਜ਼ੀਡੈਂਟ ਓਬਾਮਾ ਦੀ ਜਿਹੜੀ ਵੀ ਪਾਲਿਸੀ ਸੀਗੀਆਂ, they were not socialist. They were, in fact, they created more jobs and they were very helpful to businesses, and the economy thrived. When looking at we had hit the bottom and we were on the rising scale when the ਜਿਹੜਾ ਓਬਾਮਾ ਤੇ ਬਾਈਡਨ ਦਾ ਐਡਮਿਨਿਸਟ੍ਰੇਸ਼ਨ ਖਤਮ ਹੋਇਆ। ਸੋ ਜਿਹੜੇ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਜਿਹੜਾ ਇਹ ਕਹਿ ਕੇ ਡਰਾਇਆ ਜਾ ਰਿਹਾ ਕਿ ਜੀ ਇਹ ਬਰਨੀ ਸੈਂਡਰਸ ਦੀਆਂ ਪਾਲਿਸੀਜ਼ ਨੇ ਜਾਂ AOC ਦੀਆਂ ਪਾਲਿਸੀਜ਼ ਨੇ ਜਾਂ ਬਹੁਤ ਲਿਬਰਲ ਪਾਲਿਸੀਜ਼ ਹੈ, that is really a misrepresentation. That is not what is a reasonable person will not buy that kind of thing. So ਆਪਾਂ ਪਾਲਿਸੀਜ਼ ਦੇ ਉੱਤੇ ਰਹੀਏ ਬਜਾਏ ਕਿ ਉਹਨਾਂ ਨੂੰ ਇੱਕ ਪੋਲੀਟੀਕਲ ਟਰਮਸ ਦੇ ਕੇ ਉਹਨਾਂ ਨੂੰ ਕੰਡੈਮ ਕਰਨ ਦੀ ਕੋਸ਼ਿਸ਼ ਕਰੀਏ। ਐਂਡ ਆਈ ਵੁੱਡ ਲਾਈਕ ਟੂ ਹੈਵ ਅ robust discussion and dialogue ਕਿ ਹਾਂ ਕਿਹੜੀਆਂ ਪਾਲਿਸੀਜ਼ ਦੇ ਵਿੱਚ ਰਿਪਬਲਿਕਨਸ ਦੇ ਰਾਈਟ ਐਟੀਟਿਊਡ ਹੈਗਾ। In many ways, Republicans do bring a lot of good things on the table, and similarly, Democrats bring a balancing approach ਹੈਗੀ ਹੈ। It is not the administration of Bernie Sanders that we are voting for. It is not the administration of Elizabeth Warren or AOC. We are voting for Biden. So Biden is not he has already said कि ਜਿਹੜੀਆਂ policies ਨੇ they will be pro business too. ਓਕੇ, ਇਹਦੇ ਤੇ ਕੁਝ ਕਹਿਣਾ ਨਹੀਂ। ਮੈਂ ਜਿਹੜੀ ਅਗਲੀ ਗੱਲ ਤੇ ਮੈਂ ਇਹਦੇ ਉੱਪਰ ਕੁਝ ਕਹਿਣਾ ਚਾਹਾਂਗਾ ਮਾਰਵਾ ਸਾਹਿਬ, ਇਹਦੇ ਉੱਪਰ ਕਹਿਣਾ ਚਾਹਾਂਗਾ ਕਿ ਡਾਕਟਰ ਸਾਹਿਬ ਨੇ ਕਿਹਾ ਕਿ ਵੀ ਆਰ ਨਾਟ ਵੋਟਿੰਗ ਫॉर ਬਾਈਡਨ, ਵੀ ਆਰ ਨਾਟ ਵੋਟਿੰਗ ਫॉर AOC ਐਂਡ ਬਰਨੀ ਸੈਂਡਰਸ। ਮੈਂ ਤੇ ਇਹ ਕਹਿਣਾ ਚਾਹਾਂਗਾ ਕਿ ਇਹਨਾਂ ਦੇ ਕੈਂਡੀਡੇਟ ਜੋ ਬਾਈਡਨ ਨੂੰ ਤੇ ਪਤਾ ਹੀ ਨਹੀਂ ਉਹ ਰਨ ਕਾਹਦੇ ਵਾਸਤੇ ਕਰ ਰਿਹਾ ਹੈ। 3 times he has said he is running for Senate. He is not capable of running for or holding a office of the president. ਦੂਜਾ ਗੱਲ ਮੈਂ ਇਹ ਦੱਸਾਂਗਾ ਕਿ ਇਹਨਾਂ ਨੇ ਕਿਹਾ ਇਕਨੋਮੀ ਵਿੱਚ ਟਰੰਪ ਨੇ ਕੀ ਕੀਤਾ ਹੈ ਤੇ ਸਾਰਾ ਓਬਾਮਾ ਕਰ ਰਹੇ ਸੀ ਜਾਂ ਉਹਨਾਂ ਦੀ ਬਾਈਡਨ ਕਰ ਰਹੇ ਸੀ। ਨਾਫਟਾ ਨਾਰਥ ਅਮਰੀਕਨ ਟ੍ਰੇਡ ਐਗਰੀਮੈਂਟ ਸੀ ਜਿਹੜਾ ਉਹਨੂੰ ਟੋਟਲੀ ਅਬੋਲਿਸ਼ ਕਰਕੇ ਔਰ ਫਸਟ ਰੱਖ ਕੇ ਡੋਨਲਡ ਟਰੰਪ ਨੇ ਨਵਾਂ ਐਗਰੀਮੈਂਟ ਸਾਈਨ ਕੀਤਾ ਹੈ। ਦੂਜਾ ਚਾਈਨਾ ਦੇ ਉੱਪਰ ਟ੍ਰੇਡ ਬੈਨਸ ਲਾਏ ਨੇ। ਚਾਈਨਾ ਨੂੰ ਕੋਈ ਦੁਨੀਆ ਦੀ ਤਾਕਤ ਜਿਹੜੀ ਨਹੀਂ ਰੋਕ ਸਕ ਰਹੀ ਸੀ, ਇਹਨਾਂ ਨੇ ਟ੍ਰੇਡ ਰੈਗੂਲੇਸ਼ਨਸ ਟ੍ਰੇਡ ਬੈਨ ਲਾ ਕੇ ਚਾਈਨਾ ਦੇ ਨਾਲ ਅਮਰੀਕਾ ਨੂੰ $21 ਬਿਲੀਅਨ ਟੈਰਿਫਸ ਵਿੱਚ ਲੈ ਕੇ ਆਏ ਨੇ। ਦੂਜਾ ਫੋਰਨ ਪਾਲਿਸੀ ਵੀ ਦੇਖ ਲਓ, ਇਰਾਨ ਨੂੰ ਜਿਹੜਾ ਇਹਨਾਂ ਨੇ ਕਿੰਨੇ ਬਿਲੀਅਨ ਡਾਲਰਸ ਕੁਝ $450 ਮਿਲੀਅਨ ਕੈਸ਼ ਦਿੱਤੇ ਸੀ, he canceled that treaty also. So ਪ੍ਰੈਜ਼ੀਡੈਂਟ ਟਰੰਪ ਨੇ ਕਾਫੀ ਸਟਰੋਂਗ ਮੈਜਰਸ ਲਏ ਨੇ ਜਿਸ ਕਰਕੇ ਇਕਨੋਮੀ ਇੱਕਦਮ ਉੱਪਰ ਆਈ ਹੈ। ਅੱਜ ਅਮਰੀਕਨ ਕੰਪਨੀਜ਼ ਫੈਕਟਰੀਜ਼ ਆਰ ਕਮਿੰਗ ਬੈਕ ਟੂ ਅਮਰੀਕਾ। ਇਹਨਾਂ ਨੇ ਜਿਹੜਾ ਟੈਕਸ ਬ੍ਰੈਕਟ ਸੀ ਨਾ ਕੰਪਨੀਜ਼ ਵਾਸਤੇ ਉਹ 28% ਤੋਂ ਘਟਾ ਕੇ 11% ਕਰਤਾ ਸੀ, ਜਿਹਦੇ ਨਾਲ ਜਿਹੜੀਆਂ ਵੀ ਅਮਰੀਕਨ ਕੰਪਨੀਜ਼ ਬਾਹਰ ਉਹਨਾਂ ਨੇ ਆਪਣੇ ਪੈਸੇ ਰੱਖੇ ਸੀ ਉਹ ਸਾਰੇ ਅਮਰੀਕਾ ਵਿੱਚ ਵਾਪਸ ਆਏ ਨੇ। ਐਂਡ ਵੀ ਕੈਨ ਸੀ ਦੈਟ ਇਨ ਦਾ ਇਕਨੋਮੀ। ਤੇ ਜਸਟ ਦੀ ਮੈਂ ਜਿਹੜੀ ਤੁਹਾਨੂੰ ਹੁਣ ਜਿਹੜੀ ਗੱਲ ਗਾਹਾਂ ਕਰਨੀ ਜਿਹੜੀ ਸ਼ੁਰੂ ਕੀਤੀ ਸੀਗੀ, ਇੱਕ ਤਾਂ ਹੈ ਕਿ ਸਿਵਲ ਰਾਈਟਸ, ਰੇਸਿਜ਼ਮ, ਤੇ ਹੁਣ ਜਦੋਂ ਅਸੀਂ ਗਨ ਵਾਇਲੈਂਸ ਵੀ ਕਰਦੇ ਹੈਗੇ ਆ, ਜਿਹੜੀ ਇਹ 2-3 ਇਕੱਠੇ ਪੁਆਇੰਟ ਮੈਂ ਇਹ ਇੱਕ ਜਗ੍ਹਾ ਤੇ ਲਿਆਉਣਾ ਚਾਹੁੰਦਾ। ਤੁਹਾਨੂੰ ਯਾਦ ਹੋਣਾ ਵੀ ਆਪਣੇ ਵਿਨਕੌਨਸਨ ਦੇ ਵਿੱਚ ਆਪਣੇ ਜਦੋਂ ਗੁਰਦੁਆਰੇ ਦੇ ਵਿੱਚ ਵੀ ਸ਼ੂਟਿੰਗ ਹੋਈ ਸੀਗੀ ਤੇ ਚਰਚਿਸ ਦੇ ਵਿੱਚ ਸ਼ੂਟਿੰਗ ਹੁੰਦੀ ਹੈ, ਸਕੂਲ ਦੇ ਵਿੱਚ ਸ਼ੂਟਿੰਗ ਹੁੰਦੀ ਹੈ। ਜਿਹੜਾ ਗਨ ਵਾਇਲੈਂਸ ਹੈਗਾ ਉਹਦੇ ਤੇ ਤੁਹਾਡਾ ਧਿਆਨ ਦੇਣ ਦੀ ਸਿਵਲ ਰਾਈਟਸ ਦੀ ਜਿਹੜੀ ਗੱਲ ਹੁਣ ਇਸ ਵੇਲੇ ਜਿਹੜੀ ਚੱਲ ਰਹੀ, ਚਾਹੇ ਫਲੋਇਡ ਆਇਆ, ਚਾਹੇ ਹੁਣ ਤੁਹਾਡੇ ਹੋਰ ਇੱਕ ਜਗ੍ਹਾ ਦੇ ਉੱਤੇ ਬੜੇ ਰਾਈਟਸ ਹੋ ਰਹੇ ਹੈਗੇ ਆ। We haven't seen these kind of riots for a long time. ਤੇ ਮੈਂ ਜੇ ਇਹ ਬਲੰਟਲੀ ਕਹਾਂ ਵੀ ਇਹ ਟਰੰਪ ਦੀ ਐਡਮਿਨਿਸਟ੍ਰੇਸ਼ਨ ਦੇ ਹੇਠਾਂ ਆ ਕੇ ਇਹ ਕਾਫੀ ਇਹੋ ਜਿਹੀ ਜਿਹੜੀ ਹਫੜਾ ਦਫੜੀ ਹੈ ਉਹ ਹੋ ਰਹੀ ਹੈਗੀ ਹੈ। ਇੱਕ ਸੈਕਿੰਡ, ਤੇ ਜਿਹੜੀ ਇਹ ਚੀਜ਼ਾਂ ਹੈਗੀਆਂ, ਜਿਹੜੀ ਸਿਵਲ ਰਾਈਟਸ ਦੀ ਗੱਲ ਹੈਗੀ ਆ, ਕਿ ਜਿਹੜਾ ਰੇਸਿਜ਼ਮ ਹੈ ਅਮਰੀਕਾ ਦੇ ਵਿੱਚ ਹੱਲੇ ਤੱਕ ਆਫਟਰ ਸੈਂਚੁਰੀਜ਼ ਉਹ ਇਸ ਤੇ ਕਿਸੇ ਪਾਸੇ ਵੀ ਮੂਵ ਨਹੀਂ ਹੋਇਆ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਮੈਂ ਇਹ ਕਹਿਣਾ ਚਾਹਾਂਗਾ ਡਾਕਟਰ ਸਾਹਿਬ ਕਿ ਜਿਹੜਾ ਤੁਸੀਂ ਕਹਿੰਦਾ ਕਿ ਜੇ ਤੁਸੀਂ ਬਲੰਟਲੀ ਕਹੋ ਇਟ ਸਟਾਰਟਡ ਅੰਡਰ ਪ੍ਰੈਜ਼ੀਡੈਂਟ ਟਰੰਪ, ਇਹ ਬਿਲਕੁਲ ਗੱਲ ਤੇ 2000 ਡਾਕਟਰ ਉਹਨਾਂ ਨੇ ਕਿ ਮੈਂ ਕਹਿ ਰਿਹਾ ਹੈਗਾ ਵੀ ਮੈਂ ਅਮਰੀਕਾ ਜਿਹੜੀ ਹੈਗੀ, ਅਮਰੀਕਾ ਬੀਨ ਵਾਚਿੰਗ ਫॉर ਈਅਰਸ, ਤੇ ਜਿੱਦਾਂ ਹੈਗੇ ਰਾਈਟਸ ਹੁੰਦੇ ਰਹੇ ਹੈਗੇ ਆ, ਚਾਹੇ ਲੂਥਰ ਕਿੰਗ ਹੋਇਆ ਚਾਹੇ ਕੁਛ ਹੋਇਆ, ਜਿਹੜਾ ਹੁਣ ਇਸ ਵੇਲੇ ਪੁਲਿਸ ਦਾ ਐਟੀਟਿਊਡ ਜਿਹੜਾ ਹੈਗਾ ਉਹਦੇ ਵੱਲ ਦੇਖ ਕੇ ਤੁਹਾਨੂੰ ਮੈਂ ਸਵਾਲ ਪੁੱਛ ਰਿਹਾ। ਉਹੀ ਤੁਹਾਨੂੰ ਦੱਸ ਰਿਹਾ ਕਿ ਸਭ ਤੋਂ ਪਹਿਲਾਂ ਰਾਇਟਸ ਹੋਏ ਨੇ 2015 ਵਿੱਚ, ਜਦੋਂ ਪ੍ਰੈਜ਼ੀਡੈਂਟ ਓਬਾਮਾ ਪ੍ਰੈਜ਼ੀਡੈਂਟ ਸੀ। ਫਰਗਿਊਸਨ, ਬਾਲਟਿਮੋਰ ਸੜਦਾ ਰਿਹਾ ਇੱਥੇ। ਮੈਂ ਬਾਲਟਿਮੋਰ ਵਿੱਚ ਰਹਿਣਾ, ਮੈਂ ਆਪਣਾ ਸ਼ਹਿਰ ਸੜਦਿਆਂ ਵੇਖਿਆ। ਰਾਇਟਸ ਔਰ ਲੂਟਿੰਗ ਜਿਹੜੀ ਤੁਸੀਂ ਜਿਵੇਂ ਕਹਿ ਰਹੇ ਹੋ, ਮੈਂ ਕਦੀ ਜ਼ਿੰਦਗੀ 'ਚ ਅਮਰੀਕਾ 'ਚ ਇਹ ਜਿਹੇ ਰਾਇਟਸ ਨਹੀਂ ਵੇਖੇ ਸੀ। ਔਰ ਇੱਥੇ ਦੀ ਡੈਮੋਕ੍ਰੈਟਿਕਸ ਮੇਅਰ
ਇੱਥੇ ਦੇ ਡੈਮੋਕ੍ਰੈਟਿਕ ਪੁਲਿਸ ਚੀਫ ਇਹਨਾਂ ਸਾਰਿਆਂ ਨੇ ਉਸ ਵੇਲੇ ਬਿਆਨ ਦਿੱਤੇ ਸੀ ਕਿ ਲੈਟ them ਵੈਂਟ, ਇਹਨਾਂ ਨੂੰ ਠੰਡਾ ਹੋਣ ਦਿਓ, ਇਹਨਾਂ ਨੂੰ ਲੁੱਟਣ ਦਿਓ। ਪ੍ਰੈਜ਼ੀਡੈਂਟ ਓਬਾਮਾ ਨੇ ਵਾਈਟ ਹਾਊਸ ਚੋਂ ਰਾਈਟਸ ਨਹੀਂ ਰੋਕੇ ਸੀ। ਇੱਥੇ ਸਾਡੇ ਸਿੱਖਾਂ ਭਰਾਵਾਂ ਦੇ, ਪਾਕਿਸਤਾਨੀ ਭੈਣ ਭਰਾਵਾਂ ਦੇ ਸਾਰਿਆਂ ਦੇ ਬਿਜ਼ਨਸ ਲੁੱਟੇ ਗਏ ਸੀ ਔਰ ਕੁਝ ਵੀ ਨਹੀਂ ਹੋਇਆ ਸੀ। ਔਰ ਜਿਹੜੀ ਤੁਸੀਂ ਸਾਡੇ ਗੁਰਦੁਆਰੇ ਵਿੱਚ ਅਟੈਕ ਹੋਇਆ ਸੀ ਵਿਸਕੌਨਸਿਨ ਵਿੱਚ, ਉਹ ਵੀ ਹੋਇਆ ਸੀ ਪ੍ਰੈਜ਼ੀਡੈਂਟ ਓਬਾਮਾ ਦੀ ਜਦੋਂ ਪ੍ਰੈਜ਼ੀਡੈਂਟ ਸੀ। ਸੋ ਇਹ ਕਹਿਣਾ ਕਿ ਟਰੰਪ ਨੇ ਆ ਕੇ ਇਹ ਰਾਈਟਸ ਕਰਤੇ ਨੇ, ਬਿਲਕੁਲ ਗਲਤ ਹੈ। ਇਹ ਸਾਰੇ ਰਾਈਟਸ ਜਿਹੜੇ ਹੋਏ ਨੇ ਡੈਮੋਕ੍ਰੈਟਿਕ ਸਟੇਟਸ, ਜਿੱਥੇ ਕਿ ਡੈਮੋਕ੍ਰੈਟਿਕ ਗਵਰਨਰਸ ਨੇ, ਡੈਮੋਕ੍ਰੈਟਿਕ ਮੇਅਰਸ ਨੇ, ਔਰ ਕਈ ਇਨਸੀਡੈਂਟਸ ਵਿੱਚ ਬਲੈਕ ਮੇਅਰਸ ਨੇ, ਬਲੈਕ ਪੁਲਿਸ ਚੀਫ ਨੇ। ਔਰ ਉੱਥੇ ਜਾ ਕੇ ਇਹਨੂੰ ਜਦੋਂ ਰਾਈਟਸ ਹੁੰਦੇ ਨੇ ਔਰ ਪੁਲਿਸ ਨੂੰ ਕਿਹਾ ਜਾਂਦਾ ਕਿ ਤੁਸੀਂ ਬਿਲਕੁਲ ਇਹਦੇ ਵਿੱਚ ਹੱਥ ਨਹੀਂ ਪਾਣਾ, ਇਹ ਤੇ ਉਹੀ ਗੱਲ ਹੋ ਗਈ ਜਿਵੇਂ 1984 ਵਿੱਚ ਸਾਡੇ ਸਿੱਖਾਂ ਨਾਲ ਦਿੱਲੀ ਵਿੱਚ ਰਾਈਟਸ ਹੋਏ ਸੀ ਤੇ ਪੁਲਿਸ ਨੂੰ ਕਿਹਾ ਸੀ ਤੁਸੀਂ ਪਿੱਛੇ ਹਟ ਜਾਓ। ਉਹੀ ਕੰਮ ਅੱਜ ਅਮਰੀਕਾ ਵਿੱਚ ਡੈਮੋਕ੍ਰੈਟਿਕ ਸਟੇਟਾਂ ਵਿੱਚ ਹੋ ਰਿਹਾ ਹੈ। ਇੱਥੇ ਦੀ ਪੁਲਿਸ ਨੂੰ ਕਿਹਾ ਜਾਂਦਾ ਤੁਸੀਂ ਬਿਲਕੁਲ ਕੁਝ ਨਹੀਂ ਕਰਨਾ, ਖੁੱਲੇ ਆਮ ਲੁੱਟਾਂ ਹੋ ਰਹੀਆਂ ਨੇ। ਕੱਲ ਮੈਂ ਵਾਸ਼ਿੰਗਟਨ ਡੀਸੀ ਚ ਗਿਆ ਸੀ ਫॉर द ਕੈਂਪੇਨ, ਹਰ ਬਿਜ਼ਨਸ ਬੋਰਡਡ ਅਪ ਹੈ। ਉੱਥੇ ਦੁਕਾਨਦਾਰਾਂ ਨੇ ਲਿਖਤਾ ਹੈ ਬਲੈਕ ਲਾਈਵ ਮੂਵਮੈਂਟ ਵੀ ਸਪੋਰਟ ਯੂ। ਇਸ ਡਰ ਤੋਂ ਉਹਨਾਂ ਨੂੰ ਪਤਾ ਹੈ ਕਿ ਜੇ ਪ੍ਰੈਜ਼ੀਡੈਂਟ ਟਰੰਪ ਜਿੱਤ, ਬਲੈਕ ਮੂਵਮੈਂਟ ਨੇ ਆ ਕੇ ਰਾਈਟਸ ਕਰਨੇ ਨੇ, ਡੈਮੋਕ੍ਰੇਟਸ ਨੇ ਆ ਕੇ ਰਾਈਟਸ ਕਰਨੇ ਨੇ। ਇਸ ਕਰਕੇ ਉਹਨਾਂ ਨੇ ਵੱਡਾ ਲਿਖਣਾ ਸ਼ੁਰੂ ਕਰਤਾ ਹੈ ਕਿ ਬਲੈਕ ਲਾਈਵ ਮੂਵਮੈਂਟਸ ਵੀ ਸਪੋਰਟ ਯੂ, ਤਾਂ ਕਿ ਉਹ ਸਾਡਾ ਬਿਜ਼ਨਸ ਸ਼ਾਇਦ ਛੱਡ ਦੇਣ। ਔਰ ਬੋਰਡਡ ਅਪ ਡੀਸੀ, ਇਸ ਤਰ੍ਹਾਂ ਵਾਸ਼ਿੰਗਟਨ ਡੀਸੀ ਇਸ ਤਰ੍ਹਾਂ ਲੱਗ ਰਿਹਾ ਕਿ ਵਾਰ ਜ਼ੋਨ ਹੈ। And this is all done by Democrats who are supporting Antifa, which is a terrorist organization. Black Lives Movement ਇਹ ਨਹੀਂ ਕਹਿੰਦਾ ਕਿ ਅੱਜ ਇੱਥੇ ਬਲੈਕ ਅਮਰੀਕਨਸ ਦੀ everything is fine. Yes, we have to help them out. ਪਰ ਓਬਾਮਾ ਸਾਹਿਬ ਨੇ 8 ਸਾਲ, ਬਾਈਡਨ ਨੇ 8 ਸਾਲ ਉਹਨਾਂ ਵਾਸਤੇ ਕੀ ਕੀਤਾ? ਬਾਈਡਨ ਨੇ ਉਹਨਾਂ ਦੇ ਜਿਹੜੇ 1994 ਵਿੱਚ ਇਹਨਾਂ ਨੂੰ ਸੁਪਰ ਪ੍ਰੈਡੇਟਰਸ ਕਹਿ ਕੇ ਔਰ ਲਾਅ ਬਣਾਏ ਸੀ ਕਿ ਇਹਨਾਂ ਨੂੰ ਜੇਲ੍ਹ ਚ ਅੰਦਰ ਤੁੰਤਾ ਜਾਏ। ਉਹਨਾਂ ਨੇ ਆਪਣੀ 8 ਸਾਲ ਦੀ ਐਡਮਿਨਿਸਟ੍ਰੇਸ਼ਨ ਵਿੱਚ ਰੇਸ ਰਿਲੇਸ਼ਨਸ਼ਿਪਸ ਵਾਸਤੇ ਕੀ ਕੀਤਾ? ਦੂਜੀ ਗੱਲ ਮੈਂ ਕਹਾਂਗਾ ਜਿਹੜੀ ਸਿੱਖ ਪਰਸਪੈਕਟਿਵ ਨਾਲ, ਕਮਾਲਾ ਹੈਰਿਸ ਜਿਹਨੂੰ ਅੱਜ ਸਾਰੇ ਸਪੋਰਟ ਕਰ ਰਹੇ ਨੇ, ਡਾਕਟਰ ਸਾਹਿਬ ਮੈਂ ਤੁਹਾਨੂੰ ਵੀ ਕਹਾਂਗਾ ਕਮਾਲਾ ਹੈਰਿਸ ਨੇ ਜਦੋਂ ਅਟਰਨੀ ਜਨਰਲ ਸੀ ਕੈਲੀਫੋਰਨੀਆ ਦੀ, ਇੱਕ ਸਿੱਖ ਸਾਡੇ ਭਰਾ ਓਬਰਾਏ ਲਾਸਟ ਨੇਮ, ਹੀ ਅਪਲਾਈਡ ਉੱਥੇ ਜੌਬ ਵਾਸਤੇ ਤੇ ਉਹਨਾਂ ਨੂੰ ਇਹਨਾਂ ਨੇ ਕੋਰਟ ਵਿੱਚ ਫੈਡਰਲ ਲੈਵਲ ਤੇ ਜਿੱਤ ਗਏ ਸੀ ਕੇਸ। ਕਮਾਲਾ ਹੈਰਿਸ ਨੇ ਐਜ਼ ਬੀਇੰਗ ਅਟਰਨੀ ਜਨਰਲ ਆਫ ਕੈਲੀਫੋਰਨੀਆ ਉਹਨਾਂ ਨੂੰ ਕੋਰਟ ਵਿੱਚ ਗਿਆ ਸੀ ਕਿ ਤੁਸੀਂ ਆਪਣਾ ਜਾਂ ਧਰਮ ਚੁਣ ਲਓ ਜਾਂ ਆਪਣੀ ਨੌਕਰੀ ਚੁਣ ਲਓ, ਜੇ ਇਹ ਜੌਬ ਤੁਹਾਨੂੰ ਚਾਹੀਦੀ ਹੈ ਤੇ ਆਪਣੀ ਦਾੜੀ ਤੇ ਪੱਗ ਜਿਹੜੀ ਹੈ ਇਹਨੂੰ ਰਿਮੂਵ ਕਰੋ। ਇਹ ਕਮਾਲਾ ਹੈਰਿਸ ਅੱਜ ਸਾਡੇ ਹਿਊਮਨ ਰਾਈਟਸ ਦੀ ਇਹਦੇ ਖਿਲਾਫ ਪਹਿਲੇ ਪਟੀਸ਼ਨ ਚੱਲੀ that statement ਤੇ ਉਹਨੂੰ ਕਮਾਲਾ ਹੈਰਿਸ ਨੂੰ ਕੋਰਟ ਦੇ ਵਿੱਚ ਜਾਣਾ ਚਾਹੀਦਾ। ਹਾਂਜੀ ਡਾਕਟਰ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਨਹੀਂ, ਮੇਰਾ ਤਾਂ ਇਹ ਕਹਿਣ ਦਾ ਮਤਲਬ ਹੈ ਜੀ, ਦੇਖੋ ਜਿਹੜਾ ਪ੍ਰੈਜ਼ੀਡੈਂਟ ਹੁੰਦਾ ਹੈ ਉਹ ਇੱਕ ਟੋਨ ਨੇਸ਼ਨ ਦੇ ਵਿੱਚ ਕ੍ਰੀਏਟ ਕਰਦਾ ਹੈ। ਹਾਂਜੀ, ਤੇ ਇੱਕ ਜਿਹੜਾ ਐਟਮੋਸਫੇਅਰ ਹੈ ਉਹਨੂੰ ਬੜਾਵਾ ਦੇਣਾ ਜਾਂ ਉਹਨੂੰ ਘਟਾਉਣਾ, ਇਹਦੇ ਵਿੱਚ ਪ੍ਰੈਜ਼ੀਡੈਂਟ ਦਾ ਬੜਾ ਵੱਡਾ ਰੋਲ ਹੁੰਦਾ ਹੈ। ਅਸੀਂ ਕੀ ਦੇਖ ਰਹੇ ਹਾਂ ਪਿਛਲੇ 4 ਸਾਲਾਂ ਤੋਂ ਕਿ ਜਿਹੜਾ ਵਾਈਟ ਸੁਪਰੀਮਿਸਟ ਗਰੁੱਪਸ ਨੇ, ਹਾਂਜੀ, ਵੱਖਰੇ ਕਿਸਮ ਦੇ, ਉਹਨਾਂ ਨੂੰ ਉਹ ਮਲਟੀਪਲਾਈ ਹੋ ਰਹੇ ਨੇ। ਜਿੰਨੇ ਇਸ ਵੇਲੇ ਹੁਣ ਐਂਟੀ ਡੈਫੇਮੇਸ਼ਨ ਲੀਗ ਹੈ ਜਿਹੜੀ, ਉਹ ਜਿਊਇਸ਼ ਕਮਿਊਨਿਟੀ ਦੀ ਸਭ ਤੋਂ ਵੱਡੀ ਸਿਵਲ ਰਾਈਟਸ ਆਰਗੇਨਾਈਜੇਸ਼ਨ ਹੈ ਤੇ ਬੜੀ ਰਿਸਪੈਕਟੇਬਲ ਆਰਗੇਨਾਈਜੇਸ਼ਨ ਹੈ, ਜਿਹੜੀ ਰਿਪਬਲਿਕਨਸ ਵੀ ਰਿਸਪੈਕਟ ਕਰਦੇ ਨੇ, ਡੈਮੋਕ੍ਰੈਟਸ ਵੀ ਕਰਦੇ ਨੇ। ਹਾਂਜੀ, ਅਮਰੀਕਨ ਜਿਹੜੀ ਐਂਟੀ ਡੈਫੇਮੇਸ਼ਨ ਲੀਗ ਨੇ ਵੀ ਇਹਨੂੰ ਜਿਹੜਾ ਪੂਰਾ ਇਹਦਾ ਵੇਰਵਾ, ਇਹਦੇ ਜਿਹੜਾ ਡੇਟਾ ਰਿਲੀਜ਼ ਕੀਤਾ ਹੈਗਾ। ਸਦਰਨ ਪਾਵਰਟੀ ਲਾਅ ਸੈਂਟਰ ਜਿਹੜਾ ਕਿ ਮੋਸਟ ਇੰਪੋਰਟੈਂਟ ਸਿਵਲ ਰਾਈਟਸ ਗਰੁੱਪ ਹੈਗਾ, ਉਹਨਾਂ ਨੇ ਵੀ ਸਾਰੀ ਇਹਦੀ ਟਰੈਕ ਕੀਤੀ ਹੈ ਵੀ ਕਿਸ ਤਰ੍ਹਾਂ ਜਿਹੜੀਆਂ ਵੈਬਸਾਈਟਸ ਕਿੱਦਾਂ ਮਲਟੀਪਲਾਈ ਹੋਈਆਂ ਨੇ, ਕਿਸ ਤਰ੍ਹਾਂ ਜਿਹੜੇ ਗਰੁੱਪਸ ਨੇ, ਜਿਹੜੇ ਵਾਈਟ ਸੁਪਰੀਮਿਸਟ ਗਰੁੱਪਸ ਜਿਹੜੇ ਮਲਟੀਪਲਾਈ ਕਰ ਰਹੇ ਨੇ। ਵਿਸਕੌਨਸਨ ਗੁਰਦੁਆਰੇ ਤੇ ਅਟੈਕ ਠੀਕ ਹੈ ਓਬਾਮਾ ਐਡਮਿਨਿਸਟ੍ਰੇਸ਼ਨ ਥੱਲੇ ਹੋਇਆ ਸੀਗਾ, ਪਰ ਉਸ ਜਿਸ ਗਰੁੱਪ ਨੇ, ਜਿਸ ਬੰਦੇ ਨੇ ਅਟੈਕ ਕੀਤਾ, ਉਹ ਸਦਰਨ ਪਾਵਰ ਆਪਣਾ ਵਾਈਟ ਸੁਪਰੀਮਿਸਟ ਗਰੁੱਪ ਹੈਗਾ। ਔਰ ਉਹਨਾਂ ਨੇ ਦੱਸਿਆ ਵੀ ਸਾਨੂੰ ਕਿਸ ਤਰ੍ਹਾਂ ਦੀ ਕਿਸ ਕਿਸਮ ਦਾ ਪ੍ਰੋਪੇਗੈਂਡਾ ਸਾਨੂੰ ਮਿਲਦਾ ਹੈਗਾ। ਹੁਣ ਇਸੇ ਗਰੁੱਪ ਵੱਲੋਂ ਚਾਰਲਸਟਨ ਸ਼ਹਿਰ ਦੇ ਵਿੱਚ ਇੱਕ ਜੋ ਰੈਲੀ ਕੀਤੀ ਜਾਂਦੀ ਹੈ, ਜਿਹਦੇ ਵਿੱਚ ਪੂਰੇ ਓਪਨਲੀ ਉਹ ਕਹਿ ਰਹੇ ਨੇ ਕਿ ਜੀ ਜਿਊਜ਼ ਨੂੰ ਅਸੀਂ ਆਹ ਕਰਾਂਗੇ, ਕਾਲਿਆਂ ਨੂੰ ਅਸੀਂ ਆਹ ਕਰਾਂਗੇ, ਤੇ ਪ੍ਰੈਜ਼ੀਡੈਂਟ ਟਰੰਪ ਕੀ ਕਹਿ ਰਹੇ ਨੇ ਕਿ ਜੀ ਦੇ ਆਰ ਬੋਥ ਸਾਈਡਸ ਦੇ ਉੱਤੇ ਫਾਈਨ ਪੀਪਲ। ਸੋ ਇਹ ਜਿਹੜੀ ਇੱਕ ਕਨਫਿਊਜ਼ਨ ਰੱਖਣਾ ਨਾ, ਹੁਣ ਡਿਬੇਟ ਦੇ ਉੱਤੇ ਵੀ ਉਹਨਾਂ ਨੂੰ ਕਿਹਾ ਜੀ ਵਾਈਟ ਸੁਪਰੀਮਿਸਟ ਗਰੁੱਪ ਨੂੰ ਤੁਸੀਂ ਕੰਡੈਮ ਕਰਦੇ ਹੋ। ਹੀ ਕੁਡ ਨਾਟ ਕੰਡੈਮ ਇਟ ਵੈਰੀ ਓਪਨਲੀ, ਵੈਰੀ ਕਲੀਅਰਲੀ। ਸੋ ਦੀਜ਼ ਆਰ ਇਹ ਬੜਾ ਇੱਕ ਡਬਲ ਸਿਗਨਲ ਜਾਣਾ, ਇਹਦੇ ਨਾਲ ਕਿ ਇਸ ਦੇਸ਼ ਦਾ ਜਿਹੜਾ ਮਾਹੌਲ ਵਿਗੜ ਰਿਹਾ ਔਰ ਇਹਦਾ ਜਿਹੜਾ
ਖਮਿਆਜਾ ਉਹ ਸਾਨੂੰ ਸਾਰਿਆਂ ਨੂੰ ਭੁਗਤਣਾ ਪੈਣਾ, ਭਾਵੇਂ ਅਸੀਂ ਸਿੱਖ ਹੈਗੇ ਆ ਚਾਹੇ ਨਹੀਂ ਹੈਗੇ, ਭਾਵੇਂ ਕੋਈ ਵੀ ਕਿਸੇ ਵੀ ਮੁਲਕ ਦਾ ਇੱਥੇ ਬੰਦਾ ਹੈਗਾ, ਕਿਸੇ ਵੀ ਰੇਸ ਦਾ, ਐਥਨਿਕ ਗਰੁੱਪ ਦਾ। ਇਸ ਦੇਸ਼ ਦਾ ਜਿਹੜਾ ਮਾਹੌਲ ਹੈ, ਅਸੀਂ ਹੌਲੀ ਹੌਲੀ ਇਹ ਰਾਜਨੀਤਿਕ ਢੰਗ ਤੇ ਤਰੀਕੇ ਦੇ ਨਾਲ ਉਹਨਾਂ ਨੂੰ ਖਰਾਬ ਕੀਤਾ ਜਾ ਰਿਹਾ। ਸੋ ਇਸ ਕਰਕੇ ਬੜਾ ਜ਼ਰੂਰੀ ਹੈ ਕਿ ਕਲੀਅਰ ਕੱਟ ਸਿਗਨਲ ਜਿਹੜਾ ਰਾਜਨੀਤਿਕ ਲੀਡਰ ਹੈ ਉਹ ਦਵੇ ਕਿ ਇਹਨਾਂ ਚੀਜ਼ਾਂ ਨੂੰ ਕਦੀ ਵੀ ਟੋਲਰੇਟ ਨਹੀਂ ਕੀਤਾ ਜਾਣਾ ਚਾਹੀਦਾ। ਜੇ ਓਬਾਮਾ ਥੱਲੇ ਅਟੈਕ ਹੋਇਆ ਤੇ ਇਸ ਦੇਸ਼ ਦੇ ਵਿੱਚ ਪਹਿਲੀ ਵਾਰ ਇਤਿਹਾਸ ਦੇ ਵਿੱਚ ਬਾਈਡਨ ਐਡਮਿਨਿਸਟ੍ਰੇਸ਼ਨ ਹੀ ਹੈ ਨਾ, ਓਬਾਮਾ ਬਾਈਡਨ ਨੇ ਜਿਹੜਾ ਝੰਡਾ ਹਾਫ ਮਾਸਟ ਕੀਤਾ, ਔਰ ਉਹਨਾਂ ਨੇ $1.5 ਤੋਂ $2 ਲੱਖ ਜਿਹੜੇ ਗੁਰਦੁਆਰੇ ਦੇ ਵਿੱਚ ਜਿਹੜੇ ਪੀੜਤ ਪਰਿਵਾਰ ਸੀ ਉਹਨਾਂ ਨੂੰ ਦਿੱਤਾ। ਉਹਨਾਂ ਦੀ ਮੈਂਟਲ ਜਿਹੜੀ ਹੈ ਕਾਉਂਸਲਿੰਗ ਕਿੰਨੇ ਮਹੀਨੇ ਚੱਲਦੀ ਰਹੀ ਹੈ, ਆਲਮੋਸਟ ਸਾਲ ਤੱਕ ਚੱਲਦੀ ਰਹੀ ਹੈ, ਸਾਰੇ ਪਰਿਵਾਰਾਂ ਨੂੰ ਸਪੋਰਟ ਮਿਲਦੀ ਰਹੀ ਹੈ, ਜਿਹੜਾ DOJ ਡਿਪਾਰਟਮੈਂਟ ਆਫ ਜਸਟਿਸ ਵੱਲੋਂ ਸਪੋਰਟ ਜਾਂਦੀ ਰਹੀ ਹੈ, ਔਰ ਉਹਨਾਂ ਨੇ ਸਾਰਾ ਉੱਥੇ ਜਿੰਨਾ ਏਡ ਸੀ, ਜਿੰਨਾ ਹਰ ਕਿਸਮ ਦੀ ਜਿਹੜੀ ਸਪੋਰਟ ਹੈ ਉਹ ਸਿੱਖਾਂ ਨੂੰ ਡਟ ਕੇ ਦਿੱਤੀ ਹੈ। ਸੋ ਇਹ ਮੈਂ ਸਮਝਦਾ ਵੀ ਸਾਡੇ ਸਾਰਿਆਂ ਲਈ ਇਹ ਚਿੰਤਾ ਦਾ ਵਿਸ਼ਾ ਬਣਨਾ ਚਾਹੀਦਾ ਹੈ ਕਿ ਜਿਸ ਕਿਸਮ ਦਾ ਹੇਟ ਗਰੁੱਪਸ ਇੱਥੇ ਮਲਟੀਪਲਾਈ ਹੋ ਰਹੇ ਨੇ, ਖਾਸ ਕਰਕੇ ਪਿਛਲੇ 4 ਸਾਲਾਂ ਦੇ ਵਿੱਚ, ਉਹ ਸਾਡੇ ਸਾਰਿਆਂ ਲਈ ਬੜਾ ਵੱਡਾ ਚੈਲੰਜ ਹੋਣਾ ਚਾਹੀਦਾ। ਸਾਡੇ ਬੱਚਿਆਂ ਲਈ ਅਸੀਂ ਸਹੀ ਫਿਊਚਰ ਨਹੀਂ ਕੱਢ ਰਹੇ ਜੇ ਅਸੀਂ ਅੱਖਾਂ ਮੀਚ ਕੇ ਕਹੀ ਜਾਵਾਂਗੇ ਕਿ ਨਹੀਂ ਜੀ ਇਹ ਤਾਂ ਇੱਥੇ ਸਿੱਧਾ ਸੀਗਾ। You can see the graph, how it is spiking and how it is increasing, how they are getting the encouragement from President Trump ਦੇ ਜਿਹੜੇ ਉਹਨਾਂ ਦੇ ਰੈਟਰਿਕ ਹੈਗਾ। ਸੋ ਇਸ ਕਰਕੇ ਇਹ ਮੈਨੂੰ ਇਸ ਗੱਲ ਦਾ ਵੀ ਅਫਸੋਸ ਹੈ ਕਿ ਰਿਪਬਲਿਕਨ ਪਾਰਟੀ ਦੇ ਵਿੱਚ ਵੀ ਕੋਈ ਅਜਿਹਾ ਬੰਦਾ ਨਹੀਂ ਹੈ ਜਿਹੜਾ ਕਿ ਖੜ ਕੇ ਬੋਲ ਸਕੇ ਕਿ ਇਹ ਗੱਲ ਠੀਕ ਨਹੀਂ ਹੋ ਰਹੀ, ਪਰ ਸਾਰੇ ਚੁੱਪ ਨੇ, ਸਾਰਿਆਂ ਨੂੰ ਡਰ ਹੈ ਕਿ ਜੇ ਕੁਝ ਅਸੀਂ ਕਹਿ ਦਿੱਤਾ ਸਾਡਾ ਪੋਲੀਟੀਕਲ ਫਿਊਚਰ ਗਿਆ। ਸੋ ਇਸ ਕਰਕੇ ਜੈਂਟਲਮੈਨ ਸਾਡੇ ਕੋਲ ਸਿਰਫ 5 ਮਿੰਟ ਰਹਿ ਗਏ। ਮੈਂ ਆਖਰੀ ਜਿਹੜਾ ਸਵਾਲ ਹੈ ਉਹਦੇ ਤੇ ਆਉਣਾ ਚਾਹੁੰਦਾ ਹੈਗਾ ਕਿ ਪਿਛਲੀ ਵਾਰੀ ਔਰ ਹੁਣ ਟਰੰਪ ਸਾਹਿਬ ਨੇ ਇਹ ਗੱਲ ਕਹੀ ਸੀ, ਲੈਟਸ ਮੇਕ ਅਮਰੀਕਾ ਗ੍ਰੇਟ ਅਗੇਨ। ਇਜ਼ ਦਿਸ ਅ ਹਿਡਨ ਏਜੰਡਾ ਪੇ ਲੈਟਸ ਮੇਕ ਅਮਰੀਕਾ ਵਾਈਟ ਅਗੇਨ? ਜਸਦੀਪ ਜੀ। ਬਿਲਕੁਲ ਨਹੀਂ, ਇਹ ਬਿਲਕੁਲ ਗਲਤ ਹੈ। ਰਿਪਬਲਿਕਨ ਪਾਰਟੀ ਦਾ ਵੀ ਏਜੰਡਾ ਨਹੀਂ ਹੈ, ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਵੀ ਏਜੰਡਾ ਨਹੀਂ ਹੈ। ਜਿਸ ਤਰ੍ਹਾਂ ਡਾਕਟਰ ਰਾਜਵੰਤ ਸਿੰਘ ਨੇ ਕਿਹਾ ਕਿ ਉਹਨਾਂ ਨੇ ਕਦੀ ਸੁਪਰੀਮਿਸਟ ਨੂੰ, ਉਹ ਵਾਈਟ ਸੁਪਰੀਮਿਸਿਸਟ ਨੂੰ ਪ੍ਰਮੋਟ ਕਰ ਰਹੇ ਨੇ, ਇਹ ਬਿਲਕੁਲ ਗਲਤ ਹੈ। ਔਰ ਡਾਕਟਰ ਸਾਹਿਬ CNN ਦੇਖਣਾ ਪਲੀਜ਼ ਬੰਦ ਕਰੋ, ਕਿਉਂਕਿ ਡੋਨਲਡ ਟਰੰਪ ਨੇ 34 ਵਾਰੀ ਕਿਹਾ ਹੈ, ਉਹਦੀ ਵੀਡੀਓ ਰਿਕਾਰਡਿੰਗਸ ਨੇ ਜਿੱਥੇ ਉਹਨਾਂ ਨੇ ਵਾਈਟ ਸੁਪਰੀਮਿਸਿਸਟ ਨੂੰ ਕੰਡੈਮ ਕੀਤਾ ਹੈ ਔਰ ਬੜੇ ਪੁਰਜੋਰ ਤਰੀਕੇ ਨਾਲ ਕੀਤਾ ਹੈ। ਔਰ ਉਸ ਦਿਨ ਵੀ ਜਦੋਂ ਡਿਬੇਟ ਵਿੱਚ ਉਹਨਾਂ ਨੇ ਪ੍ਰਾਊਡ ਬॉयਜ਼ ਦਾ ਉਹਨਾਂ ਨੇ ਕਿਹਾ, ਤਾਂ ਉਹਨੇ ਕਿਹਾ ਬਿਲਕੁਲ ਸਟੈਂਡ ਡਾਊਨ। ਪਰ ਤੁਸੀਂ ਪ੍ਰਾਊਡ ਬॉयਜ਼ ਵੀ ਦੇਖੋ, ਪ੍ਰਾਊਡ ਬॉयਜ਼ ਦਾ ਜਿਹੜਾ ਚੇਅਰਮੈਨ ਹੈ ਉਹ ਇੱਕ ਕਿਊਬਨ ਬਲੈਕ ਹੈ। ਜਿਸ ਆਰਗੇਨਾਈਜੇਸ਼ਨ ਦਾ ਚੇਅਰਮੈਨ ਹੀ ਕਿਊਬਨ ਬਲੈਕ ਹੈ, ਉਹ ਵਾਈਟ ਸੁਪਰੀਮਿਸਿਸਟ ਕਿਸ ਤਰ੍ਹਾਂ ਹੋ ਸਕਦੀ ਹੈ? ਸੋ ਇਹ ਜਿਹੜੀਆਂ ਗੱਲਾਂ ਨੇ ਇਹ ਬਹੁਤ ਫੇਕ ਨਿਊਜ਼ ਕਾਫੀ ਚੱਲ ਰਹੀ ਹੈ। ਪ੍ਰੈਜ਼ੀਡੈਂਟ ਟਰੰਪ ਨੇ ਰਿਲੀਜੀਅਸ ਫਰੀडम ਐਕਟ ਸਾਈਨ ਕੀਤਾ ਹੈ, ਜਿਹੜਾ ਕਿ ਬਿਲਕੁਲ ਸਾਰੇ ਰਿਲੀਜੀਅਸ, ਸਾਰੇ ਧਰਮਾਂ ਨੂੰ ਪ੍ਰੋਟੈਕਟ ਕਰਦਾ ਹੈ। ਔਰ ਸਿੱਖਾਂ ਨੂੰ ਉਹਨੇ ਇੱਕ ਓਪਨਨੈਸ ਦੇਤੀ ਹੈ ਕਿ US ਆਰਮੀ ਵਿੱਚ, ਹੋਰ ਸਿਕਿਉਰਿਟੀ ਏਜੰਸੀਆਂ ਵਿੱਚ ਤੁਸੀਂ ਆਪਣੀ ਪੱਗ ਨਾਲ ਡਾਕਟਰ ਸਾਹਿਬ ਲਾਸਟ 2 ਮਿੰਟ ਡਾਕਟਰ ਸਾਹਿਬ ਮਾਰਚ 2017 ਕੀਤਾ ਸੀ, invited that, I was a part of it and we thank him for that। ਔਰ ਸਿੱਖ ਬੱਚਿਆਂ ਦਾ ਫਿਊਚਰ ਜਿਹੜਾ ਹੈ ਉਹ ਬਿਲਕੁਲ ਸੁਰੱਖਿਅਤ ਹੈ। ਅਸੀਂ ਇਸ ਕੰਟਰੀ ਵਿੱਚ ਕਿੰਨੇ ਸਾਲਾਂ ਤੋਂ ਰਹਿ ਰਹੇ ਹਾਂ। ਹਾਂ, ਹਰ ਕੰਟਰੀ ਵਿੱਚ ਪ੍ਰੋਬਲਮਸ ਆਉਂਦੀਆਂ ਨੇ। ਪਿਛਲੇ 20 ਸਾਲ ਦਾ ਤੁਸੀਂ ਰੈਕੋਰਡ ਚੈੱਕ ਕਰ ਲਓ, 44 ਇਨਸੀਡੈਂਟ ਹੋਏ ਨੇ ਹੇਟ ਕ੍ਰਾਈਮ ਦੇ ਜਾਂ ਅਬਿਊਜ਼ ਦੇ ਸਿੱਖਾਂ ਦੇ ਨਾਲ ਜਿਹੜੇ ਰਿਕਾਰਡਡ ਨੇ। ਮੈਂ ਇੱਕ ਵੀ ਨਹੀਂ ਹੋਣਾ ਚਾਹੀਦਾ, ਮੈਂ ਬਿਲਕੁਲ ਸਹਿਮਤ ਹਾਂ, ਬਟ ਅਸੀਂ ਹਰ ਗੱਲ ਨੂੰ ਵੀ ਐਗਜ਼ੈਜਰੇਟ ਨਾ ਕਰੀਏ ਔਰ ਹਰ ਗੱਲ ਨੂੰ ਜਿੰਨੀ ਹੈ ਉਸ ਤੋਂ ਜ਼ਿਆਦਾ ਵੀ ਨਾ ਲੈ ਕੇ ਜਾਈਏ, ਤਾਂ ਕਿ ਐਟ ਦ ਐਂਡ ਆਫ ਦ ਡੇ ਇਹ ਸਾਡੇ ਬੱਚਿਆਂ ਦਾ ਮੁਲਕ ਹੈ। ਸਾਨੂੰ ਆਪਣੇ ਬੱਚਿਆਂ ਨੂੰ ਪੋਜ਼ਿਟਿਵਿਟੀ ਦੇਣੀ ਹੈ, ਉਹਨਾਂ ਵਿੱਚ ਨੈਗੇਟਿਵਿਟੀ ਨਹੀਂ ਪਾਣੀ, ਉਹਨਾਂ ਨੂੰ ਅਸੀਂ ਵਿਕਟਮਾਈਜੇਸ਼ਨ ਦੀ ਫੀਲਿੰਗ ਨਹੀਂ ਆਉਣ ਦੇਣੀ। ਐਂਡ ਜਿਹੜਾ ਸਾਡਾ ਫਿਊਚਰ ਹੈ, ਮੈਂ ਸਮਝਦਾ I have to stop you ਹਾਂਜੀ ਡਾਕਟਰ ਸਾਹਿਬ in the last 2 minutes। ਮੈਂ ਤਾਂ ਇਹ ਕਹਾਂਗਾ ਕਿ ਜੀ ਆਈ ਐਗਰੀ ਕਿ ਅਸੀਂ ਨੈਗੇਟਿਵਿਟੀ ਨਹੀਂ ਦੇਣੀ ਚਾਹੀਦੀ। ਇਸੇ ਕਰਕੇ ਜੱਸੀ ਜੀ ਤੁਹਾਨੂੰ ਪਤਾ ਹੈ ਕਿ ਨੈਸ਼ਨਲ ਸਿੱਖ ਕੈਂਪੇਨ ਨੇ ਅਸੀਂ ਸਾਰਾ ਲਾਂਚ ਹੀ ਕੀਤਾ ਸੀਗਾ ਪ੍ਰੈਜ਼ੀਡੈਂਟ ਟਰੰਪ ਦੇ ਦੌਰਾਨ ਹੀ ਅਸੀਂ ਲਾਂਚ ਕੀਤਾ ਹੈ ਟੂ ਕ੍ਰੀਏਟ ਅੰਡਰਸਟੈਂਡਿੰਗ ਅਬਾਊਟ ਸਿੱਖਸ। ਔਰ ਉਹਦਾ ਅਸੀਂ ਇਹ ਵੀ ਦੇਖਿਆ ਕਿ ਜੇ ਅਸੀਂ ਸਹੀ ਢੰਗ ਦੇ ਨਾਲ ਗੱਲ ਕਰੀਏ ਆਪਣੀ ਗੱਲ, ਈਵਨ ਵਾਈਟ ਅਮਰੀਕਨਸ, ਈਵਨ ਜਿਹੜੇ ਪੇਂਡੂ ਗੋਰੇ ਨੇ, ਜਿਹੜੇ ਘੱਟ ਪੜ੍ਹੇ ਹੋਏ ਲੋਕ ਨੇ, ਉਹਨਾਂ ਤੱਕ ਵੀ ਜੇ ਅਸੀਂ ਗੱਲ ਪਹੁੰਚਾਈਏ ਤੇ ਲੋਕਾਂ ਦੇ ਵਿੱਚ ਟੋਲਰੈਂਸ ਹੈਗੀ ਹੈ, ਲੋਕੀ ਐਕਸੈਪਟ ਕਰਦੇ ਨੇ। ਸੋ ਇਸ ਗੱਲ ਨੂੰ ਮੈਂ ਬਿਲਕੁਲ ਸਹਿਮਤ ਹੈਗਾ ਵੀ ਵਿਕਟਮ ਮੈਂਟੈਲਿਟੀ ਨਹੀਂ ਹੋਣੀ ਚਾਹੀਦੀ। ਪਰ ਨਾਲ ਦੀ ਨਾਲ ਸਾਨੂੰ ਇਹ ਗੱਲ ਵੀ ਦੇਖਣ ਦੀ ਲੋੜ ਹੈ ਕਿ
ਜਿਹੜਾ ਪੋਲੀਟੀਕਲ ਰੈਟਰਿਕ ਹੈ ਉਹ ਕਿਸ ਤਰ੍ਹਾਂ ਇਸ ਦੇਸ਼ ਨੂੰ ਡਿਵਾਈਡ ਕਰ ਰਿਹਾ, ਔਰ ਉਹਦੇ ਵਿੱਚ ਹਰ ਪਾਰਟੀ ਦਾ, ਹਰ ਬੰਦੇ ਦਾ ਕੀ ਰੋਲ ਆ, ਉਹਨੂੰ ਬੈਲੈਂਸ ਤਰੀਕੇ ਨਾਲ ਆਬਜੈਕਟਿਵ ਢੰਗ ਦੇ ਨਾਲ ਦੇਖੀਏ। ਸੋ ਜਿੱਥੇ ਜੇ ਡੈਮੋਕ੍ਰੈਟਸ ਕਰਦੇ ਨੇ, I will be the first person to condemn it. But similarly, I would expect ਵੀ similarly ਜੇ ਕੋਈ ਬੰਦਾ ਰਿਪਬਲਿਕਨ ਸਾਈਡ ਦੇ ਉੱਤੇ ਵੀ ਗਲਤ ਗੱਲ ਕਰ ਰਿਹਾ ਤੇ they need to be condemned। ਮੈਨੂੰ ਯਾਦ ਹੈ ਕਿ ਜੌਨ ਕੈਰੀ ਨੇ ਇੱਕ ਵਾਰੀ ਸਿੱਖਾਂ ਬਾਰੇ ਗੱਲ ਕਹੀ ਸੀਗੀ, immediately we issued a statement, I called his office, he called me himself। So we need to be very vigilant on anybody saying anything wrong। So similarly, no president should be off the hook just because he has some policies that we like। So ਇਸ ਕਰਕੇ ਮੇਰਾ ਕਹਿਣਾ ਸਾਰੇ ਭੈਣਾਂ ਭਰਾਵਾਂ ਨੂੰ ਇਹੀ ਹੈ ਕਿ ਤੁਸੀਂ ਟਰੈਕ ਰੈਕਡ ਦੇਖੋ, ਤੁਸੀਂ ਇਲੈਕਸ਼ਨਸ ਦੇ ਵਿੱਚ ਪਾਲਿਸੀਜ਼ ਦੇਖੋ ਜਿਹੜੀਆਂ ਮੁਆਫਿਕ ਪੈਂਦੀਆਂ ਨੇ, ਜਿਹੜੇ ਇਸ ਦੇਸ਼ ਨੂੰ ਸਹੀ ਦਿਸ਼ਾ ਵੱਲ ਲਿਜਾ ਸਕਣ, ਔਰ ਇਹਦਾ ਜਿਹੜਾ ਸਾਰਾ ਰਿਪਲ ਇਫੈਕਟ ਸਾਰੀ ਦੁਨੀਆ ਦੇ ਉੱਤੇ ਕੀ ਅਸਰ ਹੋਏਗਾ, ਬੇਸਡ ਔਨ ਦੈਟ ਉਹ ਵੋਟ ਪਾਓ, ਤਾਂ ਹੀ ਅਸੀਂ ਆਪਣਾ ਜਿਹੜਾ ਐਕਸਰਸਾਈਜ਼ ਦਾ ਉਹ ਸਹੀ ਢੰਗ ਨਾਲ ਕਰ ਸਕਦੇ। Ignore what CNN says, ignore what Fox Channel says, look at the policies yourself and make a decision rather than based on me or for my friend Jesse Singh। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ, ਜਸਦੀਪ ਜੀ ਬਹੁਤ ਧੰਨਵਾਦ। 30 seconds prediction result, ਜਸਦੀਪ ਜੀ। To be a landslide for Donald Trump। ਮੈਂ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਪਿਛਲੇ 1 ਮਹੀਨੇ ਤੋਂ ਉਹਨਾਂ ਦੇ ਕੈਂਪੇਨ ਵਿੱਚ ਜਾ ਰਹੇ ਹਾਂ, ਡਿਫਰੈਂਟ ਰੈਲੀਜ਼ ਤੇ, ਔਰ ਜੋ ਉਹਨਾਂ ਦਾ ਐਕਸਾਈਟਮੈਂਟ ਹੈ ਉਹ 2016 ਤੋਂ ਵੀ ਜ਼ਿਆਦਾ ਹੈ। ਪੋਲਸ ਉਸ ਵੇਲੇ ਵੀ ਸਾਰੇ ਝੂਠੇ ਸਨ, ਪੋਲਸ ਉਸ ਵੇਲੇ ਵੀ ਇਹ ਕਹਿੰਦੇ ਸਨ ਕਿ ਹਿਲਰੀ ਕਲਿੰਟਨ ਜਿੱਤ ਗਈ ਹੈ, ਤੇ ਉਹ ਵੀ ਬਿਲਕੁਲ ਝੂਠ ਨਿਕਲਿਆ। ਇਸ ਸਾਲ ਵੀ ਪ੍ਰੈਜ਼ੀਡੈਂਟ ਟਰੰਪ ਬੜੀ ਜ਼ਿਆਦਾ ਕਰਨਗੇ, ਪਰ ਇਸ ਵਾਰੀ ਇਹ ਜਿਹੜਾ ਕੈਂਡੀਡੇਟ ਜੋ ਬਾਈਡਨ ਨੇ ਆਲਰੇਡੀ ਕਹਿਤਾ ਹੈ ਕਿ ਪ੍ਰੈਜ਼ੀਡੈਂਟ ਟਰੰਪ ਨੂੰ ਆਪਣੀ ਡਿਕਲੇਅਰ ਹੀ ਨਹੀਂ ਕਰਨੀ ਚਾਹੀਦੀ, ਕਿਉਂਕਿ ਇਹਨਾਂ ਨੇ ਪਲੈਨਿੰਗ ਬਣਾਈ ਹੈ ਰॉयट्स ਦੀ, ਇਹਨੂੰ ਸਾਰਿਆਂ ਨੂੰ ਪੋਲਿਊਟ ਕਰਨ ਦੀ। ਸੋ ਆਈ ਪ੍ਰੈਡਿਕਟ ਪ੍ਰੈਜ਼ੀਡੈਂਟ ਟਰੰਪ ਇਜ਼ ਗੋਇੰਗ ਟੂ ਵਿਨ ਮਾਰਜਿਨ, ਬਟ ਇਟ ਵਿਲ days, a few days for this nation। Thank you Jesse, thank you। ਹਾਂਜੀ ਡਾਕਟਰ ਸਾਹਿਬ 30 seconds, ਹਾਂਜੀ ਤੁਹਾਡੀ। ਮੇਰੀ ਤਾਂ ਪ੍ਰੈਡਿਕਸ਼ਨ ਹੈ ਕਿ ਪ੍ਰੈਡਿਕਸ਼ਨ ਕਹਿ ਲਓ ਜਾਂ ਮੇਰੀ ਵਿਸ਼ ਹੈ ਕਿ ਪ੍ਰੈਜ਼ੀਡੈਂਟ ਬਾਈਡਨ ਜਿੱਤੇ, because I think he will bring some sense ਜਿਹੜਾ ਇੱਥੋਂ ਦੇ ਨੇਸ਼ਨ ਦਾ ਜਿਹੜਾ ਮਾਹੌਲ ਹੈ ਉਹਨੂੰ ਠੀਕ ਢੰਗ ਦੇ ਵਿੱਚ ਲਿਜਾਣ ਦੇ ਵਿੱਚ ਹਲਾ ਬੜਾ ਟਾਈਮ ਲੱਗੇਗਾ, ਪਰ ਇਹ ਹੀਲਿੰਗ ਦੀ ਬੜੀ ਲੋੜ ਹੈ, ਇਹ ਸਾਰੇ ਸੰਸਾਰ ਨੂੰ ਹੀਲਿੰਗ ਦੀ ਲੋੜ ਹੈ। ਸੋ ਮੇਰੀ ਤਾਂ ਇਹੀ ਆਸ ਹੈ ਤੇ ਪ੍ਰੈਡਿਕਸ਼ਨ ਹੈ ਕਿ ਪ੍ਰੈਜ਼ੀਡੈਂਟ ਬਾਈਡਨ will win and hopefully will be to bring the nation together again। ਡਾਕਟਰ ਸਾਹਿਬ ਜੱਸੀ ਜੀ ਬਹੁਤ ਬਹੁਤ ਧੰਨਵਾਦ। ਬਹੁਤ ਸਾਰੇ ਸਵਾਲ ਹਲੇ ਰਹਿ ਗਏ ਆ ਕਿਉਂਕਿ ਤੁਹਾਨੂੰ ਪਤਾ ਵਰਲਡ ਦੀਆਂ ਪਾਲਿਸੀ ਦੇ ਉੱਤੇ ਗੱਲਾਂ ਕਰਨੀਆਂ ਹੁੰਦੀਆਂ ਹੈਗੀਆਂ। ਤੁਹਾਡਾ ਸਮਾਂ ਕੱਢਣ ਦਾ ਬਹੁਤ ਬਹੁਤ ਧੰਨਵਾਦ ਹੈਗਾ। ਤੁਸੀਂ ਜੋ ਵੀ ਕੈਂਪੇਨ ਕਰ ਰਹੇ ਹੋ, ਜੋ ਵੀ ਸਿੱਖੀ ਦੇ ਹਿਸਾਬ ਦੇ ਨਾਲ ਕੰਮ ਕਰ ਰਹੇ ਹੋ, ਤੁਹਾਡਾ ਸਿੱਖ ਚੈਨਲ ਵੱਲੋਂ ਬਹੁਤ ਬਹੁਤ ਧੰਨਵਾਦ, ਔਰ ਮੇਰੇ ਵੱਲੋਂ ਔਰ ਸਿੱਖ ਚੈਨਲ ਵੱਲੋਂ ਤੁਹਾਡਾ ਦੋਹਾਂ ਦਾ ਧੰਨਵਾਦ ਸਮਾਂ ਕੱਢਣ ਦਾ। ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ। ਮੇਰੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤੇ ਮਾਫ ਕਰਨਾ। ਅਗਲੇ ਪ੍ਰੋਗਰਾਮ ਤੱਕ ਮੈਨੂੰ ਦਿਓ ਆਗਿਆ ਤੇ ਵਿਦਾਇਗੀ ਦੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਥੈਂਕ ਯੂ। ਵਾਹਿਗੁਰੂ ਜੀ, ਬਹੁਤ ਬਹੁਤ ਧੰਨਵਾਦ।